ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆਇਆ। 9:16 ਹੋਏ ਨੇ। 28 ਅਪ੍ਰੈਲ ਦਾ ਦਿਨ ਵਰਾ 2022 ਦਾ 15 ਵਿਸਾਖ ਨਾਨਕ ਸੰਮਤ 554। ਨਿੱਘਾ ਹਾਰਦਿਕ ਸਵਾਗਤ ਹੈ ਜੀ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਸ਼ੁਰੂਆਤ ਕਰਾਂਗੇ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਨਾਲ ਬਰਨਾਲੇ ਤੋਂ, ਤੇ ਉਸ ਤੋਂ ਬਾਅਦ ਕੁਝ ਖਾਸ ਖਬਰਾਂ ਸਥਾਨਕ, ਤੇ ਫਿਰ ਇੱਕ ਖੁੱਲ੍ਹੀ ਵਿਚਾਰ ਚਰਚਾ ਹੋਏਗੀ ਭਾਈਚਾਰੇ ਨਾਲ ਸੰਬੰਧਿਤ। ਵੀਰਵਾਰ ਨੂੰ ਆਪਾਂ ਅੱਜ ਗੱਲਬਾਤ ਕਰਦੇ ਹਾਂ। ਅੱਜ ਦੀ ਗੱਲਬਾਤ ਦਾ ਸਿਰਲੇਖ ਹੋਏਗਾ ਸਾਡਾ ਸ਼ੱਕੀ ਸੁਭਾਅ, ਤੇ ਹਰ ਇੱਕ ਚੀਜ਼ ਦੇ ਵਿੱਚ, ਹਰ ਗੱਲਬਾਤ ਦੇ ਵਿੱਚ ਸਾਜ਼ਿਸ਼ ਜਦ ਆਪਾਂ ਵੇਖਦੇ ਹਾਂ ਉਹ ਸਾਨੂੰ ਕਿੱਥੇ ਲਿਜਾ ਕੇ ਖੜਾ ਕਰਦਾ ਹੈ, ਨਿੱਜੀ ਤੌਰ 'ਤੇ, ਪਰਿਵਾਰ ਤੌਰ 'ਤੇ, ਤੇ ਕੌਮੀਅਤ ਦੇ ਤੌਰ 'ਤੇ। ਇਸ 'ਤੇ ਅੱਜ ਗੱਲਬਾਤ ਹੋਏਗੀ। ਇਹਦੇ ਪਹਿਲੂ, ਇਹਦਾ ਕਾਰਨ, ਕਿੱਥੋਂ ਇਹ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਆਈਆਂ। ਕੋਈ ਸਮਾਂ ਸੀ ਜਦ ਅਸੀਂ ਜੰਗਲਾਂ ਵੇਲਿਆਂ ਦੇ ਵਿੱਚ ਰਹਿੰਦੇ, ਇੱਕ ਦਾ ਕਿਹਾ ਸਿਰ ਮੱਥੇ ਗੱਲ ਹੁੰਦੀ। ਜਿਹੜਾ ਵੀ ਸੁਨੇਹਾ ਆਉਂਦਾ ਕਦੇ ਅਸੀਂ ਗੱਲ ਨਾ ਕਰਦੇ, ਖਾਸ ਤੌਰ 'ਤੇ ਗੁਰੂ ਦੀ ਗੱਲ 'ਤੇ। ਕਦੇ ਕੋਈ ਤਰਕ ਨਾ ਹੁੰਦਾ, ਕੋਈ ਕਹਾਣੀ ਨਾ ਹੁੰਦੀ। ਅੱਜ ਅਸੀਂ ਆਪ ਤੱਕ ਹੀ ਹਰ ਇੱਕ ਗੱਲ, ਧਰਮ ਵਾਲੇ ਪਾਸਿਓਂ, ਸਮਾਜਿਕ ਦੇ ਪਾਸਿਓਂ, ਰਾਜਨੀਤੀ ਵਾਲੇ ਪਾਸਿਓਂ, ਹਰ ਇੱਕ ਗੱਲ ਦੇ ਵਿੱਚ ਸਾਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ। ਸ਼ੱਕ ਦੇ ਘੇਰੇ 'ਚ ਅਸੀਂ ਰਹਿੰਦੇ ਹਾਂ। ਦਿਮਾਗੀ ਤੌਰ 'ਤੇ ਮੈਨੂੰ ਲੱਗਦਾ ਕੰਗਾਲ ਅਸੀਂ ਹੋ ਚੁੱਕੇ ਹਾਂ। ਇਹਦਾ ਕਾਰਨ ਕੀ ਹੈ, ਅੱਜ ਟਟੋਲਾਂਗੇ। 604 204 0600 ਆਉਣੇ ਨੰਬਰ ਹੈ। 6042040600 ਤੇ ਨਾਲ ਹੀ 604 729 1224 6047291224। WhatsApp ਤੇ ਟੈਕਸਟ ਲਈਏ। ਮੇਰਾ ਸੈੱਲ ਨੰਬਰ ਹੈ 6047291224। ਆ ਕੋਲ ਬੈਠ ਮੇਰੇ ਸਾਂਭੇ ਬਿਠਾਲ ਮੈਨੂੰ, ਕਰ ਫੇਰ ਜ਼ਿੰਦਗੀ ਦਾ ਕੋਈ ਸਵਾਲ ਮੈਨੂੰ। ਮੈਂ ਫੁੱਲ ਬਣ ਵਿਛਾਂਗੀ ਸਭ ਰਸਤਿਆਂ 'ਚ ਤੇਰੇ, ਹੈ ਵਾਸਤਾ ਸਫ਼ਰ 'ਤੇ ਲੈਂਦਾ ਜਾਂ ਨਾਲ ਮੈਨੂੰ। ਜੀ ਸਦਕੇ ਲੰਘ ਜਾਵੀਂ ਬੇਸ਼ੱਕ ਸਮੇਂ ਦੇ ਵਾਂਗੂ, ਪਰ ਪਹਿਲਾਂ ਜ਼ਖਮ ਦਿਲ ਦੇ ਭਰਨਾ ਸਿਖਾਲ ਮੈਨੂੰ। ਮੈਥੋਂ ਵਫਾ ਨਹੀਂ ਹੋਣਾ ਵਾਅਦਾ ਉਹ ਰੋਸ਼ਨੀ ਦਾ, ਮੈਥੋਂ ਵਫਾ ਨਹੀਂ ਹੋਣਾ ਵਾਅਦਾ ਉਹ ਰੋਸ਼ਨੀ ਦਾ। ਦੀਵਾ ਹਾਂ ਤਿੜਕਿਆ ਮੈਂ ਮੁੜ ਨਾ ਬਾਲ ਮੈਨੂੰ, ਮੌਸਮ ਦੇ ਵਾਂਗ ਮੈਥੋਂ ਮੁੜ ਪਰਤਿਆ ਨਹੀਂ ਜਾਣਾ। ਮੈਂ ਸਿਰਕ ਦਾ ਲਮਹਾ ਸੱਜਣਾ ਸੰਭਾਲ ਮੈਨੂੰ। ਖੁਰ ਜਾਣਗੇ ਇਵੇਂ ਤਾਂ ਸਭ ਜੇਰਿਆਂ ਦੇ ਪੱਤਣ, ਹੈ ਜ਼ਿੰਦਗੀ ਨਾ ਗਮ ਵਿੱਚ ਇੰਨਾ ਹੰਗਾਲ ਮੈਨੂੰ। ਚੰਨ ਆਪ ਮੇਰੇ ਰਾਹੋਂ ਚੁਗਦਾ ਹਨੇਰ, ਜਾਪੇ ਲੈ ਆਇਆ ਵੇਖ ਕਿੱਥੇ ਤੇਰਾ ਵਸਾਲ ਮੈਨੂੰ। ਜਦ ਪਹਿਲੀ ਵੇਰ ਸਾਹਾਂ ਹੌਕੇ ਦੀ ਖੇਡ ਖੇਡੀ, ਉਦੋਂ ਸੀ ਮਾੜੀ ਮਾੜੀ ਹਾਲ ਸੰਭਾਲ ਮੈਨੂੰ। ਨਾ ਤਾਂਗ ਮਰਨ ਦੇਵੇ ਨਾ ਹਿਜ਼ਰ ਜੀਣ ਦੇਵੇ, ਦੋਹਾਂ ਦੀ ਕਸ਼ਮਕਸ਼ ਨੇ ਕੀਤਾ ਬਿਹਾਲ ਮੈਨੂੰ। ਨਿਤ ਚੁੱਪ ਦੇ ਥਲ ਗਾਹਾਂ ਭਟਕਣ ਦੀ ਪਾ ਕੇ ਝਾਂਜਰ, ਮੈਨੂੰ ਵੀ ਨਹੀਂ ਪਤਾ ਆਏ ਕਿਸ ਦੀ ਇਹ ਭਾਲ ਮੈਨੂੰ। ਰੁੱਖੋਂ ਮੈਂ ਕਰਦਾ ਤਿੱਕਿਆ ਜਦ ਇੱਕ ਜ਼ਰਦ ਪੱਤਾ, ਤਾਂ ਆ ਗਿਆ ਅਚਾਨਕ ਆਪਣਾ ਖਿਆਲ ਮੈਨੂੰ। ਜਾਣਾ ਸੀ ਤੇ ਨਾ ਆਉਂਦਾ ਹੈ, ਜੇ ਆ ਗਿਆ ਤਾਂ ਰੁਕ ਜਾ, ਤੇਰੀ ਹੀ ਤਾਂ ਸੀ ਸੱਜਣਾ ਸਦੀਆਂ ਤੋਂ ਭਾਲ ਮੈਨੂੰ। ਤੇਰੀ ਹੀ ਸੀ ਸੱਜਣਾ ਸਦੀਆਂ ਤੋਂ ਭਾਲ ਮੈਨੂੰ। ਸਿਮਰਨਜੋਤ ਮਾਨ ਲਿਖਦੇ ਨੇ। ਸਰਦਾਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਜਦ ਜਮਾਂ ਹੀ ਤੰਗ ਹੋ ਜਾਂਦੇ ਜੇਠ ਹਾੜ 'ਚ, ਫਿਰ ਉੱਪਰ ਵਾਲੇ ਪਾਸੇ ਨੂੰ ਮੂੰਹ ਕਰਕੇ ਕਹਿੰਦੇ ਜਮਾਂ ਹੀ ਲੀਰਾਂ ਤੁੰਨੀ ਬੈਠਾ, ਛੱਡਦੇ ਮਾੜੀ ਜੀ ਹਵਾ ਕਿਸੇ ਪਾਸਿਓਂ। ਗਰਮੀ ਦਾ ਕੀ ਹਾਲ ਹੈ ਪੰਜਾਬ 'ਚ? ਗਿੱਲ ਸਾਹਿਬ, ਗਰਮੀ ਦਾ ਬਹੁਤ ਜ਼ਿਆਦਾ ਕਹਿਰ ਵਾਪਰ ਰਿਹਾ ਇਹਨਾਂ ਦਿਨਾਂ ਦੇ ਵਿੱਚ। ਬਠਿੰਡੇ ਅੱਜ 44.5 ਡਿਗਰੀ ਸੈਲਸੀਅਸ ਨੂੰ ਤਾਪਮਾਨ ਟੱਪਿਆ ਫਿਰਦਾ ਸੀ। ਪੰਜਾਬ ਦੇ ਬਹੁਤੇ ਸ਼ਹਿਰਾਂ 'ਚ ਤਾਪਮਾਨ ਆ ਜਿਹੜਾ ਅੱਜ 44 ਡਿਗਰੀ ਸੈਲਸੀਅਸ ਦੇ ਆਸ-ਪਾਸ ਸੀਗਾ। ਔਰ ਗਰਮੀ ਇੰਨੀ ਪੈ ਰਹੀ ਆ ਕਿ ਮੌਸਮ ਵਿਭਾਗ ਦਾ ਕਹਿਣਾ ਗਾ ਐਤਵਾਰ ਨੂੰ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਟੱਪ ਸਕਦਾ। ਆਮ ਕਰ ਗਿੱਲ ਸਾਹਿਬ, ਜਿਹੜੀ ਗਰਮੀ ਪੂਰੀ ਕਹਿਰ ਦੀ ਹੁੰਦੀ, ਜੇ ਦੇਸੀ ਮਹੀਨਿਆਂ ਦੇ ਤੌਰ ਤੇ ਆਪਾਂ ਦੇਖੀਏ, ਜੇਠ ਹਾੜ ਦੇ ਵਿੱਚ ਕਹਿੰਦੇ ਹੁੰਦੇ ਆ ਪੂਰੀ ਗਰਮੀ ਪੈਂਦੀ ਆ, ਔਰ ਉਸ ਗਰਮੀ ਦੇ ਸਤਾਏ ਕਹਿੰਦੇ ਸਾਧ ਬਣ ਜਾਂਦੇ ਨੇ। ਆਮ ਕਹਾਵਤ ਚੱਲਦੀ ਆ। ਤਾਂ ਉਦੋਂ ਜਾ ਕੇ 45 ਡਿਗਰੀ 46 ਡਿਗਰੀ ਸੈਲਸੀਅਸ ਤਾਪਮਾਨ ਹੁੰਦਾ। ਤੇ ਹੁਣ
ਮਾਰਚ ਮਹੀਨੇ ਦੇ ਲਾਸਟ ਵੀਕ ਦੇ ਵਿੱਚ ਵੀ 120 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ ਗਰਮੀ ਦਾ। ਇੰਨੀ ਗਰਮੀ ਅਗੇਤੀ ਪਈ, ਦਾਣੇ ਕਣਕ ਦੇ ਪਿਚਕ ਗਏ, ਝਾੜ ਘੱਟ ਨਿਕਲਿਆ ਤੇ ਗਰਮੀ ਦਾ ਕਹਿਰ ਹੁਣ ਵੀ ਵਾਪਰ ਰਿਹਾ। 44-45 ਡਿਗਰੀ ਸੈਲਸੀਅਸ ਕਿਤੇ ਕਹਿਣ ਦੀਆਂ ਗੱਲਾਂ ਗਿੱਲ ਸਾਹਿਬ। ਔਰ ਇੰਨੀ ਗਰਮੀ ਤੇ ਉੱਪਰੋਂ ਬਿਜਲੀ ਨਾ ਹੋਣੀ, ਇਹ ਤਾਂ ਬਹੁਤ ਵੱਡਾ ਸੰਕਟ ਖੜਾ ਹੋ ਗਿਆ। ਖੇਤੀ ਖੇਤਰ ਲਈ ਤਾਂ ਇਹ ਸੰਕਟ ਖੜਾ ਹੋ ਗਿਆ ਵੀ ਪਸ਼ੂਆਂ ਨੂੰ ਹਰਾ ਚਾਰਾ ਸੁੱਕ ਰਿਹਾ, ਲਾਈਟ ਆਉਂਦੀ ਹੀ ਨਹੀਂ ਕਈ ਦਿਨ। ਮੂੰਗੀ ਬੀਜੀ ਸੀ ਅਗੇਤੀ, ਜਿਹੜੀ ਆਲੂ ਪੱਟ ਕੇ ਜਾਂ ਕਣਕ ਵੱਢ ਕੇ ਉਹ ਮੂੰਗੀ ਬਰਬਾਦ ਹੋ ਰਹੀ ਆ। ਮੱਕੀ ਬੀਜੀ ਸੀ ਕਿਸਾਨਾਂ ਨੇ, ਕਿਸੇ ਨੇ ਪਸ਼ੂਆਂ ਨੂੰ ਚਾਰ ਪਾਉਣ ਨੂੰ, ਕਿਸੇ ਨੇ ਵੇਚਣ ਨੂੰ, ਉਹ ਮੱਕੀ ਬਰਬਾਦ ਹੋ ਰਹੀ ਆ। ਫਸਲੀ ਵਿਭਿੰਨਤਾ ਕਹਿਣ ਨੂੰ ਆ, ਖੇਤੀ ਖੇਤਰ ਨੂੰ ਲਾਈਟ ਨਹੀਂ ਆਉਂਦੀ। ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਜਿਹੜੀ 24 ਘੰਟਿਆਂ ਵਾਲੀ ਲਾਈਟ ਆ, ਉਹ ਤਾਂ ਉਹਦਾ ਨਾਂ ਹੀ 24 ਘੰਟਿਆਂ ਵਾਲੀ ਆ। 24 ਘੰਟੇ ਤਾਂ ਮੈਨੂੰ ਲੱਗਦਾ ਕਿਤੇ ਆਈ ਨਹੀਂ ਹੋਣੀ। ਤੇ ਉਹ ਲਾਈਟ ਦੇ ਵਿੱਚ 6-6 ਘੰਟਿਆਂ ਦੇ ਕੱਟ ਨੇ ਜਿਹੜੇ ਉਹ ਲੱਗ ਰਹੇ ਨੇ। ਬੱਚਿਆਂ ਦਾ ਬੁਰਾ ਹਾਲ ਆ, ਬਜ਼ੁਰਗਾਂ ਦਾ ਬੁਰਾ ਹਾਲ ਆ। ਪਹਿਲਾਂ ਤਾਂ ਗਿੱਲ ਸਾਹਿਬ ਆਪਾਂ ਡਿਪੈਂਡ ਘੱਟ ਸੀਗੇ ਲਾਈਟ ਦੇ ਉੱਤੇ, ਮਤਲਬ ਦਰਖਤ ਬਹੁਤ ਸੀ ਜਾਂ ਪੱਖੀਆਂ ਸੀ, ਜਾਂ ਕਿਸੇ ਕੋਲੇ ਮੈਨੂੰ ਲੱਗਦਾ ਟਾਈਮ ਹੀ ਨਹੀਂ ਸੀਗਾ ਦਿਨ ਦੇ ਸਮੇਂ ਤਾਂ ਵਿਹਲੇ ਬੈਠਣ ਦਾ ਪੱਖੇ ਥੱਲੇ। ਲੇਕਿਨ ਹੁਣ ਡਿਪੈਂਡੈਂਸੀ ਇੰਨੀ ਹੋ ਗਈ ਵੀ ਬੱਚੇ, ਬਜ਼ੁਰਗ, ਏਸੀ, ਪੱਖੇ, ਕੂਲਰ, ਇਹ ਸਾਰੇ ਕਾਹੇ ਤੇ ਨਿਰਭਰਤਾ ਹੋ ਗਈ। ਦੂਜਾ ਗਰਮੀ ਵੱਧ ਰਹੀ ਆ, ਦਰਖਤ ਘੱਟ ਰਹੇ ਆ, ਉਹਦੇ ਕਰਕੇ ਵੀ ਬਿਜਲੀ ਕਰਕੇ ਹਾਹਾਕਾਰ ਮੱਚੀ ਹੋਈ ਆ। ਤੁਸੀਂ ਇਤਫਾਕ ਦੀ ਗੱਲ ਦੇਖੋ ਗਿੱਲ ਸਾਹਿਬ, ਆਪਣੇ ਜਿਹੜੇ ਮੌਜੂਦਾ ਚੀਫ ਮਿਨਿਸਟਰ ਨੇ ਭਗਵੰਤ ਮਾਨ ਹੋਰੀ, ਇਹ ਅੱਜ ਤੋਂ ਕਈ ਸਾਲ ਪਹਿਲਾਂ ਜਦੋਂ ਕਮੇਟੀ ਕਰਦੇ ਹੁੰਦੇ ਸੀ ਉਦੋਂ ਕਹਿੰਦੇ ਹੁੰਦੇ ਸੀ ਵੀ ਟਰਾਂਸਫਾਰਮ ਤੇ ਗੁੱਲੀ ਡੰਡਾ ਖੇਡਦੇ ਆ ਸਾਡੇ ਦਾ ਜਵਾਕ, ਕਿਹੜਾ ਲਾਈਟ ਆਉਣੀ ਆ। ਉਦੋਂ ਕਹਿੰਦੇ ਹੁੰਦੇ ਸੀ ਵੀ ਬੇਬੇ ਹੋਣੀਆਂ ਕੱਪੜੇ ਸੁੱਕਣੇ ਪਾਉਂਦੀਆਂ ਬਿਜਲੀ ਵਾਲੀਆਂ ਤਾਰਾਂ ਤੇ, ਕਿਹੜਾ ਲਾਈਟ ਆਉਣੀ ਆ। ਤੇ ਅੱਜ ਜਦੋਂ ਇਹ ਚੀਫ ਮਿਨਿਸਟਰ ਨੇ, ਤਾਂ ਤੁਸੀਂ ਦੇਖੋ ਕਿ ਇਤਫਾਕ ਕਹਿ ਲਈਏ ਜਾਂ ਹਾਲਾਤ ਕਹਿ ਲਈਏ, ਅੱਜ ਉਹੀ ਵਾਪਰ ਰਹੇ ਨੇ ਕਿ 24 ਘੰਟਿਆਂ ਵਾਲੀ ਲਾਈਟ ਤੇ 6-6, 7-7 ਘੰਟਿਆਂ ਦੇ ਲਗਾਤਾਰ ਕੱਟ, ਪਾਣੀ ਦਾ ਬੁਰਾ ਹਾਲ, ਔਰ ਗਰਮੀ ਨੇ ਹਾਲੋਂ ਬੇਹਾਲ ਕੀਤਾ ਹੋਇਆ ਪੰਜਾਬ। ਸੋ ਉਤਪਾਦਨ ਹੋ ਨਹੀਂ ਰਿਹਾ ਜੀ, ਕੋਲੇ ਤੇ ਡਿਪੈਂਡੈਂਸੀ ਹੋ ਗਈ ਗਿੱਲ ਸਾਹਿਬ। ਅੱਜ ਦੀ ਜਿਹੜੀ ਹਾਲਤ ਆ ਉਹ ਇਹ ਹੈਗੀ ਕਿ ਪੰਜਾਬ 'ਚ ਬਿਜਲੀ ਦੀ 7300 ਮੈਗਾਵਾਟ ਮੰਗ ਆ ਗਈ, ਪਰ ਉਤਪਾਦਨ ਹੋ ਰਿਹਾ ਮਹਿਜ 4000 ਮੈਗਾਵਾਟ ਦਾ। ਔਰ ਪਾਵਰਕਾਮ ਨੇ 3000 ਮੈਗਾਵਾਟ ਬਿਜਲੀ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਾਹਰੋਂ ਵੀ ਖਰੀਦ ਲਈ, ਫਿਰ ਵੀ ਪੂਰੀ ਨਹੀਂ ਹੋ ਰਹੀ, ਫਿਰ ਵੀ 6-6 ਘੰਟਿਆਂ ਦੇ ਕੱਟ ਲੱਗ ਰਹੇ ਨੇ। ਸੋ ਇੱਕ ਬਹੁਤ ਵੱਡਾ ਸੰਕਟ ਹੈਗਾ। ਔਰ ਦੋ ਤਾਂ ਤਲਵੰਡੀ ਸਾਬੋ ਵਾਲਾ ਇੱਕ ਪਾਵਰ ਪਲਾਂਟ ਆ 660 ਮੈਗਾਵਾਟ ਯੂਨਿਟ ਦਾ, ਉਹਦਾ ਬਾਇਲਰ ਲੀਕ ਹੋ ਗਿਆ, ਉੱਥੇ ਖੜਾ ਕੰਮ ਉੱਥੇ ਹੀ ਉਵੇਂ ਜਿਵੇਂ ਰੁਕਿਆ ਖੜਾ ਗਾ। ਔਰ ਇੱਕ ਹੋਰ ਯੂਨਿਟ ਹੈਗਾ ਉੱਥੇ 1980 ਮੈਗਾਵਾਟ ਦਾ, ਉਹ ਬੰਦ ਹੋ ਗਿਆ, ਉਹਦਾ ਮੁਰੰਮਤ ਦਾ ਕੰਮ ਚੱਲ ਰਿਹਾ। 660 ਮੈਗਾਵਾਟ ਵਾਲਾ ਰਹਿ ਗਿਆ, ਉਹਦੀ ਆਹ ਹਾਲਤ ਹੈ। ਇਵੇਂ ਜਿਵੇਂ ਰੋਪੜ ਆ ਉੱਥੇ ਬੁਰਾ ਹਾਲ ਹੈ, ਔਰ ਰਾਜਪੁਰੇ ਵਾਲੇ ਦਾ ਬੁਰਾ ਹਾਲ ਹੈ। ਜਿਹੜੇ ਪ੍ਰਾਈਵੇਟ ਕੰਪਨੀਆਂ ਨਾਲ MOU ਸਾਈਨ ਕੀਤੇ ਹੋਏ ਨੇ, ਉਹ ਆਪਦੀ ਮਨਮਰਜ਼ੀ ਕਰਦੀਆਂ ਨੇ। ਸੋ ਅੱਜ ਦੇ ਸਮੇਂ ਦੇ ਵਿੱਚ ਇੱਕੋ ਹੀ ਗੱਲ ਬਚਾ ਸਕਦੀ ਹੈ ਅਜੇ ਵੀ, ਜੇ ਉਸ ਪਾਸੇ ਨੂੰ ਤੁਰ ਪਏ, ਸੋਲਰ ਪੈਨਲ ਲਾ ਕੇ ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਕੇ ਪੰਜਾਬ ਬਚ ਸਕਦਾ। ਜੀ ਗਿੱਲ ਸਾਹਿਬ, ਪਾਣੀ ਟਿੱਬਿਆਂ ਨੂੰ ਚਾੜਤਾ, ਠੀਕ ਹੈ, ਬਿਜਲੀ ਦੀ ਤੰਗੀ ਮੈਂ ਮੰਨਦਾ, ਪਰ ਸਰਕਾਰ ਜਿਹੜੇ ਕੰਮ ਕਰ ਰਹੀ ਹੈ ਉਹ ਸਿਰੇ ਦੀ ਕਹਾਣੀ ਆ। ਪੰਚਾਇਤ ਮੰਤਰੀ ਨੇ ਕਹਿੰਦੇ ਰੇਡ ਮਾਰਤੀ ਪੰਚਾਇਤੀ ਜ਼ਮੀਨ ਤੇ 29 ਕਿੱਲੇ ਛਡਾ ਲਈ। ਜੀ ਗੱਲ ਸਾਹਿਬ, ਇਹ ਜ਼ਰੂਰ ਚੰਗਾ ਕਦਮ ਹੈ। ਪੰਚਾਇਤ ਮੰਤਰੀ ਔਰ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮੋਹਾਲੀ ਛਾਪਾ ਮਾਰਿਆ ਅੱਜ। ਸਿਸਮਾ ਵਾਲੇ ਫਾਰਮ ਹਾਊਸ ਦੇ ਨਾਲ ਲੱਗਦੀ 29 ਕਿੱਲੇ ਜ਼ਮੀਨ ਆ ਜਿਹੜੀ, ਉਹ ਇੱਕ ਬੜਾ ਵੱਡਾ ਰਸੂਖਵਾਨ ਹੈਗਾ ਜਿਹੜਾ ਉਹ ਦੱਬੀ ਬੈਠਾ ਸੀ। ਔਰ ਸ਼ਿਵਾਲਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ਦੇ ਵਿੱਚ, ਜਿਹਨੂੰ ਨਿਊ ਚੰਡੀਗੜ੍ਹ ਕਹਿੰਦੇ ਨੇ, ਉਂਝ ਤਾਂ ਜੇ ਦੇਖਣਾ ਹੋਵੇ ਇਹ ਮਾਜਰੀ ਬਲਾਕ ਦਾ ਪਿੰਡ ਅਭੀਪੁਰ ਪੈਂਦਾ। ਬਿਲਕੁਲ ਠੀਕ ਹੈ। ਔਰ ਉੱਥੇ ਇਹਨਾਂ ਨੇ ਵਸਾਤਾ ਨਿਊ ਚੰਡੀਗੜ੍ਹ, ਖੋਲਤਾ ਸਿਸਮਾ ਵਾਲਾ ਫਾਰਮ ਹਾਊਸ, ਔਰ ਨਾਲ ਹੀ ਇੱਕ ਜਿਹੜਾ ਏਅਰਪੋਰਟ ਰੋਡ ਜਾਂਦਾ ਉੱਥੇ ਤਸਵੀਰ ਹੋਰਾਂ ਦਾ ਇੱਕ ਖਾਸਾ ਵੱਡਾ ਹੋਟਲ ਬਣਾਤਾ। ਔਰ ਉੱਥੇ ਗਿੱਲ ਸਾਹਿਬ 29 ਏਕੜ ਜ਼ਮੀਨ ਤੋਂ ਕਬਜ਼ਾ ਛਡਾਇਆ। ਸੋ ਇਹ ਪੰਜਾਬ ਦੀ 36000 ਏਕੜ ਤੋਂ ਵੱਧ ਜ਼ਮੀਨ ਆ ਜਿਹੜੀ ਉਹ ਰਸੂਖਵਾਨਾਂ ਨੇ ਉਪਜਾਊ ਰੋਕੀ ਹੋਈ ਆ। ਮੋਹਾਲੀ ਦੇ ਵਿੱਚ ਕਹਿੰਦੇ ਕਹਾਉਂਦੇ, ਮਤਲਬ ਇੱਕ ਸਾਬਕਾ ਮੰਤਰੀ ਹੈ, ਉਹ ਜ਼ਮੀਨ ਦੱਬੀ ਬੈਠਾ। ਹੋਰ ਬਹੁਤ ਸਾਰੇ, ਕਿਸੇ ਦਾ ਜੀਜਾ, ਕਿਸੇ ਦਾ ਸਾਲਾ, ਕਿਸੇ ਦਾ ਭਾਣਜਾ, ਕਿਸੇ ਦਾ ਭਤੀਜਾ, ਉਹ ਜ਼ਮੀਨਾਂ ਦੱਬੀ ਬੈਠੇ ਨੇ। ਸੋ 29 ਏਕੜ ਛਡਵਾਈ ਹੈ, ਚੰਗੀ ਗੱਲ ਹੈ। ਆਸ ਉਮੀਦ ਕਰਾਂਗੇ ਕਿ 29 ਏਕੜ ਹੋਰ ਵੀ ਛਡਵਾਈ ਜਾਵੇ। 1000 ਏਕੜ ਜਿਹੜੀ ਦੱਬੀ ਹੋਈ ਹੈ ਰਸੂਖਵਾਨਾਂ ਨੇ, ਉਹ ਛਡਵਾਈ ਜਾਵੇ। ਨਵਜੋਤ ਸਿੱਧੂ ਨੇ ਵੀ ਪ੍ਰੋੜਤਾ ਕੀਤੀ ਹੈ। ਸੋ ਜੇ ਚੰਗੇ ਕੰਮ ਕਰਨਗੇ ਤਾਂ ਲੋਕ ਜ਼ਰੂਰ ਸਾਥ ਦੇਣਗੇ। ਤਾਂ ਇਸ ਕਰਕੇ ਹੀ ਉਮੀਦ ਹੈ ਇਹਨਾਂ ਤੋਂ ਕਿ ਜਿਹੜੀ ਜ਼ਮੀਨ ਰਸੂਖਵਾਨਾਂ ਨੇ ਦੱਬੀ ਹੋਈ ਹੈ ਉਹ ਜ਼ਰੂਰ ਛਡਵਾਉਣ। ਜੀ
ਮੋਗੇ ਦੇ ਵਿੱਚ ਤੂੜੀ ਬਣਾਉਣ ਵਾਲੀ ਮਸ਼ੀਨ 'ਚ ਜੱਟ ਦਾ ਪੁੱਤ ਆ ਗਿਆ ਜੀ। ਜੀ ਬਹੁਤ ਵੱਡੀ ਮਾੜੀ ਘਟਨਾ ਵਾਪਰੀ ਹੈ ਜੀ। ਇਹ ਇਕਲੌਤਾ ਮੁੰਡਾ ਸੀਗਾ ਔਰ ਤੁਸੀਂ ਇਹ ਦੇਖੋ ਵੀ ਸੀਜ਼ਨ ਵੀ ਬੰਦ ਹੋਣ ਵਾਲਾ ਹੀ ਆ ਗਿੱਲ ਸਾਹਿਬ, ਕਿਸੇ ਦੀ ਤੂੜੀ ਰਹਿੰਦੀ ਆ ਬਣਾਉਣ ਵਾਲੀ, ਪਰ ਐਨ ਅਖੀਰ ਦੇ ਉੱਤੇ ਜਦੋਂ ਥੋੜੀ ਜਿਹੀ ਤੂੜੀ ਰਹਿੰਦੀ ਸੀ ਉਦੋਂ ਇਸ ਤਰੀਕੇ ਦੇ ਨਾਲ ਇੱਕ ਮੁੰਡੇ ਦਾ ਮਾਰਿਆ ਜਾਣਾ ਬੜੀ ਮਾੜੀ ਗੱਲ ਹੈ। ਮੋਗੇ ਜ਼ਿਲ੍ਹੇ ਦੇ ਵਿੱਚ ਧਰਮਕੋਟ ਸਬ ਡਿਵੀਜ਼ਨ ਦੇ ਵਿੱਚ ਪਿੰਡ ਪੈਂਦਾ ਬੱਗੇ ਪਿੰਡ ਦੇ ਨੌਜਵਾਨ ਦੀ ਤੂੜੀ ਬਣਾਉਣ ਵਾਲੇ ਜਿਹੜਾ ਰੀਪਰ ਹੈ ਉਹਦੇ ਚ ਆਉਣ ਕਰਕੇ ਮੌਤ ਹੋਈ ਹੈ। ਮਾਪਿਆਂ ਦਾ ਇਕਲੌਤਾ ਪੁੱਤ ਸੀਗਾ ਔਰ ਗੁਰਚਰਨ ਸਿੰਘ ਦੀ ਤੂੜੀ ਬਣਾਉਣ ਦਾ ਸੀਗਾ ਔਰ ਬਲਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਤੇ ਇਸ ਦੀ ਮੌਤ ਆ ਜਿਹੜੀ ਹੋਈ ਹੈ। 23 ਸਾਲਾਂ ਦੀ ਇਹਦੀ ਉਮਰ ਹੈ, ਇਕਲੌਤਾ ਪੁੱਤ ਸੀਗਾ ਔਰ ਬੜੀ ਮੰਦਭਾਗੀ ਗੱਲ ਜਿਹੜੀ ਇਹ ਵਾਪਰੀ। ਇਸ ਤੋਂ ਇਲਾਵਾ ਗਿੱਲ ਸਾਹਿਬ ਐਕਸੀਡੈਂਟ ਬਹੁਤ ਹੋ ਰਹੇ ਆ। ਫਰੀਦਕੋਟ ਦੇ ਵਿੱਚ ਅੱਜ ਇੱਕ ਐਕਸੀਡੈਂਟ ਹੋਇਆ, 2 ਨੌਜਵਾਨਾਂ ਦੀ ਕਾਰ 'ਚ ਜਾ ਰਹੇ ਸੀ, ਮੌਕੇ ਤੇ ਮੌਤ ਹੋ ਗਈ। ਸੋ ਇਹ ਘਟਨਾਵਾਂ ਵੀ ਲਗਾਤਾਰ ਵਾਪਰ ਰਹੀਆਂ ਨੇ ਜੀ। ਸੈਣੀ ਦਾ ਜਦ ਨਾਂ ਪੜ੍ਹਦੇ ਆ ਬੰਦੇ ਜਦੇ ਕਹਿੰਦੇ ਹੋ ਗਈ ਫਿਰ ਜ਼ਮਾਨਤ ਅਗਾਊਂ, ਹੁਣ ਕਿਹਦੇ 'ਚ ਹੋਈ ਅਗਾਊਂ ਜ਼ਮਾਨਤ? ਜੀ ਗਿੱਲ ਸਾਹਿਬ ਦੇਖੋ, ਸਮੇਤ ਸਿੰਘ ਸੈਣੀ ਦੀ ਜਿਹੜੀ ਅਗਾਊਂ ਜ਼ਮਾਨਤ ਹੋਈ ਆ ਉਹ ਕੋਠੀ ਵਾਲਾ ਜਿਹੜਾ ਮਸਲਾ ਜਿਹਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਵੀ ਕੀਤਾ 2 ਦਿਨ ਪਹਿਲਾਂ ਕਿ ਮੋਹਾਲੀ ਦੀ ਅਦਾਲਤ ਨੇ ਉਹਦੀ ਜ਼ਮਾਨਤ ਦੀ ਅਰਜ਼ੀ ਖਾਰਜ ਕਰਤੀ। ਇੱਕ ਬੜੇ ਪੌਸ਼ ਏਰੀਏ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਉਹਨੇ ਕੋਠੀ ਜਿਹੜੀ ਆ ਉਹ ਖਰੀਦੀ ਸੀ ਔਰ ਉਹ ਕੋਠੀ ਦੇ ਲਈ ਪੈਸਾ ਕਿੱਥੋਂ ਆਇਆ, ਕਿੱਥੋਂ ਇਕੱਠਾ ਕੀਤਾ, ਉਹ ਸਾਰਾ ਮਸਲਾ ਜਿਹੜਾ ਚਰਚਾ ਦਾ ਵਿਸ਼ਾ ਸੀ। ਉਹਦੇ 'ਚ ਵਿਜੀਲੈਂਸ ਵਾਲੇ ਨੇ ਕਿਹਾ ਸੀ ਕਿ ਸਾਨੂੰ ਇਹਨੂੰ ਹਿਰਾਸਤ 'ਚ ਲੈ ਕੇ ਇਹਦੀ ਪੁੱਛਗਿੱਛ ਕਰਨੀ ਆ ਔਰ ਪਿਛਲੇ ਸਾਲ 18 ਅਗਸਤ ਨੂੰ ਰਾਤ ਨੂੰ 8 ਵਜੇ ਦੇ ਕਰੀਬ ਜਾਂਚ 'ਚ ਸ਼ਾਮਲ ਹੋਣ ਆਇਆ ਸੀ। ਉਦੋਂ ਇਹਨੂੰ ਅਰੈਸਟ ਵੀ ਕੀਤਾ ਸੀ, ਲੇਕਿਨ ਉਸ ਤੋਂ ਬਾਅਦ ਫਿਰ ਜ਼ਮਾਨਤ ਦੇ ਉੱਤੇ ਰਿਹਾ ਹੋ ਗਿਆ ਸੀ। ਤਾਂ ਹੁਣ ਜਦੋਂ ਮੋਹਾਲੀ ਦੀ ਅਦਾਲਤ ਨੇ ਇਹਦੀ ਜ਼ਮਾਨਤ ਦੀ ਅਰਜ਼ੀ ਖਾਰਜ ਕੀਤੀ ਸੀ ਤਾਂ ਇਹਨੇ ਹਾਈ ਕੋਰਟ ਦਾ ਬੂਹਾ ਜਾ ਖੜਕਾਇਆ ਔਰ ਹਾਈ ਕੋਰਟ ਦੇ ਵਿੱਚੋਂ ਅੱਜ ਇਹਨੂੰ ਬਹੁਤ ਵੱਡੀ ਰਾਹਤ ਮਿਲੀ ਆ। ਹਾਈ ਕੋਰਟ ਨੇ ਉਸ ਕੋਠੀ ਵਾਲੇ ਮਸਲੇ ਦੇ ਵਿੱਚ ਇਹਦੀ ਜ਼ਮਾਨਤ ਆ ਗਈ ਜਿਹੜੀ ਉਹ ਮਨਜ਼ੂਰ ਕਰ ਲਈ ਆ। ਇਸ ਤੋਂ ਇਲਾਵਾ ਗਿੱਲ ਸਾਹਿਬ ਇੱਕ ਹੋਰ ਵਿਸ਼ਾ ਚਰਚਾ ਦਾ ਬਣਿਆ ਹੋਇਆ ਕਿ ਸੱਜਣ ਕੁਮਾਰ ਨੂੰ ਦੂਰੇ ਕੇਸ ਦੇ ਕਤਲ ਦੇ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ। ਹੁਣ ਇਹ ਮਸਲਾ ਬਹੁਤ ਚਰਚਾ 'ਚ ਹੈ ਕਿਉਂਕਿ 1984 ਦੇ ਸਿੱਖ ਕਤਲੇਆਮ ਦੇ ਦੌਰਾਨ 2 ਸਿੱਖਾਂ ਨੂੰ ਜਿਉਂਦੇ ਸਾੜ ਕੇ ਕਤਲ ਦੇ ਮਾਮਲੇ ਦੇ ਵਿੱਚ ਥਾਣਾ ਸਰਸਵਤੀ ਵਿਹਾਰ ਵਿਖੇ ਇੱਕ FIR ਦਰਜ ਹੋਈ ਸੀ 458/91। ਉਹਦੇ 'ਚ ਸੱਜਣ ਕੁਮਾਰ ਨੂੰ ਜਿਹੜੀ ਆ ਉਹ ਅੱਜ ਚੁੱਪ ਚਪੀਤੇ ਹੀ ਦਿੱਲੀ ਦੀ ਰਾਊਜ਼ ਐਵੀਨਿਊ ਕੋਰਟ ਤੋਂ ਪੱਕੀ ਜ਼ਮਾਨਤ ਮਿਲ ਗਈ ਔਰ ਇਹ ਮਸਲਾ ਬਹੁਤ ਭਰ ਗਿਆ ਔਰ ਇਹ ਮਸਲੇ ਦੇ ਵਿੱਚ ਗਿੱਲ ਸਾਹਿਬ ਹੁਣ ਪਤਾ ਇਹ ਲੱਗ ਰਿਹਾ ਗਾ ਜੋ ਖੁਲਾਸਾ ਗਾ ਜਿਹੜਾ ਉਹ ਕਿਉਂਕਿ ਆਪ ਹੀ ਦਿੱਲੀ ਕਮੇਟੀ ਵਾਲੇ ਕਰ ਰਹੇ ਨੇ। ਮਨਜੀਤ ਸਿੰਘ ਜੀਕੇ ਜਿਹੜੇ ਦਿੱਲੀ ਕਮੇਟੀ ਦੇ ਪਹਿਲਾਂ ਪ੍ਰਧਾਨ ਰਹੇ ਨੇ, ਉਹਨਾਂ ਨੇ ਸਵਾਲ ਖੜਾ ਕੀਤਾ। ਜੀਕੇ ਨੇ ਕਿਹਾ ਕਿ ਸਰਕਾਰ ਦੀ ਝੋਲੀ ਦੇ ਵਿੱਚ ਤੁਸੀਂ ਸੌਦੇ ਕਰਨ ਲਈ ਬੈਠੇ ਹੋ ਜਾਂ ਕੌਮ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ। ਉਹਨੇ ਕਿਹਾ ਗਾ ਕਿ ਉੱਥੇ ਵਕੀਲ ਨੇ ਇਸ ਕੇਸ ਦੀ ਜ਼ਿਰਾ ਕਿਉਂ ਨਹੀਂ ਕੀਤੀ ਸਮਾਰ ਕੇ। ਜੀਕੇ ਨੇ ਖੁਲਾਸਾ ਕੀਤਾ ਗਾ ਕਿ ਪਹਿਲਾਂ 5 ਤਰੀਕਾਂ ਹੋਈਆਂ, 22 ਫਰਵਰੀ, 9 ਮਾਰਚ, 29 ਮਾਰਚ, 19 ਅਪ੍ਰੈਲ, 27 ਅਪ੍ਰੈਲ। ਸ਼ਿਕਾਇਤਕਰਤਾ ਦੇ ਵਕੀਲ ਨੇ ਜਿਹੜੇ ਗੁਰਬਖਸ਼ ਸਿੰਘ ਉਹ ਪੇਸ਼ ਹੀ ਨਹੀਂ ਹੋਏ ਤੇ ਨਾ ਹੀ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਜੀ ਨੇ ਜਿਹੜੇ ਉਹਨਾਂ ਨੇ ਹਾਜ਼ਰੀ ਲੱਗੀ ਆ ਉੱਥੇ। ਉਹ ਮਸਲਾ ਬੜਾ ਗੰਭੀਰ ਬਣ ਗਿਆ ਜੀ। ਅੱਛਾ ਪਤੀ ਸਾਹਿਬ ਇੱਕ ਦੱਸਿਓ ਜੀ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਵਿਦਿਆਰਥਣ ਫੜੀ ਹੈ ਬਈ ਤਸਕਰੀ ਕਰਦੀ। ਬਿਲਕੁਲ ਜੀ ਗਿੱਲ ਸਾਹਿਬ, ਇਹ ਪਤਾ ਲੱਗਿਆ ਵੀ ਇਹ ਲੜਕੀ ਕੋਟਪੂਰਾ ਏਰੀਏ ਦੀ ਆ, ਇੱਕ ਆਮ ਕਿਸਾਨ ਦੀ ਧੀ ਆ ਔਰ ਅੰਮ੍ਰਿਤਸਰ ਸਾਹਿਬ ਦੇ ਇੱਕ ਨਾਮੀ ਕਾਲਜ ਦੇ ਵਿੱਚ MSc ਕਰਦੀ ਆ। ਇਹ ਲੜਕੀ ਪੜ੍ਹਦੀ ਸੀ ਅੰਮ੍ਰਿਤਸਰ ਸਾਹਿਬ। ਇਹਦਾ ਸੰਬੰਧ ਕਿਤੇ ਮੁੰਡਿਆਂ ਦੇ ਨਾਲ ਇਹਦੀ ਜਾਣ ਪਛਾਣ ਹੋ ਗਈ ਕਾਲਜ ਦੇ ਵਿੱਚ। ਉਹ ਦੋਨੇ ਮੁੰਡੇ ਬਾਰਡਰ ਏਰੀਏ ਦੇ ਦੱਸੇ ਜਾਂਦੇ ਨੇ। ਪਾਕਿਸਤਾਨ ਦੀ ਸਰਹੱਦ ਨੇੜੇ ਪਿੰਡ ਪੈਂਦਾ ਮਹਾਵਾ ਦੇ ਰਹਿਣ ਵਾਲੇ 2 ਮੁੰਡੇ, ਉਹਨਾਂ ਨਾਲ ਰਲ ਕੇ ਕੁੜੀ ਆ ਜਿਹੜੀ ਉਹ ਤਸਕਰੀ ਕਰਨ ਲੱਗ ਔਰ ਕਾਲਜ ਦੇ ਵਿੱਚ ਪੜ੍ਹਦੇ ਰਹੇ ਤੇ ਬੜੀ ਸੇਫ ਗੇਮ ਦੇ ਨਾਲ ਇਹ ਤਸਕਰੀ ਕਰਦੇ ਸੀ ਕਹਿੰਦੇ, ਜੋ ਪੁਲਿਸ ਦਾ ਦਾਅਵਾ ਗਾ। ਔਰ ਹੁਣ ਪਤਾ ਲੱਗਿਆ ਪੁਲਿਸ ਨੇ ਕਿ ਕੋਟਕਪੂਰੇ ਦੇ ਵਿੱਚ ਪੜ੍ਹ ਰਹੀ, ਹਾਲਾਂਕਿ ਇਸ ਕੁੜੀ ਦੀ ਇੱਕ ਸਿਸਟਰ ਕੈਨੇਡਾ ਦੇ ਵਿੱਚ ਵੀ ਆ, ਕਿ ਇਹ ਕਿਸੇ ਨੂੰ 6 ਕਿਲੋ ਹੈਰੋਇਨ ਆ ਜਿਹੜੀ ਉਹਦੀ ਖੇਪ ਪਹੁੰਚਾਉਣ ਜਾ ਰਹੇ ਸੀ ਔਰ ਰਸਤੇ ਦੇ ਵਿੱਚ ਇੱਕ ਲਗਜ਼ਰੀ ਗੱਡੀ ਦੇ ਵਿੱਚੋਂ ਇਹਨਾਂ ਤਿੰਨਾਂ ਨੂੰ, ਦੋਨੇ ਉਹ ਮੁੰਡੇ ਤੇ ਤੀਜੀ ਇਹ ਕੁੜੀ, ਤਿੰਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ। 30 ਕਰੋੜ ਦੇ ਲਗਭਗ ਕੀਮਤ ਦੀ ਜਿਹੜੀ ਇਹ ਹੈਰੋਇਨ ਆ ਉਹ ਦੱਸੀ ਜਾ ਰਹੀ ਆ। ਸੋ ਪੰਜਾਬ ਦੇ ਵਿੱਚ ਗਿੱਲ ਸਾਹਿਬ ਨਸ਼ੇ ਕਿਸ ਤਰੀਕੇ ਦੇ ਨਾਲ ਕਾਲਜਾਂ ਦੇ ਵਿਦਿਆਰਥੀਆਂ ਤੱਕ ਜਾ ਪਹੁੰਚੇ ਨੇ ਔਰ ਪੈਸੇ ਦੀ ਇਹ ਖੇਡ ਆ ਜਿਹੜੀ ਉਹਦੇ ਵਿੱਚ ਆਮ ਘਰਾਂ ਦੇ ਧੀਆਂ ਪੁੱਤ, ਕਾਲਜਾਂ ਦੇ ਵਿਦਿਆਰਥੀ ਜਿਹੜੇ ਚੰਗੇਰੀ ਪੜ੍ਹਾਈ ਦੇ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਐਡਮਿਸ਼ਨਾਂ ਲੈਂਦੇ ਨੇ, ਉਹ ਇਨਵੋਲਵ ਹੋ ਰਹੇ ਨੇ। ਸੋ ਇਹ ਮਸਲਾ ਗਾ ਜਿਹੜਾ ਸਰਕਾਰ ਦੇ ਲਈ ਬੜਾ ਸੋਚਣ ਸਮਝਣ ਦਾ ਮਸਲਾ ਗਾ
ਪੰਜਾਬ ਦੀਆਂ ਜੜ੍ਹਾਂ 'ਚ ਚਿੱਟੇ ਵਰਗੇ ਨਸ਼ੇ ਨੇ ਜਿਹੜੇ ਉਹਨਾਂ ਨੇ ਪੈਰ ਲਾ ਲਏ ਜੀ। ਔਰ ਅੱਜ ਦਿੱਲੀ ਦੇ ਵਿੱਚ ਵੀ ਇੱਕ ਬਹੁਤ ਵੱਡੀ ਖੇਪ ਫੜੀ ਹੈ ਗਿੱਲ ਸਾਹਿਬ। ਸ਼ਹੀਨ ਬਾਗ ਦਿੱਲੀ ਦੇ ਏਰੀਏ ਦੇ ਵਿੱਚੋਂ ਜਿਹੜਾ ਉਹ ਸੈਂਕੜੇ ਕਰੋੜਾਂ ਰੁਪਏ ਦੀ ਜਿਹੜੀ ਬੜੀ ਵੱਡੀ ਖੇਪ ਨਸ਼ਿਆਂ ਦੀ ਬਰਾਮਦ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ ਜੀ। ਅੱਛਾ ਜੀ, ਪਿੱਛੇ ਪਹਿਲੀ ਸਰਕਾਰ ਵੇਲੇ ਜਿਹੜੇ ਭਰਤੀ ਹੋਏ ਸੀ ਸਰਕਾਰੀ ਮੁਲਾਜ਼ਮ ਪੰਜਾਬ ਦੇ, ਉਹਨਾਂ ਦੀ ਜਾਂਚ ਸ਼ੁਰੂ ਕਰੇਗੀ ਹੁਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ? ਹਾਂਜੀ ਗਿੱਲ ਸਾਹਿਬ, ਇਹਦੇ 'ਚ ਨਾ ਕੁਝ ਖੁਲਾਸੇ ਹੋਏ ਨੇ। ਵੈਸੇ ਤਾਂ ਦੇਖੋ ਜਿਹੜੀ ਕਰਪਸ਼ਨ ਹੈਗੀ ਉਹ ਹੁਣ ਤੱਕ ਚੱਲੀ ਹੋਈ ਹੈ। ਜਿੰਨੀਆਂ ਮਰਜ਼ੀ ਭਰਤੀਆਂ ਖੋਲ ਲੈਣ, ਜਿਹੜੀ ਮਰਜ਼ੀ ਭਰਤੀ ਖੋਲ ਲੈਣ, ਉਹਦੇ ਵਿੱਚੋਂ ਖੁਲਾਸੇ ਹੋ ਜਾਣਗੇ ਕਿ ਆਹ ਇਸ ਤਰੀਕੇ ਨਾਲ ਭਰਤੀ ਕੀਤੇ, ਇਸ ਤਰੀਕੇ ਨਾਲ ਭਰਤੀ ਕੀਤੇ। ਆਹ ਹਰਿਆਣੇ 'ਚ ਮਸਲਾ ਖੁੱਲਿਆ ਸੀ, ਚਟਾਲੇ ਕਰਕੇ ਜੇਲ੍ਹ 'ਚ ਨਹੀਂ ਸੀ ਨਿਕਲੇ, ਉਹ ਵੀ ਭਰਤੀਆਂ ਤੇ ਘਟਾਲਿਆਂ ਦਾ ਮਸਲਾ ਸੀ। ਲੇਕਿਨ ਹੁਣ ਕੁਝ ਤੱਥ ਨੇ ਜਿਹੜੇ ਉਹ ਸਾਹਮਣੇ ਆ ਰਹੇ। ਤੱਥ ਇਹ ਸਾਹਮਣੇ ਆ ਰਹੇ ਨੇ ਕਿ ਪਿਛਲੀ ਸਰਕਾਰ ਨੇ ਜਿਹੜੀ ਕਾਂਗਰਸ ਦੀ ਸੀ, ਪੰਜਾਬ ਵਿਧਾਨ ਸਭਾ 'ਚ ਮੁਲਾਜ਼ਮ ਭਰਤੀ ਕੀਤੇ, ਕਿਉਂਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਮੁਲਾਜ਼ਮਾਂ ਦੀ ਲੋੜ ਰਹਿੰਦੀ ਆ। ਔਰ ਉੱਥੇ ਜਿਹੜੇ ਮੁਲਾਜ਼ਮ ਭਰਤੀ ਕੀਤੇ ਸੀ ਉਹਨਾਂ 'ਚੋਂ ਜ਼ਿਆਦਾਤਰ ਸਿਫਾਰਸ਼ੀ ਸੀ। ਔਰ ਉਹ ਕਿਸੇ ਦਾ ਕੋਈ ਰਿਸ਼ਤੇਦਾਰ ਹੈ, ਕਿਸੇ ਨੇ ਗਾਹਾਂ ਦੀ ਗਾਹਾਂ ਕੋਈ ਲਵਾਇਆ, ਸਿਫਾਰਸ਼ ਦੇ ਉੱਤੇ ਲੱਗੇ ਹੋਏ ਨੇ। ਔਰ ਉਹਦੇ ਵਿੱਚ ਗਿੱਲ ਸਾਹਿਬ ਸਾਰੇ ਫੈਕਟ ਆ ਗਏ ਕਿਹਦੀ ਸਿਫਾਰਸ਼ ਤੇ ਕਿੰਨੇ ਲੱਗੇ ਹੋਏ ਨੇ। ਜਿਹੜਾ ਤਾਂ ਪੰਜਾਬ ਵਿਧਾਨ ਸਭਾ ਦਾ ਸਪੀਕਰ KP ਸਾਹਿਬ, ਉਹਨਾਂ ਦੀ ਸਿਫਾਰਸ਼ ਦੇ ਉੱਤੇ 60 ਦੇ ਲਗਭਗ ਕਲਰਕ ਲਾਏ ਨੇ ਇਹਨਾਂ ਨੇ ਪਿਛਲੇ 50 ਸਾਲਾਂ 'ਚ। ਅੱਛਾ। ਰਾਜਾ ਵੜਿੰਗ ਜਿਹੜਾ ਕਾਂਗਰਸ ਦਾ ਹੁਣ ਪ੍ਰਧਾਨ ਆ, ਉਹਦੀ ਸਿਫਾਰਸ਼ ਤੇ ਵੀ ਇੱਕ ਬੰਦਾ ਲੱਗਿਆ। ਮਨਪ੍ਰੀਤ ਬਾਦਲ ਦੀ ਸਿਫਾਰਸ਼ ਤੇ ਵੀ 5-4 ਬੰਦੇ ਲੱਗੇ ਹੋਏ ਨੇ ਉੱਥੇ। ਇਸ ਤੋਂ ਇਲਾਵਾ ਹੋਰ ਇਹਨਾਂ ਦੇ ਮਤਲਬ ਕਈ ਲੀਡਰ ਨੇ ਜਿਹੜੇ ਕਾਂਗਰਸ ਦੇ, ਉਹਨਾਂ ਦੀਆਂ ਸਿਫਾਰਸ਼ਾਂ ਦੇ ਉੱਤੇ ਕਲਰਕ ਜਾਂ ਕੋਈ ਸਟੈਨੋ ਉਹ ਭਰਤੀ ਜਿਹੜੇ ਕੀਤੇ ਹੋਏ ਨੇ। ਤਾਂ ਹੁਣ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲੇ ਮਸਲਾ ਪਹੁੰਚ ਗਿਆ, ਕੁਲਤਾਰ ਸਿੰਘ ਸੰਧਵਾਂ ਹੋਰਾਂ ਦੇ ਕੋਲੇ। ਉਹਨਾਂ ਦੀ ਆਪਦੀ ਪਾਰਟੀ ਦੇ ਵਰਕਰਾਂ ਨੇ ਪਹੁੰਚਾਇਆ ਤੱਥਾਂ ਸਮੇਤ, ਕਿਹਾ ਦੇਖੋ ਜੀ ਐਵੇਂ ਭਰਤੀ ਹੋਇਆ, ਇਹਦਾ ਨੇੜਲਾ ਇਹਦਾ ਰਿਸ਼ਤੇਦਾਰ ਹੈ। ਹੁਣ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈਗਾ ਕਿ ਅਸੀਂ ਇਸ ਮਸਲੇ ਦੀ ਜਾਂਚ ਕਰਵਾਵਾਂਗੇ। ਉਹ ਬਣਦਾ ਵੀ ਹੈ ਜੀ, ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿੱਤਰ ਕੇ ਆਉਣਾ ਚਾਹੀਦਾ। ਔਰ ਜਿਹੜੇ ਰਸੂਖਵਾਨਾਂ ਨੇ ਭਰਤੀ ਕਰਾਏ ਨੇ ਉਹਨਾਂ ਦੇ ਨਾਂ ਵੀ ਆਉਣੇ ਚਾਹੀਦੇ ਨੇ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਦਿੱਲੀ ਵਾਲਾ ਦਫ਼ਤਰ ਕੌਣ ਘੇਰੀ ਜਾ ਰਿਹਾ ਜੀ? ਗਿੱਲ ਸਾਹਿਬ, ਇਹਨਾਂ ਨਾਲ ਤਾਂ ਵਾਹਵਾ ਮਾੜੀ ਹੋਈ। ਦਿੱਲੀ ਵਾਲਾ ਦਫ਼ਤਰ ਵੀ ਇਹਨਾਂ ਦਾ ਗਿਆ, ਇਹਨਾਂ ਦੀ ਦਿੱਲੀ ਦੀ ਸਾਰੀ ਕਮੇਟੀ ਵੀ ਗਈ ਅਸਲ ਦੇ ਵਿੱਚ। ਮਨਜਿੰਦਰ ਸਿੰਘ ਸਿਰਸਾ ਹੀ ਇਹਨਾਂ ਦਾ ਵੱਡਾ ਲੀਡਰ ਸੀ। ਅਸਲ 'ਚ ਇਹਨਾਂ ਨਾਲ ਹੋਈ ਤਾਂ ਗਿੱਲ ਸਾਹਿਬ ਸ਼ੁਰੂ ਤੋਂ ਮਾੜੀ ਆ। ਸੁਖਬੀਰ ਬਾਦਲ ਹੋਰੀ ਇਹ ਸੋਚਦੇ ਸੀਗੇ ਕਿ ਨਾਰਥ ਇੰਡੀਆ ਦੇ ਵੱਡੇ ਕਈ ਸੂਬਿਆਂ ਦੇ ਵਿੱਚ ਸਾਡੀਆਂ ਜੜ੍ਹਾਂ ਲੱਗ ਸਕਦੀਆਂ, ਕਿਉਂਕਿ ਉੱਥੇ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰੇ ਦੇ ਲੋਕ ਨੇ ਉੱਥੇ। ਔਰ ਇਹ BJP ਵਾਲਿਆਂ ਨੂੰ ਕਹਿੰਦੇ ਹੁੰਦੇ ਸੀ ਵੀ ਪੰਜਾਬ ਦੇ ਵਿੱਚ ਤਾਂ ਸਾਡੀ ਸਰਕਾਰ ਬਣਨੀ ਆ, ਸਾਨੂੰ ਕੁਛ ਸੀਟਾਂ ਹਰਿਆਣੇ 'ਚ ਦਿਓ, ਕੁਛ ਦਿੱਲੀ 'ਚ ਦਿਓ, ਕੁਛ UP 'ਚ ਦਿਓ, ਕੁਛ ਉੱਤਰਾਖੰਡ 'ਚ ਦਿਓ, ਨਾਰਥ ਇੰਡੀਆ 'ਚ ਸਾਡੇ ਨਾਲ ਪੱਕਾ ਅਲਾਈਅੰਸ ਕਰ ਲਓ। BJP ਵਾਲੇ ਵੀ ਕਦੇ ਕਦੇ ਤਾਂ ਕਹਿੰਦੇ ਡਰਦੇ ਹੁੰਦੇ ਸੀ ਵੀ ਇਹ ਕਿਤੇ ਜੇ ਲੱਗ ਹੋ ਕੇ ਸਿੱਖ ਵੋਟ ਸਭ ਤੋਂ ਦੂਰ ਨਾ ਚਲਿਆ ਜਾਵੇ। ਬਾਕੀ ਆਪਾਂ ਦੇਖਿਆ ਵੀ ਆ ਵੀ ਬਲਵੰਤ ਸਿੰਘ ਰਾਮੂ ਵਾਲਿਆਂ ਨੂੰ ਥਾਪੀ ਦੇ ਕੇ ਤੋਰਤਾ ਸੀ ਵੀ ਜਾਓ ਜੀ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਆਪਣੀ ਪਾਰਟੀ ਖੜੀ ਕਰੋ, ਆਪਾਂ BJP ਤੋਂ ਵੱਧ ਸੀਟਾਂ ਲਵਾਂਗੇ। ਤੇ ਪਤਾ ਉਦੋਂ ਲੱਗਿਆ ਜਦੋਂ ਪਾਰਟੀ ਦਾ ਕੀ ਖੜੀ ਕਰਦੀ ਸੀ, ਉਹ ਵੀ ਸਹੁੰ ਚੱਕੀ ਜਾਂਦੀ ਸੀ ਉੱਥੇ ਸਮਾਜਵਾਦੀ ਪਾਰਟੀ ਦੇ ਵੱਲੋਂ ਮੰਤਰੀ ਦੀ। ਤਾਂ ਨਾ ਦਿੱਲੀ 'ਚ ਵੀ ਇਹਨਾਂ ਨਾਲ ਇੰਨੀ ਹੋਇਆ। ਮਨਜਿੰਦਰ ਸਿੰਘ ਸਿਰਸਾ ਨੂੰ ਸ਼ਿੰਗਾਰਿਆ, MLA ਦੀ ਚੋਣ ਵੀ ਲੜਾਈ ਦਿੱਲੀ ਪ੍ਰਧਾਨ ਹੁੰਦਿਆਂ। BJP ਵਾਲੇ ਕਹਿੰਦੇ ਵੀ MLA ਬਣਾ ਦਾਂਗੇ, ਕਮਲ ਦੇ ਫੁੱਲ ਤੇ ਚੋਣ ਲੜਾਓ। ਇਹਨਾਂ ਨੇ ਮਨਜਿੰਦਰ ਸਿਰਸੇ ਨੂੰ ਜਦੋਂ ਕਮਲ ਦੇ ਫੁੱਲ ਤੇ ਚੋਣ ਲੜਾਈ, ਅੱਧਾ ਭਾਜਪਾ ਵਾਲਾ ਤਾਂ ਉਹ ਉਦਾਂ ਹੀ ਬਣ ਗਿਆ। ਉਦੋਂ ਬਾਅਦ ਮਨਜਿੰਦਰ ਸਿੰਘ ਸਿਰਸਾ BJP 'ਚ ਕੀ ਗਿਆ, ਲਾਈਨ ਲੱਗ ਗਈ ਮਗਰ। ਇਹਨਾਂ ਦੀ ਪਾਰਟੀ ਦੇ ਜਿੰਨੇ ਵੱਡੇ ਲੀਡਰ ਸੀ ਦਿੱਲੀ ਦੇ, ਉਹਨਾਂ ਦੇ ਵਿੱਚੋਂ 99% ਜਿਹੜੇ ਇਹਨਾਂ ਦੀ ਪਾਰਟੀ ਛੱਡ ਗਏ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਬਾਦਲ ਦਲ ਦੇ ਬੰਦੇ ਜਿੱਤੇ ਹੋਏ ਸੀ, ਉਹ ਇਹਨਾਂ ਨੂੰ ਛੱਡ ਗਏ। ਹੁਣ ਇਹਨਾਂ ਨੇ ਉਦੋਂ ਵੀ ਮਾੜੀ ਇਹ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਉੱਥੇ ਦਫ਼ਤਰ ਹੈ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਕੰਪਲੈਕਸ ਦੇ ਵਿੱਚ। ਉਹ ਦਫ਼ਤਰ ਦੇ ਉੱਤੇ ਹੁਣ ਜਿਹੜੇ ਇਹਨਾਂ ਦੇ ਬਾਗੀ ਹੋਏ ਅਕਾਲੀ ਨੇ, ਜਿਹੜੇ ਇਹਨਾਂ ਦੀ ਪਾਰਟੀ ਨੂੰ ਛੱਡ ਗਏ, ਉਹਨਾਂ ਨੇ ਕਬਜ਼ਾ ਕਰ ਲਿਆ। ਹੁਣ ਅੱਜ ਇਹਨਾਂ ਨੇ, ਕਿਉਂਕਿ ਦਿੱਲੀ ਤੋਂ ਤਾਂ ਇਹਨਾਂ ਨਾਲ ਹੁਣ ਹੈ ਨਹੀਂ ਵਾਲੇ ਬੰਦੇ, ਅੱਜ ਬਾਦਲ ਸਾਹਿਬ ਨੇ ਉੱਥੇ ਪਾਰਟੀ ਦੀ ਟੀਮ ਭੇਜੀ। ਬਲਵਿੰਦਰ ਸਿੰਘ ਭੂੰਦੜ, ਮਹੇਸ਼ਿੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਡਾਕਟਰ ਦਲਜੀਤ ਸਿੰਘ ਚੀਮਾ, ਸਰਜੀਤ ਸਿੰਘ ਰੱਖੜਾ, ਬਿਰਸਾ ਸਿੰਘ ਵਲਟੋਹਾ, ਬੀਬੀ ਰਣਜੀਤ ਕੌਰ, ਇੱਕ ਵਫਦ ਭੇਜਿਆ। ਉਹਨੇ ਜਾ ਕੇ ਹੁਣ ਉੱਥੇ ਪੁਲਿਸ ਨੂੰ ਸ਼ਿਕਾਇਤ ਕੀਤੀ ਆ ਵੀ ਸਾਡਾ ਜਿਹੜਾ ਪਾਰਟੀ ਦਾ ਦਫ਼ਤਰ ਆ, ਉਹਨੂੰ ਇਹ ਬੰਦੇ ਨੇ ਜਿਹੜੇ ਉਹ ਕਬਜ਼ਾ ਕਰ ਰਹੇ ਨੇ। ਦੇਖੋ ਇਹਨਾਂ ਦੀ ਨੀਅਤ ਇਹ ਹੈ ਔਰ ਸਾਨੂੰ ਇਹ ਦਫ਼ਤਰ ਮਿਲਣਾ ਚਾਹੀਦਾ। ਤਾਂ ਹੁਣ ਮਸਲਾ ਦੇਖੋ ਪੁਲਿਸ ਕੋਲੇ ਚਲਿਆ ਗਿਆ। ਸੋ ਇਸ ਤਰ੍ਹਾਂ ਦੀ ਹਾਲਤ ਬਣੀ ਹੋਈ ਹੈ ਦਿੱਲੀ ਦੇ ਵਿੱਚ ਜੀ।
ਅਖੀਰਲੀ ਗੱਲ ਇਹ ਸੁਣਾਇਓ ਬਈ ਆੜ੍ਹਤੀਆਂ ਦੀ ਜਿਹੜੀਆਂ ਗੱਦੀਆਂ ਚਿੱਟੀਆਂ ਉਹ ਤਾਂ ਬਦਲੀਆਂ ਨਹੀਂ ਕਦੇ ਵੀ। ਲੜਾਈ ਜੱਟਾਂ ਦੀ ਹੁੰਦੀ, ਦੋਨੇ ਪਾਸੇ ਵਿਆਜ ਤੇ ਪੈਸੇ ਦਿੰਦੇ। ਕਹਿੰਦੇ ਹੁਣ ਆਪ ਖੜਕ ਗਈ, ਗੋਲੀਆਂ ਚੱਲ ਗਈਆਂ ਮਮਦੋਟ। ਜੀ ਗਿੱਲ ਸਾਹਿਬ, ਮਮਦੋਟ ਦੇ ਵਿੱਚ ਅੱਜ ਆੜ੍ਹਤੀਆਂ ਦੇ 2 ਧੜਿਆਂ ਦੇ ਵਿੱਚ ਗੋਲੀ ਆ ਜਿਹੜੀ ਚੱਲੀ ਆ, ਉਹਦੇ 'ਚ ਮੌਤ ਵੀ ਹੋਈ ਆ। ਸੋ ਇਹ ਬੜੀ ਮੰਦਭਾਗੀ ਗੱਲ ਹੈ ਜੀ। ਅਸਲ 'ਚ ਤਾਂ ਗੋਲੀਆਂ ਤਾਂ ਹਰ ਰੋਜ਼ ਹੀ ਚੱਲਦੀਆਂ ਨੇ। ਹਰ ਰੋਜ਼ ਪੰਜਾਬ ਦੇ ਜਿਹੜੇ ਧੀਆਂ ਪੁੱਤ ਨੇ ਉਹ ਗੋਲੀਆਂ ਦੇ ਨਾਲ ਮਾਰੇ ਜਾ ਰਹੇ ਨੇ, ਪਰ ਆੜ੍ਹਤੀਆਂ ਦੇ ਵਿੱਚ ਗੋਲੀ ਚੱਲਣੀ ਇਹ ਬੜਾ ਵੱਡਾ ਮਸਲਾ ਦਰਅਸਲ ਇਹ ਹੋਇਆ ਕਿ ਥਾਣਾ ਮਮਦੋਟ ਅਧੀਨ ਪਿੰਡ ਪੈਂਦਾ ਟਿੱਬੀ ਕਲਾਂ। ਟਿੱਬੀ ਕਲਾਂ ਦੀ ਦਾਣਾ ਮੰਡੀ ਦੇ ਵਿੱਚ ਲੇਬਰ ਨੂੰ ਲੈ ਕੇ 2 ਆੜ੍ਹਤੀਆਂ ਦੇ ਧੜੇ ਆਪਸ ਦੇ ਵਿੱਚ ਲੜੇ ਤਾਂ ਗੋਲੀ ਚੱਲ ਗਈ ਜੀ ਇੱਕ ਦੂਜੇ ਦੇ ਖਿਲਾਫ। ਟਿੱਬੀ ਖੁਰਦ ਮੰਡੀ ਦੇ ਵਿੱਚ ਜਿਹੜੀ ਇਹ ਲੜਾਈ ਹੋਈ ਔਰ ਉਹਨੂੰ ਨਿਪਟਾਉਣ ਦੇ ਲਈ ਪੰਚਾਇਤ ਵੀ ਹੋਈ, ਤਕਰਾਰ ਵੀ ਹੋਈ, ਫਾਇਰਿੰਗ ਵੀ ਹੋਈ। ਉਹਦੇ 'ਚ ਇੱਕ ਆੜ੍ਹਤੀਆ ਧਿਰ ਦੇ ਵਿਅਕਤੀ ਦੀ ਜਿਹੜੀ ਮੌਤ ਹੋਈ ਹੈ, ਦੂਜੀ ਧਿਰ ਦੇ ਵਿੱਚੋਂ ਗੋਲੀ ਵੱਜਣ ਕਰਕੇ ਇੱਕ ਆੜ੍ਹਤੀਆ ਹੈਗਾ ਜਿਹੜਾ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ। ਜੀ ਗਿੱਲ ਸਾਹਿਬ, ਧੰਨਵਾਦ ਜੀ। ਤੇ ਕੱਲ ਫੇਰ ਸਵੇਰੇ ਗੱਲਬਾਤ ਹੋਏਗੀ, ਮੁਲਾਕਾਤੀ। ਅੱਜ ਵੀਰਵਾਰ ਹੋ ਗਿਆ, ਹਫ਼ਤਾ ਚੜ੍ਹਦਾ ਪਿੱਛੋਂ, ਆ ਮੁੱਕ ਪਹਿਲਾਂ ਜਾਂਦਾ, ਇਉਂ ਹੀ ਜ਼ਿੰਦਗੀ ਜਾ ਰਹੀ ਹੈ। ਤੇ ਕੱਲ ਨੂੰ ਸਵੇਰੇ 9:15 ਵਜੇ ਫੇਰ ਤੁਹਾਡੇ ਨਾਲ ਗੱਲਬਾਤ ਹੋਊ। ਚੜ੍ਹਦੀ ਕਲਾ 'ਚ ਰਹਿਣਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਵਾਰ ਨਵਕਿਰਨ ਸਿੰਘ ਪੱਤੀ ਸੇਖਵੇਂ ਬਰਨਾਲੇ, ਜਮਾ ਹੀ ਬਰਨਾਲੇ ਦੀ ਜੂਹ ਦੇ ਵਿੱਚ ਹੈ, ਤੇ ਉੱਥੇ ਗੱਲਬਾਤ ਕਰ ਰਹੇ ਸੀ। ਖਬਰਾਂ ਕੁਝ ਤੁਹਾਨੂੰ ਸੁਣਾਵਾਂ ਉਸ ਤੋਂ ਪਹਿਲਾਂ ਇਹ ਕਾਲਰ ਨੇ ਹਰਜੀਤ ਝੱਜ ਜੀ, ਤੁਸੀਂ ਏਅਰ ਤੇ ਹੋ? ਹਾਂਜੀ, ਨਹੀਂ ਬਾਈ ਮੈਂ ਉਹ ਨੰਬਰ ਲੈਣਾ ਸੀਗਾ। ਛੇਤੀ ਪਲੀਜ਼ ਰਿਸੈਪਸ਼ਨ ਤੇ ਦੱਸਿਆ ਕਰੋ ਜਦ ਵੀ ਤੁਸੀਂ ਕਿਸੇ ਚੀਜ਼ ਦੀ ਔਨ ਏਅਰ ਤੋਂ ਪਹਿਲਾਂ ਗੱਲ ਕਰਨੀ ਹੋਵੇ। ਹਰ ਰੋਜ਼ ਇਸ ਤਰ੍ਹਾਂ ਹੁੰਦਾ ਹੈ। ਸਾਰੇ ਕਾਲਰਸ ਨੂੰ ਮੈਂ ਬੇਨਤੀ ਕਰਦਾ ਤੇ ਤੁਸੀਂ ਜਦੇ ਦੱਸਿਆ ਕਰੋ ਕਿ ਅਸੀਂ ਔਨ ਏਅਰ ਨਹੀਂ ਗੱਲ ਕਰਨੀ। ਰਾਦਰ ਇੱਕ ਫੋਨ ਨੰਬਰ ਹੋਰ ਕਹਿੰਦੇ ਆ ਮੈਨੇਜਮੈਂਟ ਨੂੰ, ਜਿੱਥੇ ਤੁਸੀਂ ਕੋਈ ਹੋਰ ਇਨਕੁਆਇਰੀ ਹੋਵੇ ਉਸ ਨੰਬਰ 'ਤੇ ਫੋਨ ਕਰਿਆ ਕਰੋ। ਸਾਰਿਆਂ ਸ਼ੋਜ਼ ਦੇ ਵਿੱਚ ਇਸੇ ਤਰ੍ਹਾਂ ਹੁੰਦਾ, ਖਿਆਲ ਰੱਖੋ। ਅੱਛਾ, ਰਸ਼ੀਆ ਦੀ ਜਿਹੜੀ ਯੂਕਰੇਨ ਨਾਲ ਲੜਾਈ ਹੈ ਉਹਦੇ 'ਚ ਅਮਰੀਕਾ ਬਹੁਤ ਮੋਹਰੀ ਭੂਮਿਕਾ 'ਚ ਆ। ਬਾਈਡਨ ਨੇ ਅੱਜ ਕਾਂਗਰਸ ਨੂੰ ਕਿਹਾ, ਆਪਣੀ ਨੂੰ, ਅਮਰੀਕਨ ਕਾਂਗਰਸ ਨੂੰ, ਕਿ $33 ਬਿਲੀਅਨ ਚਾਹੀਦਾ ਮੈਨੂੰ। 20 ਬਿਲੀਅਨ ਦੇਣੇ ਆ ਮੈਂ ਮਿਲਟਰੀ ਦੇ ਲਈ, 8.5 ਬਿਲੀਅਨ ਦੇਣੇ ਨੇ ਮੈਨੂੰ ਅਸੀਂ ਆਰਥਿਕ ਮਦਦ ਲਈ, ਅਤੇ 3 ਅਰਬ ਦੇਣੇ ਨੇ ਜਿਹੜੇ ਮਨੁੱਖਤਾ ਲਈ, ਹਿਊਮੈਨਿਟੇਰੀਅਨ ਏਡ ਦੇ ਲਈ ਜਿਹੜਾ ਉੱਥੇ ਉਜਾੜਾ ਹੋਇਆ। ਬਹੁਤ ਇਹ ਪੇਚੀਦਾ ਹੋ ਰਿਹਾ ਮਸਲਾ, ਜਿਉਂ-ਜਿਉਂ ਲੰਬਾ ਹੋ ਜਾ ਰਿਹਾ। ਫਿਨਲੈਂਡ ਨੇ ਨੈਟੋ ਦੀ ਮੈਂਬਰਸ਼ਿਪ ਦੇ ਲਈ ਅਰਜ਼ੀ ਦਿੱਤੀ ਹੈ, ਦੇਣੀ ਹੈ। ਰਸ਼ੀਆ ਉਸ ਤੋਂ ਗੁੱਸੇ ਆ, ਕਿਉਂਕਿ ਰੂਸ ਦੇ ਨਾਲ ਨਾਲ ਜਿੰਨੇ ਵੀ ਇਹ ਦੇਸ਼ ਲੱਗਦੇ ਨੇ ਉਹਨਾਂ ਨੂੰ ਡਰ ਹੈ ਕਿ ਯੂਕਰੇਨ ਤੋਂ ਹਟਦੇ ਨੇ ਇੱਧਰ ਨੂੰ ਸਾਡੇ ਵੱਲ ਨੂੰ ਆਉਣਾ। ਅਤੇ ਇਹ ਲੜਾਈ ਜਿਹੜੀ ਹੈ, ਬਸ ਇਸ ਨੂੰ ਹੁਣ ਤੁਸੀਂ ਦੂਜਾ ਇਰਾਕ, ਸੀਰੀਆ, ਇਸ ਨੂੰ ਇਸ ਤਰ੍ਹਾਂ ਲੈ ਲਓ। ਅਫਗਾਨਿਸਤਾਨ ਇੱਕ ਅਲੱਗ ਸਿਨੇਰੀਓ ਸੀ, ਪਰ ਇਸ ਨੂੰ ਤੁਸੀਂ ਸੀਰੀਆ ਦੇ ਨਾਲ ਹੁਣ ਸੋਚ ਲਿਓ ਵੀ ਇਹ ਉਸ ਤਰ੍ਹਾਂ ਚੱਲਣੀ ਆ। ਦੋਨੇ ਪਾਸੇ ਗੱਲ ਜਿਹੜੀ ਅਲੈਗਜ਼ੈਂਡਰ ਸਟੱਬ ਨੇ ਜਿਹੜੀ ਗੱਲ ਕੀਤੀ, ਪ੍ਰਾਈਮ ਮਿਨਿਸਟਰ ਜਿਹੜਾ ਫਿਨਲੈਂਡ ਦਾ, ਉਹ ਕਹਿੰਦਾ ਅਸੀਂ ਕੀ ਲੱਗਦਾ ਜਿਹੜਾ ਇਹ ਚਾਚੇ ਤਾਏ ਦੇ ਪੁੱਤਾਂ ਨੂੰ ਸਲਾਟਰ ਕਰ ਰਿਹਾ ਯੂਕਰੇਨ ਦੇ ਵਿੱਚ ਪੁੱਤ ਨੇ, ਅਸੀਂ ਇਹਦੇ ਕੁਛ ਨਹੀਂ ਲੱਗਦੇ, ਅਸੀਂ ਨੈਟੋ ਦੀ ਮੈਂਬਰਸ਼ਿਪ ਲੈਣੀ ਹੈ ਤਾਂ ਸਾਡੇ ਵੱਲੋਂ ਆਇਆ ਲੈ। ਸਕੈਂਡੀਨੇਵੀਅਨ ਜਿਹੜੀਆਂ ਕੰਟਰੀਜ਼ ਨੇ, ਬਹੁਤ ਦੁਨੀਆ ਦੀਆਂ ਵਧੀਆ ਦੇਸ਼ ਨੇ, ਸਵੀਡਨ, ਫਿਨਲੈਂਡ, ਨਾਰਵੇ, ਡੈਨਮਾਰਕ। ਤੁਸੀਂ ਵਾਤਾਵਰਨ ਦੇ ਤੌਰ 'ਤੇ ਉਸ ਦੀ ਲੋਕੇਸ਼ਨ, ਉਸ ਦਾ ਤੋੜ ਕੋਈ ਨਹੀਂ, ਪਰ ਹੁਣ ਇਸ ਤੋਂ ਡਰ ਰਹੇ ਨੇ ਬਈ ਇਸ ਬੰਦੇ ਦਾ ਕੁਛ ਨਹੀਂ ਪਤਾ ਇਹਨੇ ਕਿੱਧਰ ਨੂੰ ਜਾਣਾ। ਜਿਸ ਤਰ੍ਹਾਂ ਪਿਛਲੇ ਦਿਨੀ ਤੁਹਾਨੂੰ ਦੱਸਿਆ ਵੀ ਤੁਰਕੀ ਦਾ ਰਾਸ਼ਟਰਪਤੀ ਐਰਡੋਆਨ ਜਿਹੜਾ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਸਾਊਦੀ ਅਰਬ ਜਾ ਸਕਦਾ, ਅਤੇ ਉਹ ਸਾਊਦੀ ਅਰਬ ਦੇ ਦੌਰੇ 'ਤੇ ਹੈ। ਸਾਊਦੀ ਅਰਬ ਦੇ ਨਾਲ ਸੰਬੰਧ ਠੀਕ ਕਰਨਾ ਚਾਹੁੰਦਾ। ਬਹੁਤ ਵੱਡੀ ਪਾਵਰ ਹੈ ਉਸ ਧੁਰੇ ਦੇ ਵਿੱਚ ਐਰਡੋਆਨ। ਜਿਹੜੀ ਖਸ਼ੋਗੀ ਦੇ ਕਤਲ ਤੋਂ ਬਾਅਦ 26-27 ਬੰਦਿਆਂ ਦਾ ਜਿਹੜਾ ਕੇਸ ਹੈ ਉਸ ਨੂੰ ਸਾਊਦੀ ਅਰਬ ਭੇਜ ਦੇਣਾ ਉਸ ਦੀ ਸ਼ੁਰੂਆਤ ਸੀ ਜਿਸ ਦਿਨ ਉਹਨੇ ਇਸ ਨੂੰ ਕਿਹਾ, ਕਿਉਂਕਿ ਉਹ ਆਪਣੀ ਸਥਾਪਤੀ ਨੂੰ ਚੈਲੰਜ ਨਾ ਹੋ ਜਾਵੇ ਇਹਦੇ ਲਈ ਆਪ ਤੁਰਕੀ 'ਤੇ ਬਹੁਤ ਵਜ਼ਨ ਉਹ ਆਪਣੀ ਰੱਖਣਾ ਚਾਹੁੰਦਾ ਹੈ। ਉਹਦੇ ਬਾਗੀਆਂ ਨੂੰ ਹੁਣ ਮੌਤ ਦੀਆਂ ਸਜ਼ਾਵਾਂ ਅਤੇ ਲਾਈਫ ਇਨ ਪ੍ਰਿਜ਼ਨ ਦੀਆਂ ਸਜ਼ਾਵਾਂ ਜਿਹੜੀਆਂ ਉਮਰ ਕੈਦ ਦੀਆਂ ਦੇ ਰਿਹਾ। ਬਹੁਤ ਵੱਡਾ ਰਾਜ ਪਲਟਾ ਸੀ। ਜੇ ਉਸ ਦਿਨ ਕਿਤੇ ਰਾਜ ਪਲਟਾ ਆ ਜਾਂਦਾ ਤਾਂ ਐਰਡੋਆਨ ਚਲੇ ਜਾਂਦਾ। ਉਸ ਦਾ ਬਹੁਤ ਪਕੜ ਹੈ
ਹਾਈ ਪ੍ਰੋਫਾਈਲ ਨੇਤਾ ਅਤੇ ਹੁਣ ਸਾਊਦੀ ਅਰਬ ਪਹੁੰਚਿਆ ਹੋਇਆ। ਨਵੀਂ ਗੱਲ ਪਰਲੇ ਪਾਸੇ ਨੂੰ ਚੱਲੀਏ, ਪਾਕਿਸਤਾਨ ਦੇ ਵਿੱਚ ਹੋਈ। ਇੱਕ ਬਹੁਤ ਪੜ੍ਹੇ ਲਿਖੇ ਪਰਿਵਾਰ ਦੀ ਇਸਤਰੀ ਸ਼ਾਰੀ ਬਲੋਚ ਨੇ ਆਤਮਘਾਤੀ ਬੰਬ ਬਣ ਕੇ ਜਿਹੜਾ ਚੀਨ ਦੇ ਜਿਹੜੇ ਬੰਦੇ 3 ਮਾਰ ਕੱਤੇ। ਕਰਾਚੀ ਦੇ ਵਿੱਚ ਚਾਈਨੀਜ਼ ਕਲਚਰ ਸੈਂਟਰ ਹੈ, ਉਹਦੇ ਵਿੱਚ ਜਦ ਬੱਸ ਬਣਨ ਲੱਗੀ ਉਹ ਕੋਲ ਖੜੀ ਤਾਂ ਉਸਨੇ ਆਪਣੇ ਆਪ ਨੂੰ ਅੜਾ ਲਿਆ। ਸ਼ਾਰੀ ਬਲੋਚ ਉਹਦਾ 31 ਸਾਲ ਦੀ ਮਾਤਾ, 2 ਜਵਾਕਾਂ ਦੀ ਮਾਂ, ਇਹ ਜਿਹੜੀ 4 ਇਹਦੇ ਵਿੱਚ ਮੁਸਾਫਰ ਮਾਰੇ ਗਏ ਨੇ। ਅਤੇ ਕਨਫਿਊਸ਼ੀਅਸ ਇੰਸਟੀਟਿਊਟ ਯੂਨੀਵਰਸਿਟੀ ਆਫ ਕਰਾਚੀ ਦਾ, ਜਿੱਥੇ ਚੀਨ ਤੋਂ ਕਿਉਂ ਔਖੇ ਨੇ ਬਲੋਚੀ, ਉਹ ਕਹਿੰਦੇ ਵੀ ਇਹ ਨੇ ਗਵਾਦਰ ਦੀ ਬੰਦਰਗਾਹ ਦੇ ਤਹਿਤ ਸਾਡੇ ਇਹ ਸੋਮੇ ਲੁੱਟ ਕੇ ਲੈ ਕੇ ਜਾ ਰਿਹਾ। ਅਤੇ ਇਹ ਜਿਹੜੀ ਬਲੋਚ ਲਿਬਰੇਸ਼ਨ ਆਰਮੀ ਆ, ਤੁਹਾਨੂੰ ਪਤਾ ਹੈ ਬਲੋਚਿਸਤਾਨ ਜਿਹੜਾ ਪਾਕਿਸਤਾਨ ਨਾਲ ਲੜਾਈ ਕਰ ਰਿਹਾ, ਬਲੋਚਿਸਤਾਨ ਦੀ ਮਦਦ ਹੈ ਜਿਹੜੀ ਪਾਕਿਸਤਾਨ ਕਹਿੰਦਾ ਕਿ ਭਾਰਤ ਤੋਂ ਹੋ ਰਹੀ ਹੈ। ਅਤੇ ਇਸ ਤਰ੍ਹਾਂ ਹੀ ਹੈ, ਉਹ ਪਾਕਿਸਤਾਨ ਵਾਲੇ ਇੱਧਰ ਕਸ਼ਮੀਰ 'ਚ ਕਰਦੇ ਨੇ, ਉੱਧਰ ਕਰਦੇ ਨੇ। ਮਜੀਦ ਬ੍ਰਿਗੇਡ ਜਿਹੜਾ VLA ਦਾ, ਜਿਹੜਾ BLA ਦਾ ਵਿੰਗ ਹੈ, ਉਸ ਦੀ ਇਹ ਮਹਿਲਾ ਪਰਿਵਾਰ ਦੇ ਨਾਲ, ਘਰ ਵਾਲੇ ਦੇ ਨਾਲ ਉਸ ਦੀਆਂ ਫੋਟੋਆਂ ਨੇ। ਅਤੇ ਬਲੋਚ ਦਾ ਘਰ ਵਾਲਾ ਇਸ ਇਸਤਰੀ ਦਾ ਡੈਂਟਿਸਟ ਅਤੇ ਪ੍ਰੋਫੈਸਰ ਹੈ ਮਕਰਾਨ ਮੈਡੀਕਲ ਕਾਲਜ ਬਲੋਚਿਸਤਾਨ 'ਚ। ਅਤੇ ਇਹਦਾ ਪਿਤਾ ਜਿਹੜਾ ਸਿਵਲ ਸਰਵੈਂਟ ਰਿਟਾਇਰ ਹੋਇਆ ਅਤੇ ਰਜਿਸਟਰਾਰ ਦੇ ਤੌਰ 'ਤੇ ਉਹ ਯੂਨੀਵਰਸਿਟੀ ਟੁਰਬਟ ਦੇ ਵਿੱਚ ਹੋ ਰਿਹਾ। ਉਹਦੇ 3 ਭਾਈ, ਇੱਕ ਡਾਕਟਰ ਆ, ਇੱਕ ਡਿਪਟੀ ਡਾਇਰੈਕਟਰ ਆ ਗਵਰਨਮੈਂਟ ਫੰਡਡ ਪ੍ਰੋਜੈਕਟ ਦਾ, ਅਤੇ 5 ਉਹਦੀਆਂ ਭੈਣਾਂ ਜਿਹੜੀਆਂ ਇੰਗਲਿਸ਼ ਜਿਹੜੀਆਂ ਉਹਨਾਂ 'ਚੋਂ ਇੱਕ ਯੂਨੀਵਰਸਿਟੀ 'ਚ ਇੰਗਲਿਸ਼ ਦੀ ਪ੍ਰੋਫੈਸਰ ਆ, ਇੱਕ ਅੰਕਲ ਉਹਦਾ ਰਿਟਾਇਰਡ ਪ੍ਰੋਫੈਸਰ ਆ। ਹੈਰਾਨੀ ਦੀ ਗੱਲ ਹੈ, ਇਹੋ ਜਿਹੇ ਪਰਿਵਾਰ 'ਚੋਂ ਨਿਕਲ ਕੇ ਆਤਮਘਾਤੀ ਜਿਹੜੀ ਬਣ ਜਾਣਾ, ਫਿਦਾਇਨ ਬਣਨਾ, ਬਹੁਤ ਵੱਡੀ ਗੱਲ ਆ। ਬਲੋਚਿਸਤਾਨ 'ਚ ਚੀਨ ਦੇ ਬੰਦੇ ਮਾਰੇ ਗਏ ਅਤੇ ਚੀਨ ਦੇ ਤੇ ਉਹਦੇ ਦੋਸ਼ ਨੇ ਕਿ ਇਹ ਗੜਬੜ ਕਰਦਾ ਸਾਡੇ ਨਾਲ ਬਹੁਤ, ਸਾਡਾ ਇਹ ਸੂਬਾ ਜਿਹੜਾ ਦੱਬ ਰਿਹਾ। ਦੂਜੀ ਜਿਹੜੀ ਗੱਲ ਵੱਡੀ, ਇਜਿਪਟ ਏਅਰ ਦਾ ਇੱਕ ਜਹਾਜ਼ ਜਿਹੜਾ 2016 'ਚ ਕਰੈਸ਼ ਹੋਇਆ, 66 ਉਹ 'ਚ ਬੰਦੇ ਮਾਰੇ ਗਏ ਸੀ। ਉਹਨਾਂ ਦਿਨਾਂ 'ਚ ਫਰਾਂਸ ਦੇ ਵਿੱਚ ਹਮਲਾ ਹੋਇਆ ਸੀ ਅਤੇ ਉਹਦੇ ਬਾਅਦ ਇਹ ਜਹਾਜ਼ ਜਿਹੜਾ ਇਹ ਇਜਿਪਟ ਏਅਰ ਫਲਾਈਟ ਸੀ MS 804 ਪੈਰਿਸ ਤੋਂ ਕਾਇਰੋ ਨੂੰ ਜਾ ਰਹੀ ਸੀ। ਉਹਦੇ ਵਿੱਚ ਕੀ ਪੰਗਾ ਪਿਆ, ਸਿਗਰਟ ਪੀਂਦਾ ਸੀ ਇੱਕ ਆਪਣਾ ਪਾਇਲਟ, ਅਤੇ ਨਾਲ ਆਕਸੀਜਨ ਦਾ ਮਾਸਕ ਨਾਲ ਲਾਇਆ ਹੋਇਆ ਬਈ, ਅਤੇ ਜਿਉਂ ਹੀ ਕਹਿੰਦੇ ਉਸਨੇ ਸਿਗਰਟ ਨੇ ਉਹਨੂੰ ਆਕਸੀਜਨ ਮਿਲੀ ਤਾਂ ਉੱਥੇ ਸਪਾਰਕ ਹੋਇਆ ਅਤੇ ਜਹਾਜ਼ ਉੱਡ ਗਿਆ। 66 ਬੰਦੇ ਮਾਰ ਦਿੱਤੇ। ਮੁਹੰਮਦ ਸਈਦ ਅਲੀ ਸ਼ੁਕੇਰ ਅਤੇ ਉਹਦਾ ਕੋ ਪਾਇਲਟ ਮੁਹੰਮਦ ਅਹਿਮਦ ਮਮਦੋ ਅਸੀਮ, ਅਤੇ ਉਸ ਨੂੰ ਹੁਣ ਇਸ ਨੂੰ ਲੱਭ ਲਿਆ ਕਿ ਕਾਕਪਿਟ ਦੇ ਵਿੱਚ ਸਿਗਰਟ ਪੀਂਦਾ ਸੀ। ਬੰਦੇ 66 ਮਾਰ ਕੱਤੇ। ਇਹੋ ਜਿਹੀ ਤਲਬ ਹੋਈ। ਜਿਨ੍ਹਾਂ ਦੇ ਆਸਰੇ ਪਿੱਛੇ ਬੈਠੇ ਹੁੰਦੇ ਆ ਨਾ, ਟੋਪੀਆਂ ਅਤੇ ਮੋਢੇ 'ਤੇ ਫੀਤੀਆਂ ਵਾਲੇ ਦੇ ਵੀ ਸਿੱਧਾ ਲਿਜਾ ਕੇ ਤਾਰਨਗੇ, ਤਾਰਦੇ ਵੀ ਨੇ। ਜਿੰਨਾ ਤੁਸੀਂ ਟ੍ਰੈਫਿਕ ਵੇਖੋ ਅਤੇ ਜਿੰਨਾ ਸਭ ਤੋਂ ਸੁਰੱਖਿਅਤ ਆਉਣ ਜਾਣ ਦਾ ਇੱਕ ਢੰਗ ਹੈ ਅਤੇ ਇੱਕ ਵਸੀਲਾ ਹੈ, ਬਹੁਤ ਘੱਟ ਕਰੈਸ਼ ਹੁੰਦੇ ਨੇ। ਪਰ ਇਹੋ ਜਿਹੇ ਜਿਹੜੇ ਪਾਗਲ ਨੁਮਾਏ ਪਾਇਲਟ ਨੇ ਜਿਨ੍ਹਾਂ ਨੇ 66 ਬੰਦੇ ਮਾਰ ਕੱਤੇ ਸਿਗਰਟ ਪੀਣ ਦੇ ਖਾਤਰ। ਮੁੜ ਮੁੜ ਕੇ ਸੁਨੇਹਾ ਪਿੱਛੇ ਨੂੰ ਭੇਜੀ ਜਾਓ, ਸਿਗਰਟ ਨਾ ਪੀਓ ਅਤੇ ਬੈਲਟ ਬੰਨ੍ਹ ਕੇ ਰੱਖੋ, ਨਿਬੜ ਜਾਣਾ ਕੰਮ। 16, 15, 14 ਘੰਟੇ ਦੇ ਸਫ਼ਰ ਨੇ ਜਿਹੜੇ ਘੰਟੇ 'ਚ ਨਿਬੜਨ ਲੱਗ ਜਾਣਾ ਨੇ। 5 ਸਾਲਾਂ ਦੀ ਗੱਲ ਹੈ। ਬੀਜਿੰਗ ਤੋਂ ਚੜ੍ਹਿਆ ਨਿਊਯਾਰਕ ਉਤਰੂਗਾ, ਘੰਟੇ 'ਚ ਉੱਪਰ ਲੈ ਜਾਣਾ ਹਾਈ ਐਲਟੀਚਿਊਡ 'ਤੇ, ਅਤੇ ਉੱਪਰੋਂ ਤੁਹਾਨੂੰ ਪਤਾ ਹੈ ਵੀ ਹੌਰੀਜੈਂਟਲ ਦੀ ਵਰਟੀਕਲ ਦੀ ਜਗ੍ਹਾ ਹੌਰੀਜੈਂਟਲ ਉੱਪਰ ਨੂੰ ਜਾਣਗੇ ਅਤੇ ਗੇਂਦਨੁਮਾ ਜਿਹੜਾ ਉਹ ਦੁਨੀਆ ਧਰਤੀ ਆ ਆਪਣੀ, ਬਸ ਉਹਦੇ ਉੱਪਰ ਇੱਕ ਪੁਆਇੰਟ 'ਤੇ ਜਾ ਕੇ ਥੱਲੇ ਨੂੰ ਲਾ ਦੇਣਗੇ ਅਤੇ ਪਹੁੰਚ ਜਾਣਗੇ ਘੰਟੇ 'ਚ। ਕਮਾਲ ਹੋ ਗਈ। ਕਿਤੇ ਘੰਟੇ 'ਚ ਆਪਾਂ ਵੀ ਕਿਤੇ ਕੋਈ ਸਮਾਂ ਆਊ ਵੀ ਅੰਮ੍ਰਿਤਸਰ ਉਤਰ ਜਾ ਕਰਾਂਗੇ ਵੈਨਕੂਵਰ ਤੋਂ, ਕਹਿ ਸਕਦੇ ਨੇ। ਇਹ ਤਾਂ ਮੰਗਲ 'ਤੇ ਪੌੜੀ ਲਾਉਣ ਨੂੰ ਫਿਰਦੇ ਨੇ। ਅੰਮ੍ਰਿਤਸਰ ਸਾਹਿਬ ਤਾਂ ਇਸੇ ਹੀ ਪਲੈਨਟ 'ਤੇ, ਇਸੇ ਗ੍ਰਹਿ 'ਤੇ। ਵੀਰਵਾਰ ਨੂੰ ਆਪਾਂ ਖਾਸ ਗੱਲ ਭਾਈਚਾਰੇ ਬਾਰੇ ਕਰਦੇ ਹਾਂ। ਅੱਜ ਜਿਹੜੀ ਗੱਲ ਕਰਨੀ ਆ ਮੈਂ ਕੁਛ ਉਦਾਹਰਨਾਂ ਦੇਣੀਆਂ ਨੇ, ਪਰ ਉਹਦੇ ਲਈ ਨਹੀਂ ਹੈ।
ਸਾਡਾ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਤਾਣੇ ਬਾਣੇ ਦੀ ਗੱਲ ਕਰਨੀ ਆ, ਤੇ ਪਰ ਇੱਕ ਕਹਾਣੀ ਲਈ ਨਹੀਂ ਹੈ, ਇਨ ਜਨਰਲ ਗੱਲ ਕਰਨੀ ਆ। ਮੈਂ ਇੱਕ ਸੁਭਾਅ 'ਚ ਸਾਡੇ ਆ ਗਿਆ, ਅਸੀਂ ਸ਼ੱਕੀ ਆ, ਸ਼ੱਕ ਹੈ। ਸ਼ੱਕ ਦੇ ਨਾਲ ਨਾਲ ਸਾਜ਼ਿਸ਼, ਅਸੀਂ ਹਰ ਵਕਤ ਇਹ ਸੋਚਦੇ ਹਾਂ ਵੀ ਸਾਜ਼ਿਸ਼ ਹੋ ਰਹੀ ਹੈ, ਇਹ ਤਾਂ ਗੜਬੜ ਹੋ ਗਈ, ਲੈ ਇਹ ਆ ਗੱਲ ਇਉਂ ਹੋ ਗਈ। ਕਿਸੇ ਪਾਸੇ ਵੀ ਦੋਸਤੀ ਦੇ ਵਿੱਚ, ਜੇ ਤੁਸੀਂ ਨਿੱਜੀ ਜ਼ਿੰਦਗੀ ਦੇ ਵਿੱਚ ਲਾਉਣਾ ਹੋਵੇ, ਦੋਸਤਾਂ ਦੇ ਵਿੱਚ ਵਿਚਰਦੇ ਆ, ਚੰਗਾ ਭਲਾ ਚੱਲਦੇ ਆ, ਕੋਈ ਮਾੜਾ ਜਿਹਾ ਟੇਢਾ ਹੋ ਜਾਵੇ, ਕਿਸੇ ਨੂੰ ਕੋਈ ਘਰ ਦੀ, ਆਪਾਂ ਉਹਦੇ ਇਹ ਨਹੀਂ ਜਾਣਾ ਵੀ ਇਹਦਾ ਕਾਰਨ ਕੀ ਹੋਇਆ, ਚੰਗਾ ਭਲਾ ਤੁਰਦਾ ਫਿਰਦਾ ਵਿਗੜਿਆ ਕਿਉਂ ਹੈ, ਉਹਦਾ ਕੋਈ ਕਾਰਨ, ਉਹਦੀ ਸਿਹਤ, ਉਹਦੀ ਮਾਨਸਿਕ ਸਿਹਤ, ਉਹਦੀ ਘਰ ਦੀ ਮੁਸ਼ਕਲ, ਉਹਨੂੰ ਕੋਈ ਆਰਥਿਕ ਤੰਗੀ, ਕੁਛ ਵੀ ਹੋ ਸਕਦਾ। ਚੰਗੇ ਭਲੇ ਮਿਲਦੇ ਦੋਸਤ ਹਫ਼ਤੇ 'ਚ 2 ਦਿਨ ਇਕੱਠੇ ਹੁੰਦੇ, ਕੁਛ ਕਿਸੇ ਕਾਰਨ ਕਰਕੇ ਇੱਕ ਦੋਸਤ ਮਿਲਣੋਂ ਹਟ ਗਿਆ, ਲੈ ਬਸ ਇਹ ਗੜਬੜ ਹੋ ਗਈ। ਉਹਦਾ ਫਿਰ ਅਸੀਂ ਲੱਖਣ ਲਾਉਣਾ ਪੂਰਾ, ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ, ਆਹ ਹੋ ਗਿਆ। ਅਤੇ ਜਦ ਤੁਸੀਂ ਇੱਕ ਵਾਰ ਨਾਵਾਚੀ ਹੋ ਗਏ, ਬਸ ਫਿਰ ਉਹ ਹਾਂ ਪੱਖੀ ਹੋਣੀ ਨਹੀਂ, ਗੱਲ ਵਿਗੜ ਜਾਣੀ ਹੈ। ਪਰਿਵਾਰ 'ਚ ਮੀਆਂ ਬੀਬੀ ਦਾ ਆਪਸ ਵਿੱਚ, ਘਰ ਵਾਲੀ ਅਤੇ ਘਰ ਵਾਲੇ ਦਾ ਇੱਕ ਦੂਜੇ ਦਾ ਸ਼ੱਕ, ਉਹਨਾਂ ਦਾ ਤੁਰਨਾ ਫਿਰਨਾ, ਬਹਿਣਾ ਉੱਠਣਾ, ਰੰਗ ਰੂਪ ਕੱਪੜਾ ਪਹਿਨਣਾ, ਕਿਉਂਕਿ ਅਲੱਗ ਹੈ। 25 ਵਰ੍ਹੇ ਕਿਤੇ ਤੁਸੀਂ ਜੰਮੇ ਪਲੇ ਹੋ, ਤੁਹਾਨੂੰ ਨਹੀਂ, ਉਹ ਤਾਂ ਇੱਕ ਬੰਨਣਗਿਰੀ ਦੇ ਤਹਿਤ ਕਹਿ ਲਵਾਂ, ਚਾਹੇ ਇੱਕ ਦੂਜੇ ਨਾਲ ਸਮਝੌਤੇ ਨੇ, ਨਹੀਂ ਤਾਂ ਆਦਤਾਂ ਬਹੁਤ ਔਖੀਆਂ ਨੇ ਜਿਹੜੀਆਂ ਮਿਲਦੀਆਂ। ਜੇ ਆਦਤਾਂ ਮਿਲ ਗਈਆਂ ਫਿਰ DNA ਸੇਮ ਆ, ਫਿਰ ਤੁਸੀਂ ਇੱਕ ਖੂਨ ਵਾਲੇ ਪਾਸੇ ਹੋ, ਨਹੀਂ ਤਾਂ ਆਦਤਾਂ ਅਲੱਗ ਹੋਣੀਆਂ ਨੇ। ਸ਼ੱਕ ਆ ਜਿਹੜਾ ਉਹ ਬਰਬਾਦੀ ਦਾ ਕਾਰਨ ਘਰ 'ਚ ਹੋ ਜਾਂਦਾ ਹੈ। ਬਿਜ਼ਨਸ ਦੇ ਵਿੱਚ, ਵਪਾਰ ਦੇ ਵਿੱਚ ਇਕੱਠੇ ਹੋ, ਕਿਤੇ ਕੋਈ ਬਿਜ਼ਨਸ ਕਰ ਰਹੇ ਹੋ, ਉਸ ਬਿਜ਼ਨਸ ਤੋਂ ਹੱਟ ਕੇ ਇੱਕ ਬੰਦੇ ਨੇ ਕਿਤੇ ਨਾਲ ਹੋਰ ਕਰ ਲਿਆ ਕੁਛ, ਹਾਂ ਮੈਨੂੰ ਕਿਉਂ ਨਹੀਂ ਦੱਸਿਆ, ਅੱਛਾ ਹੁਣ ਤੂੰ ਜਾਣੀ ਸਾਨੂੰ ਬਿਨਾਂ ਦੱਸੇ ਕਰੇਂਗਾ। ਉਹਦੇ 'ਚ ਇਹ ਨਹੀਂ ਦੇਖਣਾ ਵੀ ਮੇਰੇ ਨਾਲ ਵਧੀਆ ਇਹਦੀ ਬਣ ਰਹੀ ਆ, ਜਿੱਥੇ ਤੱਕ ਮੇਰੇ ਨਾਲ ਚੱਲ ਰਿਹਾ ਠੀਕ ਹੈ। ਮਤਲਬ ਜਿਹੜਾ ਇੱਕ ਬੈਨੀਫਿਟ ਤਾਂ ਦੇਣਾ ਨਹੀਂ ਨਾ ਹੈ ਕਿਸੇ ਨੂੰ, ਬੈਨੀਫਿਟ ਆਫ ਡਾਊਟ ਜਿਹੜਾ ਕਹਿੰਦੇ ਨੇ, ਉਹ ਤਾਂ ਕਿਤੇ ਨਹੀਂ ਹੈ। ਧਰਮ ਵਾਲੇ ਪਾਸਿਓਂ ਹਰ ਇੱਕ ਚੀਜ਼ ਧਰਮ ਦੇ ਵਿੱਚ, ਤੁਸੀਂ ਪਤਾ ਨਹੀਂ ਅਸੀਂ ਜ਼ਿਹਨੀਅਤ ਤੌਰ 'ਤੇ, ਮਾਨਸਿਕ ਤੌਰ 'ਤੇ ਕੰਗਾਲੀ ਵੱਲ ਨੂੰ ਚੱਲੇ ਹਾਂ। ਅਸੀਂ ਹਰ ਇੱਕ ਚੀਜ਼ ਨੂੰ ਸ਼ੱਕ ਦੇ ਘੇਰੇ 'ਚ ਲੈ ਕੇ ਆਉਂਦੇ। ਤੁਹਾਡੇ ਆਲੇ ਦੁਆਲੇ ਚਿਗਿਰਦੇ ਕੋਈ ਉੱਚੀ ਹੱਸ ਪਿਆ, ਅੱਛਾ ਇਹ ਮੇਰੇ 'ਤੇ ਹੱਸਿਆ। ਦੋਸਤ ਆ ਕੋਈ ਤਰੱਕੀ ਕਰ ਗਿਆ, ਇਹ ਕਿੱਥੋਂ ਲਿਆਇਆ ਪੈਸੇ, ਇਹ ਕਾਰਨ ਕੀ ਹੋਇਆ। ਬਰਾਬਰ ਦੀ ਤਨਖਾਹ ਵਾਲੇ ਨੂੰ ਸੋਚਣਾ ਮੇਰੀ ਵੀ ਇੰਨੀ ਤਨਖਾਹ, ਮੇਰੇ ਕੁਛ ਨਹੀਂ ਬਣਿਆ। ਕੋਈ ਧਾਰਮਿਕ ਪਾਸਿਓਂ ਤਰੱਕੀ ਕਰ ਗਿਆ, ਰਾਜਨੀਤੀ, ਅੱਛਾ ਅਸੀਂ ਕਿੱਥੇ ਰਹਿ ਗਏ, ਇਹ ਕਿਵੇਂ ਗਿਆ। ਤੁਸੀਂ ਇੱਕ ਕੰਮ, ਇੱਕੋ ਜਗ੍ਹਾ ਕੰਮ ਕਰਦੇ ਹੋਏ ਜਾਂ ਇੱਕ ਫੀਲਡ 'ਚ ਕੰਮ ਕਰਦੇ ਹੋ, ਇੱਕੋ ਜਿੰਨੀ ਤਨਖਾਹ ਹੋਵੇ, ਤੁਸੀਂ ਕੋਈ ਵਧੀਆ ਚੀਜ਼ ਕਰ ਲਓ, ਘਰੇ ਪਾ ਲਓ ਵਧੀਆ, ਨਾਲ ਦੇ ਕਲੀਗਸ ਨੂੰ ਸੱਦ ਲਓ, ਰੋਟੀ ਨਾਲੇ ਤੁਹਾਡੀ ਖਾਣਗੇ, ਬੈਠਾ ਕਰੀ ਜਾਣਗੇ, ਮੇਰੀ ਵੀ ਤਨਖਾਹ ਇੰਨੀ ਆ, ਇਹਨੇ ਕਿਵੇਂ ਬਣਾ ਲਿਆ ਇਹ। ਹਰ ਇੱਕ ਚੀਜ਼ ਸ਼ੱਕ ਦੇ ਘੇਰੇ 'ਚ, ਹਰ ਇੱਕ ਚੀਜ਼ 'ਚੋਂ ਸਾਜ਼ਿਸ਼। ਧਾਰਮਿਕ ਪਾਸਿਓਂ ਕੋਈ ਵਧੀਆ ਪ੍ਰਚਾਰਕ ਆ ਗਿਆ ਜਿਹੜਾ ਤੁਹਾਨੂੰ ਸਿੱਧੇ ਪਾਸੇ ਪਾਉਂਦਾ, ਜਦੇ ਬਾੜ ਦੇਣਾ, ਜਾਂ ਦਿੱਲੀ ਵਾਲਿਆਂ ਦੇ ਬਾੜ ਦੇਣਾ, ਜਾਂ ਫਿਰ ਨਾਗਪੁਰ ਬਾੜਨਾ ਪੱਕਾ। ਰਾਜਨੀਤੀ ਦੇ ਤੌਰ 'ਤੇ ਆ 90-92 ਸੀਟਾਂ ਜਿਤਾ ਕੇ ਹਟੇ ਨੇ ਪੰਜਾਬ ਦੇ ਵਿੱਚ, ਹੁਣੇ ਹੀ ਲੋਕਾਂ ਨੇ ਵੋਟਾਂ ਪਾਈਆਂ। ਸ਼ੱਕ ਜਦੇ ਇਹ ਦਿੱਲੀ ਜਾ ਵੜਿਆ, ਇਹ ਕੇਜਰੀਵਾਲ ਇਹਨੂੰ ਖਾ ਜੂ, ਇਹਨੂੰ ਛੱਡਦਾ ਕੱਖ ਨਹੀਂ, ਭਗਵੰਤ ਮਾਨ ਦੇ ਪੱਲੇ ਹੀ ਕੱਖ ਨਹੀਂ, ਇਹ ਹੈ ਉਹ ਹੈ। ਉਸੇ ਸਮੇਂ ਅਕਸਰ ਕੀ ਹੁੰਦਾ, ਆਪਣੇ ਹੱਥੀਂ ਲਾਏ ਬੂਟੇ ਦਾ ਸਾਡੇ ਸੁਭਾਅ 'ਚ ਇਹ ਹੈ, ਮੈਂ ਇਹਨੂੰ ਰਾਜਨੀਤੀ ਤੌਰ 'ਤੇ ਵੇਖਿਆ, ਰਾਜਨੀਤਿਕ ਤੌਰ 'ਤੇ ਤੁਸੀਂ ਕਿਸੇ ਦੀ ਮਦਦ ਕਰ ਲਓ, ਤੁਸੀਂ ਉਹਨੂੰ ਉਹਦੇ 'ਤੇ ਪਛਾਣ ਬਿਠਾ ਦਿਓ, 5 ਮਹੀਨਿਆਂ 'ਚ ਉਹਦੇ ਤੁਸੀਂ ਬੈਰੀ ਬਣ ਜਾਣਾ, ਬੈਰੀ ਹਾਲਾ ਪਾ ਲੈਣਾ ਉਹਦੇ ਨਾਲ। ਉਹਨੂੰ ਇਹ ਨਹੀਂ ਸੋਚਣਾ ਬਈ ਇਹ ਯਾਰ ਬਿਜ਼ੀ ਹੋ ਗਿਆ ਹੋਊ, ਪਹਿਲਾਂ ਮੇਰਾ ਇਕੱਲਾ ਯਾਰ ਸੀ, ਹੁਣ ਇਹ ਕਿਸੇ MLA MP ਦੀ ਸੀਟ 'ਤੇ ਬੈਠਾ, ਇਹਦੇ ਕੰਮ ਨੇ ਬਹੁਤ ਕਰਨ ਵਾਲੇ, ਮੈਂ ਜਦ ਇਹਨੂੰ ਹਾਕ ਮਾਰਨੀ ਮੈਂ ਨਾ 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 ਨਾ, ਉਹਦਾ ਇਸ ਗੱਲੋਂ ਵਿਰੋਧ, ਅੱਛਾ ਹੁਣ ਭੁੱਲ ਗਿਆ, ਜਦ ਤਾਂ ਤੁਰਿਆ ਫਿਰਦਾ ਸੀ ਆਲੇ ਦੁਆਲੇ, ਹੁਣ ਨਹੀਂ ਤੇਰੇ ਰੱਬ ਯਾਦ, ਚੱਲ। ਸ਼ੱਕ ਦਾ ਸਾਡਾ ਐਡਾ ਸੁਭਾਅ ਹੋ ਗਿਆ, ਤੁਸੀਂ ਇਹਨੂੰ ਕਿਸੇ ਪਾਸੇ ਪਾ ਕੇ ਵੇਖ ਲਓ। ਰਾਜਨੀਤਿਕ ਤੌਰ 'ਤੇ ਕੋਈ ਬੰਦਾ ਪੰਜਾਬ ਤੋਂ ਮਿਲਣ ਆ ਜਾਵੇ, VIP ਆ ਜਾਵੇ, ਤੁਸੀਂ ਕਿਸੇ ਨੂੰ ਮਿਲਾਤਾ, ਉਹਨੂੰ ਪਹਿਲਾਂ ਤਾਂ ਮਿਲਣ ਦੇਣਾ ਹੀ ਨਹੀਂ, ਸੱਦ ਜ਼ਰੂਰ ਲੈਣਾ ਵੀ ਪਰਾਂ ਹੋ ਕੇ ਬੈਠ ਕੇ ਚਾਹ ਪੀ ਲਿਓ, ਨੇੜੇ ਨਹੀਂ ਤੂੰ ਲੱਗ ਸਕਦੇ, ਅਤੇ ਤੇਰੇ ਮਤਲਬ ਪੇਡੂ 'ਚ ਦਰਦ ਹੋਣ ਲੱਗ ਜੂ, ਵਾਸ਼ਰੂਮ ਨਹੀਂ ਉੱਠ ਕੇ ਜਾਣਗੇ। ਬਈ ਖੱਲਾ ਸੁੰਨਾ ਨਹੀਂ ਛੱਡਣਾ, ਇਹਨੂੰ ਸੁੰਨਾ ਛੱਡਤਾ ਤਾਂ ਔਖਾ ਹੈ।
ਗਾਉਣ ਵਾਲੀਆਂ ਆਉਂਦੀਆਂ ਨੇ ਨਾਲ। ਗਾਉਣ ਵਾਲਾ ਚਾਹੇ ਇਉਂ ਨਹੀਂ ਹੈ ਵੀ ਉਹ ਇਕੱਠੇ ਰਹਿੰਦੇ ਨੇ, ਵਿਆਹ ਕਰਾਇਆ ਕੁਛ, ਉਹਦੇ 'ਤੇ ਜਾਂ ਤਾਂ 1 ਮਿੰਟ ਵੀ ਉਹਨੂੰ ਇੱਕ ਪਰਾਂ ਛੱਡ ਜਾਵੇ, ਉਹ ਕਹਿੰਦਾ ਨਾ 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 ਮੇਰੇ ਗਏ ਤਾਂ ਇਹ ਤਾਂ ਚੱਕ ਕੇ ਮੂੰਹ 'ਚ ਪਾ ਲੈਣਾ ਇਹਨੇ। ਜਿਹਨੂੰ ਸਾਹ ਨਹੀਂ ਲਾਉਣਾ ਆਉਂਦਾ ਉਹਨੇ ਕੀ ਗਾਉਣ ਲੱਗ ਜਾਣਾ ਉਹਦੇ ਨਾਲ। ਜੇ ਤੁਹਾਨੂੰ ਹਰ ਵਕਤ ਨਾਲ ਰਹਿੰਦੇ ਆਪਣੇ 'ਤੇ ਵਿਸ਼ਵਾਸ ਨਹੀਂ, ਇਹਦਾ ਮਤਲਬ ਤੁਸੀਂ ਫੇਲ ਹੋ। ਤੁਹਾਡੀ ਛੱਤ ਥੱਲੇ ਤੁਹਾਡੇ ਨਾਲ ਰਹਿੰਦੀ ਤੁਹਾਡੀ ਘਰ ਵਾਲੀ ਤੇ ਘਰ ਵਾਲਾ, ਉਹ ਜੇ ਬਾਹਰ ਕਿਸੇ ਨਾਲ ਮਰਦ ਇਸਤਰੀ ਨਾਲ ਹੱਸ ਪਿਆ, ਇਸਤਰੀ ਮਰਦ ਨਾਲ ਹੱਸ ਪਈ, ਬਸ। ਖੈਰ ਮਰਦ ਵਾਲੇ ਪਾਸੇ ਇਸਤਰੀਆਂ ਵਾਲੇ ਤਾਂ ਮਰਦ ਤਾਂ ਕਹਿੰਦਾ ਮੇਰੇ ਨਾਲ ਹਰੇਕ ਹੱਸੇ, ਜੱਫੀ ਪਾ ਕੇ ਮਿਲੇ, ਮੇਰੀ ਘਰ ਵਾਲੀ ਨਾ ਕਿਸੇ ਨੂੰ ਮਿਲੇ ਬਸ। ਜੇ ਮੇਰੀ ਘਰ ਵਾਲੀ ਗੱਲ ਕਰੂ, ਗੱਬੇ ਖੜਨਾ ਮੈਂ, ਚੱਲ 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 ਤੁਰ ਗਾਹਾਂ ਹੋ। ਬਸ ਜਦ ਫਿਰ ਆਲਾ ਖੁੱਲ੍ਹਣਾ ਮੂੰਹ ਦਾ, ਫਿਰ ਤਾਂ ਪਤਾ ਤਾਂ ਜਦ ਲੱਗਣਾ ਨਾ। ਕੀਲੇ 'ਤੇ ਖੜੇ ਤਾਂ ਬਹੁਤ ਸੋਹਣੇ ਲੱਗਦੇ ਆ ਕਈ, ਉਹ ਤਾਂ ਜਦ ਮੂੰਹ ਖੁੱਲੂ ਪਤਾ ਜਦ ਲੱਗਦਾ ਨਾ ਵੀ ਕਹਾਣੀ ਕਿੱਥੇ ਖੜੀ ਹੈ। ਧੀ ਪੁੱਤ ਤੇ ਰਿਸ਼ਤੇਦਾਰੀਆਂ 'ਚ ਸ਼ੱਕ ਨੇ ਸਾਨੂੰ ਉੱਥੇ ਖੜਾ ਦਿੱਤਾ ਹੈ। ਅਸੀਂ ਐਉਂ ਲੱਗਦਾ ਜਿਵੇਂ ਗੁਲਾਮ ਹੋ ਗਏ। ਸ਼ੱਕ ਕਦ ਕਰਦੇ ਹੋ ਤੁਸੀਂ? ਜਦ ਆਪ ਹੀਣੇ ਹੋਵੋ, ਜਦ ਤੁਹਾਡੇ 'ਚ ਜਿਹੜਾ ਉਹ ਤੁਹਾਡੇ ਸਿਸਟਮ ਦੇ ਵਿੱਚ ਚੀਜ਼ ਨਾ ਆਉਂਦੀ ਹੋਵੇ, ਫਿਰ ਤੁਸੀਂ ਅਖੀਰ 'ਚ ਕਹਿਣਾ। ਮੈਂ ਤੁਹਾਨੂੰ ਅੱਗੇ ਵੀ ਸੁਣਾਈ ਆ, ਦਰਵਾਜ਼ੇ ਬੈਠੇ ਕੰਟੈਸਾ ਕਾਰ ਹਲੇ ਨਵੀਂ ਆਈ, ਕੰਟੈਸਾ ਪਿੰਡ 'ਚ ਅਸੀਂ ਕੀ ਦੇਖਣੀ, ਲੁਧਿਆਣੇ 2-4 ਸੀ, ਬੈਠੇ ਬੈਠੇ ਕਹਿੰਦੇ ਬਈ ਬਹੁਤ ਵੱਡੀ ਕਾਰ ਬਣਾਤੀ। ਕਿਹਨਾਂ ਨੇ? ਅੰਬੈਸਡਰ ਵਾਲਿਆਂ ਨੇ ਬਣਾ ਦੀ। ਕਹਿੰਦਾ ਕਿੱਡੀ ਆ? ਕਹਿੰਦਾ ਗੱਡੇ ਜਿੱਡੀ ਜਿਹੜਾ ਮੂਹਰੇ ਲੰਘਿਆ ਜਾਂਦਾ। ਐਡੀ ਕਾਹਦੀ? ਟੈਂਕ ਬਣਾਤਾ। ਨਾਜਰ ਬੈਠਾ ਜਿਹੜਾ ਸਟੀਲ ਹੈੱਡ ਚਲਾਉਂਦਾ ਰਿਹਾ ਕਲਕੱਤੇ, ਉਹ ਕਹਿੰਦਾ ਇਹਦਾ ਨਹੀਂ ਫਾਇਦਾ ਕੋਈ। ਮੈਂ ਕਹਿੰਦਾ ਕਿਉਂ? ਉਹ ਟਾਇਰ ਬਹੁਤ ਘਸਾਉਣਾ ਇਹਨੇ ਅੰਦਰੋਂ, ਇਹਦਾ ਨਹੀਂ ਫਾਇਦਾ ਕੋਈ। ਸਾਡੇ ਸੁਭਾਅ ਦੇ ਵਿੱਚ ਪੈ ਗਈ ਆ। ਮੈਂ ਹੁਣ ਲੇਟਲੀ ਪੰਜਾਬ ਦੀ ਸਰਕਾਰ ਵਾਲੇ ਪਾਸੇ ਨੂੰ ਵੇਖਦਾ, ਉਹ ਜਿੱਤ ਗਏ, ਜਿਤਾਤੇ ਲੋਕਾਂ ਨੇ। ਹੁਣ ਹਰ ਇੱਕ ਚੀਜ਼ ਸਾਨੂੰ ਉੱਥੇ ਸ਼ੱਕੀ ਲੱਗਦੀ ਆ। ਨਿੱਜੀ ਜ਼ਿੰਦਗੀ 'ਚ ਇੱਥੇ ਵੇਖ ਲਓ, ਸ਼ੱਕ ਜਿਹੜੀ ਹੈ ਤੇ ਨਾਲ ਸਾਜ਼ਿਸ਼ ਆ, ਜਿਹੜੀ ਹਰ ਇੱਕ ਚੀਜ਼ ਦੇ ਵਿੱਚ ਸਾਨੂੰ ਸਾਜ਼ਿਸ਼ ਨਜ਼ਰ ਆਉਂਦੀ ਹੈ। ਕਲੀਗੋਂ 7 ਦੋਸਤ ਨੇ ਬਹਿ ਗਏ, ਇੱਕ ਪਰਾਂ ਬੈਠਾ ਉਹ ਕਹਿੰਦਾ ਮੇਰੇ ਖਿਲਾਫ ਗੱਲਾਂ ਕਰਦੇ ਨੇ। ਬੌਸ ਦੇ ਕਮਰੇ 'ਚ ਕੋਈ ਇੱਕ ਨਿਕਲਿਆ ਆਇਆ ਤੁਹਾਡਾ, ਬਸ ਮੇਰੀ ਚੁਗਲੀ ਕਰਕੇ ਆਇਆ। ਬੌਸ ਨੇ ਤਾਂ ਹੀ ਬੁਲਾਇਆ ਨਹੀਂ ਮੈਨੂੰ ਕੱਲ੍ਹ। ਇਹ ਅੰਦਰ ਜਾ ਕੇ ਆਇਆ, ਇਹ ਫੂਕ ਮਾਰਦਾ, ਫਿਰ ਉਹਨੂੰ ਧਰਮ 'ਤੇ ਲੈ ਆਉਣਾ, ਫਿਰ ਉਹਦੀ ਜ਼ਾਤ 'ਤੇ ਲੈ ਆਉਣਾ। ਉਹ ਇਹ ਤਾਂ ਐਂ ਹੀ ਹੁੰਦੇ ਨੇ ਧਰਮ ਵਾਲੇ ਪਾਸੇ। ਫਿਰ ਸੋ ਕਾਲਡ ਅਸੀਂ ਉੱਪਰਲੀ ਕਲਾਸ 'ਚ ਚਲੇ ਜਾਣਾ, ਅਸੀਂ ਸਿੱਖ ਹਾਂ। ਉਹ ਇਹ ਤਾਂ ਐਂ ਹੀ ਹੁੰਦੇ ਨੇ, ਇਹ ਕਰਦੇ ਹੀ ਆ ਉਹਨੇ। ਫਿਰ ਧਰਮ ਵਾਲੇ ਪਾਸੇ, ਜ਼ਾਤ ਵਾਲੇ ਪਾਸੇ ਲੈ ਆਉਣਾ, ਇਹ ਤਾਂ ਐਂ ਹੀ ਹੁੰਦੇ ਨੇ। ਹਰ ਇੱਕ ਚੀਜ਼ 'ਚ ਸਾਨੂੰ ਸਾਜ਼ਿਸ਼ ਲੱਗਦੀ ਹੈ। ਹਰ ਇੱਕ ਚੀਜ਼ 'ਚ ਤੁਸੀਂ ਸ਼ੱਕ ਦੇ ਘੇਰੇ 'ਚ ਲਿਆਉਂਦੇ। 604-204-0600 ਇਹ ਵਾਕਿਆ ਹੀ ਕਹਾਣੀ ਹੈ? ਜੇ ਹੈ ਤਾਂ ਕਿਉਂ ਹੈ? ਕੁਲਵੀਰ ਸਿੰਘ ਲੇਲ, ਲਾਈਨ ਨੰਬਰ 1। ਹਾਂਜੀ ਅਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਇਹ ਗੱਲ ਕੀਤੀ ਵੀ ਸ਼ੱਕ ਜਿਹੜਾ ਇਹ ਇੱਕ ਏਦਾਂ ਦਾ ਚਾਈਨਾ ਮੇਡ ਆਪਣਾ ਬਣ ਗਿਆ ਇਹ ਕੰਮ, ਬੰਦੇ ਵੀ ਚਾਈਨਾ ਮੇਡ ਬਣ ਗਏ। ਜਿਹੜੀ ਤੁਸੀਂ ਨਾ ਗੱਲ ਕੀਤੀ ਆ ਨਾ ਵੀ ਜੇ ਮੈਂ ਜਵਾਨ ਤੋਂ ਗੱਲ ਕਰ ਗਿਆ ਤੇ ਉੱਥੇ ਜਾ ਕੇ ਮੈਂ ਕਹਿੰਦਾ ਯਾਰ ਮੇਰੇ ਤਾਂ ਘਰ ਵਾਲੀ ਨਹੀਂ ਮੰਨਦੀ, ਅਸੀਂ ਤਾਂ ਮਿੰਟ 'ਚ ਘੁੰਮ ਗਏ। ਉਹ ਸ਼ੱਕ ਹੋ ਗਿਆ ਹੁਣ ਪੈਦਾ। ਅੱਗੇ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਸੀ ਨਾ, ਪੁਰਾਣੇ ਬੰਦੇ ਸੀਗੇ, ਉਹਨੂੰ ਸਾਲ ਤੱਕ ਕਹਿ ਦੋ, ਉਹ ਸਾਲ ਤੱਕ ਉਸ ਗੱਲ ਤੇ ਖੜਾ ਹੁੰਦਾ, ਹਾਂ ਵੀ ਤੈਨੂੰ ਮੈਂ ਉਹ ਪੂਰਾ ਤੇਰਾ ਵਾਅਦਾ ਪੂਰਾ ਕਰੂੰਗਾ ਨਾ, ਉੱਥੇ ਖੜ ਜਾਂਦਾ ਸੀ ਜੰਮ ਕੇ ਇੱਟ ਵਾਂਗੂ। ਹੁਣ ਜਿਹੜਾ ਆ, ਹੁਣ ਆਪਣੀ ਨਿੱਜੀ ਜ਼ਿੰਦਗੀ ਲਈ ਸੋਚਦਾ, ਜਿਹੜੀ ਆਪਾਂ ਵਿਸ਼ਵਾਸ ਕਿਸੇ ਤੇ ਬਹੁਤ ਘੱਟ ਹੋ ਗਿਆ। ਜੇ ਵਿਸ਼ਵਾਸ ਕਰਨ ਨੂੰ ਆਪੇ ਹਟ ਗਏ ਨਾ, ਸਾਡੇ ਜਿਹੜੇ ਹਾਲਾਤ ਬਣੇ ਆ ਸਾਰੀ ਦੁਨੀਆ ਦੇ, ਤਾਂ ਹੀ ਆਹ ਬਣੇ ਆ ਨਾ। ਅਸੀਂ ਕਿਸੇ ਤੇ ਵੀ ਚਲੋ ਭੈਣ ਭਰਾ ਤੇ ਹੀ ਹੁਣ ਕੰਨ ਨੂੰ ਹਟ ਗਿਆ, ਦੂਰ ਦੀ ਤਾਂ ਵੱਡੀ ਗੱਲ ਆ ਨਾ, ਕਿਸੇ ਯਾਰ ਦੋਸਤ ਦੀ ਤਾਂ ਵੱਡੀ ਗੱਲ ਆ। ਭਰਾ ਤੇ ਹੀ ਕੰਨ ਨੂੰ ਹਟ ਗਿਆ ਕੋਈ ਨਾ, ਭਰਾ ਨੂੰ ਵੀ ਸ਼ੱਕੀ ਨਿਗਾਹ ਦੇਦਾ ਵੀ ਇਹ ਸਾਲਾ ਆਪਣੇ ਲਈ ਸੋਚਦਾ, ਉਹ ਮੇਰੇ ਲਈ ਨਹੀਂ ਸੋਚਦਾ ਨਾ। ਇਹ ਚੀਜ਼ਾਂ ਸਾਡੇ ਅੱਗੇ ਭਰਾ ਮਗਰ ਜੇ ਖੜ ਜਾਂਦਾ, ਜੀ ਭਰਾ ਨਹੀਂ ਸੀ ਬੋਲਦਾ ਬਈ ਲੜਾਈ ਹੋ ਪਈ ਕਿਸੇ ਨਾਲ, ਤੇ ਭਰਾ ਨੇ ਮਗਰ ਜਾ ਕੇ ਡਾਂਗ ਚਾ ਕੇ ਖੜ ਜਾਂਦੀ, ਜਾਂ ਤਾਂ ਕੋਈ ਉਹਦੇ ਹੱਥ ਲਾ ਜਾਵੇ ਨਾ। ਇਹ ਸੀਗੀ ਨਾ ਕਿ ਯੂਨਿਟੀ ਨਾ। ਹੁਣ ਜੇ ਭਰਾ ਉੱਤੇ ਮੂਹਰੇ ਵੱਢ ਹੁੰਦਾ ਆ ਤੇ ਭਰਾ ਨੇ ਪਰੇ ਨੂੰ ਹੋ ਕੇ ਲੰਘ ਜਾਣਾ ਵੀ ਕੋਈ ਗੱਲ ਨਹੀਂ, ਸਾਲੇ ਨੂੰ ਵੱਢ ਲੈਂਦਾ। ਇਹ ਚੀਜ਼ਾਂ ਸਾਡੇ ਵਿੱਚ ਜਿਹੜੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਆਪਾਂ ਹੁਣ ਆਪਾਂ ਕਹਿੰਦੇ ਐਡਵਾਂਸ ਹੋਈ ਜਾਂਦੇ, ਜਿੱਦਾਂ ਤਾਂ ਐਡਵਾਂਸ ਹੋਈ ਜਾਣਾ ਉਹ ਕੰਪਿਊਟਰ ਵਾਂਗ ਹੋ ਜਾਣਾ ਸੀ। ਪਰ ਕੁਲਵੀਰ ਸਿੰਘ ਜੀ ਕਿਉਂ ਸ਼ੱਕ ਕਰਦੇ ਹਾਂ ਅਸੀਂ? ਸਾਨੂੰ ਹਰ ਗੱਲ 'ਚ ਸਾਜ਼ਿਸ਼ ਕਿਉਂ ਦਿਖਦੀ ਹੈ? ਇਹ ਸਾਜ਼ਿਸ਼ ਜਿਹੜਾ ਘੇਰਾ ਹੀ ਇੰਨਾ ਘੱਟ ਹੋ ਗਿਆ ਨਾ ਆਪਣੇ ਦੁਆਲੇ, ਸਾਜ਼ਿਸ਼ ਵਾਲਾ ਘੇਰਾ ਬਣ ਗਿਆ ਨਾ। ਕਿਉਂ? ਆਪਾਂ ਇੱਕ ਬੰਦਾ ਜਦੋਂ ਆ ਕੇ ਤੁਹਾਡੇ ਟੰਡਿਆਂ ਤੋਂ ਵੀ ਡਰਨ ਲੱਗ ਪੈਂਦਾ। ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰ ਲਿਆ, ਮੈਂ ਕਰ ਲਿਆ, ਤੁਸੀਂ ਕਰ ਲਿਆ ਨਾ, ਜੇ ਆਪਾਂ ਨੂੰ ਇੱਕ ਵਾਰੀ ਉਹ ਧੋਖਾ ਦੇ ਗਿਆ, ਆਪਾਂ ਸੱਚੇ ਬੰਦੇ ਨਾਲ ਵੀ ਫਿਰ ਸ਼ੱਕ ਹੀ ਕਰਨ ਲੱਗ ਪੈਂਦੇ ਆ ਨਾ, ਵੀ ਸੱਚਾ ਵੀ ਇਹ ਵੀ ਸ਼ੱਕੀ ਆ, ਉਹਨੂੰ ਵੀ ਉਸੇ ਗਲੀ 'ਚ ਨਿਗਾਹ ਦਿੰਦੇ, ਭਾਵੇਂ
ਜਿੱਦਾਂ ਹੁਣ ਦੀਪ ਸਿੱਧੂ ਆਪਣੀ ਜਾਨ ਵੀ ਦੇ ਗਿਆ ਉਹ ਹਾਂ। ਹਲੇ ਤੱਕ ਪਿੱਛੇ ਹਲੇ ਵੀ ਉੱਤੇ ਆਪਾਂ ਸ਼ੱਕ ਹਲੇ ਵੀ ਕਰੀ ਜਾਂਦੇ ਆ। ਬਿਲਕੁਲ ਠੀਕ ਗੱਲ। ਹਾਂ, ਸਿਰੇ ਦੀ ਗੱਲ ਕੀਤੀ ਤੁਸੀਂ। ਬੰਦਾ ਤੁਰ ਵੀ ਗਿਆ, ਹਲੇ ਵੀ ਉਹਨਾਂ ਨਾ ਬੰਦਾ RSS ਦਾ ਸੀ। ਪ੍ਰਭਜੋਤਪਾਲ ਸਿੰਘ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਭਾਈ ਸਾਹਿਬ, ਦੇਖੋ ਜਿਹੜੇ ਆ ਆਪਣੇ ਪਰਿਵਾਰਕ ਤੌਰ ਤੇ ਜਿਹੜੀਆਂ ਦੂਸਰੀਆਂ ਸ਼ੱਕਾਂ ਵਾਲੀ ਗੱਲ ਆ, ਉਹ ਤਾਂ ਜਿੱਦਾਂ ਜਿਹੜੇ ਸ਼ੱਕੀ ਬੰਦੇ ਹੈਗੇ ਆ ਉਹਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਦੋ ਹੀ ਤਰ੍ਹਾਂ ਦੇ ਬੰਦੇ ਆ, ਜਾਂ ਤਾਂ ਭਰੋਸਾ ਕਰਦੇ ਆ ਤੇ ਜਾਂ ਸ਼ੱਕ ਕਰਦੇ ਹੈਗੇ ਆ। ਹੁਣ ਜਿਹੜੀ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਆ, ਇੱਕ ਜਿਹੜਾ ਤੁਹਾਡੀ ਜਿਹੜਾ ਤੁਹਾਨੂੰ ਲੱਗਦਾ ਨਾ ਵੀ ਸਾਜ਼ਿਸ਼ ਹੈਗੀ ਆ, ਤੁਹਾਨੂੰ ਉਸ ਗੱਲ ਦੀ ਕਨਫਰਮੇਸ਼ਨ ਹੈਗੀ ਆ, ਤੇ ਉਹਨੂੰ ਜਿਹੜਾ ਆਲੇ ਦੁਆਲੇ ਦਾ ਜਿਹੜਾ ਭਾਈਚਾਰਾ ਆ ਜਿਹੜਾ ਨਹੀਂ ਉਸ ਗੱਲ ਨੂੰ ਮੰਨਣਾ ਚਾਹੁੰਦਾ, ਜਦੋਂ ਉਹ ਕਹਿੰਦਾ ਵੀ ਇਹ ਸ਼ੱਕ ਕਰਦਾ ਆ, ਤੇ ਉੱਥੇ ਆ ਕੇ ਜਿਹੜੀ ਗੱਲ ਜਿਹੜਾ ਜਿਹਨੂੰ ਸਮਝ ਆਉਂਦੀ ਹੁੰਦੀ ਆ ਉਹਦੀ ਗੱਲ ਨੂੰ ਮੇਰਾ ਖਿਆਲ ਆ ਜਿਹੜਾ ਉਧਾਲਣਾ ਬਦਲਣਾ ਬਹੁਤ ਸੌਖਾ ਹੋ ਜਾਂਦਾ, ਇਹ ਕਹਿ ਕੇ ਵੀ ਇਹ ਸ਼ੱਕ ਕਰਦਾ। ਹੁਣ ਜਿਹੜੀ ਪੰਜਾਬ ਦੇ ਵਿੱਚ ਆਈ ਸਰਕਾਰ ਹੈਗੀ ਆ, ਉਹਦੇ ਜਿਹੜੇ ਜੋ ਅੱਜ ਉਹ ਕਾਰਵਾਈਆਂ ਕਰ ਰਹੇ ਆ, ਇਹ ਅਸੀਂ ਸਾਡੇ ਵਰਗੇ ਜਿਹੜੇ ਸੋਚ ਰੱਖਦੇ ਆ, ਉਹ ਪਹਿਲਾਂ ਇਹ ਗੱਲ ਦੱਸ ਰਹੇ ਸੀ ਵੀ ਇਹਨਾਂ ਦਾ ਜਿਹੜਾ ਪੈਟਰਨ ਆ ਆਹ ਹੋਣਾ, ਇਹ ਨਹੀਂ ਆਹ ਕੁਛ ਕਰਨਾ ਹੈਗਾ, ਤੇ ਉਹ ਕੁਛ ਉਹ ਕਰ ਰਹੇ ਆ। ਤੇ ਉਦੋਂ ਇਹ ਗੱਲ ਕਹੀ ਜਾਂਦੀ ਸੀ ਵੀ ਇਹ ਸ਼ੱਕ ਕਰਦੇ ਆ। ਹੁਣ ਜਦ ਕਿ ਉਹ ਸ਼ੱਕ ਨਹੀਂ, ਉਸ ਨੀਅਤ ਵਿੱਚ ਬਦਲ ਗਿਆ, ਤੇ ਉਹਨਾਂ ਉਸ ਸ਼ੱਕ ਕਹਿ ਕੇ ਉਸ ਪਾਰਟੀ ਨੂੰ ਉਹਦਾ ਫਾਇਦਾ ਹੋਇਆ ਹੈਗਾ। ਹੁਣ ਦੂਸਰੇ ਪਾਸੇ ਧਰਮ ਦੀ ਗੱਲ ਆ, ਜਿਹੜਾ ਹੁਣ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪੁਰਬ ਮਨਾਇਆ ਹੈਗਾ, ਉਸੇ ਪੁਰਬ ਨੂੰ ਮੈਂ ਜਦੋਂ ਦੇਖਦਾ ਆ, ਜਦੋਂ ਇੰਦਰਾ ਗਾਂਧੀ ਰਾਮਲੀਲਾ ਗਰਾਊਂਡ ਦੇ ਵਿੱਚ ਆਉਂਦੀ ਆ, ਤਾਂ ਉੱਥੇ ਜਿਹੜੇ ਆ ਜਬਾ ਰੱਖਣ ਵਾਲੇ ਜਿਹੜੇ ਯੋਧੇ ਬੈਠੇ ਸੀ, ਤੇ ਉਹਨੇ ਉਸ ਵਰਤਾਰੇ ਨੂੰ ਕਿੱਦਾਂ ਨਿਭਾਇਆ, ਕਿੱਦਾਂ ਉਸ ਗੱਲ ਦਾ ਸਾਰਾ ਕੁਛ ਕੀਤਾ। ਤੇ ਅੱਜ ਜਿਹੜਾ ਆ ਉੱਥੇ ਜੋ ਕੁਛ ਹੋਇਆ ਹੈਗਾ ਆ, ਉਸ ਗੱਲ ਨੂੰ ਪ੍ਰਚਾਰਿਆ ਬਹੁਤ ਜਾ ਰਿਹਾ ਵੀ ਬਹੁਤ ਸਨਮਾਨ ਕੀਤਾ, ਸਭ ਕੁਛ ਕੀਤਾ ਆ, ਪਰ ਉੱਥੇ ਜਿਹੜਾ ਗੁਰੂ ਦਾ ਜਿਹੜਾ ਸਨਮਾਨ ਆ, ਉਸ ਗੱਲ ਦੀ ਗੱਲ ਦੇਖੀ ਨਹੀਂ ਜਾ ਰਹੀ। ਜੋ ਕੁਛ ਹੋ ਰਿਹਾ ਹੈਗਾ ਆ, ਇਸ ਗੱਲ ਨੂੰ ਜਿਹੜੇ ਸਾਡੇ ਵਰਗੇ ਆ ਸਮਝਦੇ ਸੀ ਵੀ ਹੌਲੀ ਹੌਲੀ ਸਾਨੂੰ ਇੱਥੇ ਲਿਆ ਕੇ ਰੱਖਣਾ ਹੈਗਾ, ਵੀ ਅਸੀਂ ਉਹਨਾਂ ਨੂੰ ਜਿਹੜਾ ਦੁਨਿਆਵੀ ਤੌਰ ਤੇ ਜਿਹੜੇ ਸਾਡੇ ਤੇ ਰਾਜ ਕਰ ਰਿਹਾ, ਉਹਨਾਂ ਨੂੰ ਅਸੀਂ ਸਨਮਾਨ ਦੇਣਾ ਸ਼ੁਰੂ ਕਰ ਦੇਣਾ ਆ, ਤੇ ਜਿਹੜਾ ਸਾਡੇ ਗੁਰੂ ਦਾ ਜਿਹੜਾ ਸਨਮਾਨ ਆ ਉਹ ਲੋਕਾਂ ਦੇ ਵਿੱਚ ਘਟਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ। ਇਸ ਗੱਲ ਨੂੰ ਵੀ ਇਹ ਕਿਹਾ ਜਾਂਦਾ ਸੀ ਕਿ ਸ਼ੱਕ ਕਰਦੇ ਆ, ਜਿਹੜਾ ਅਸਲੀਅਤ ਵਿੱਚ ਆ, ਤੇ ਉਹ ਉਹਨਾਂ ਨੂੰ ਫਾਇਦਾ ਹੋਇਆ ਜਦੋਂ ਇਹ ਗੱਲ ਕਹੀ ਜਾਂਦੀ ਸੀ ਸ਼ੱਕ। ਸੋ ਜਿਹੜੀ ਸ਼ੱਕ ਵਾਲੀ ਗੱਲ ਆ, ਇਹਨੂੰ ਜਿਹੜਾ ਬਹੁਤ ਜਦੋਂ ਅਸੀਂ ਵਰਤਦੇ ਆ ਵੀ ਇਹ ਸ਼ੱਕ ਕਰਦਾ ਆ, ਜਿਹੜਾ ਸਮਝ ਰਿਹਾ ਬੰਦਾ ਹੁੰਦਾ ਆ, ਮੇਰਾ ਖਿਆਲ ਹੈ ਇੱਕ ਵਧੀਆ ਇਹੋ ਔਜ਼ਾਰ ਹੈਗਾ ਆ, ਵਧੀਆ ਇੱਕ ਤਰੀਕਾ ਆ ਵੀ ਉਹਦੀ ਗੱਲ ਨੂੰ ਤੁਸੀਂ ਜੇ ਝੁਠਲਾਉਣਾ ਆ ਵਕਤੀ ਤੌਰ ਤੇ ਕਹਿ ਦਿਓ ਵੀ ਇਹ ਸ਼ੱਕ ਕਰਦਾ ਹੈਗਾ ਆ। ਦੂਸਰੇ ਪਾਸੇ ਜਿਹੜੀ ਆ ਸ਼ੱਕ, ਦੋ ਚੀਜ਼ਾਂ ਅਲੱਗ ਨੇ। ਰੀਅਲਿਸਟਿਕਲੀ ਜਿਹੜਾ ਦੇਖਣਾ ਹੈ ਉਹ ਅਲੱਗ ਗੱਲ ਹੈ। ਸ਼ੱਕ ਆ ਜਿਹੜਾ ਕੰਧ ਤੋਂ ਪਰਲੇ ਬੰਨੇ ਵਿਖਦਾ, ਤੁਸੀਂ ਦੋ ਗੱਲਾਂ ਦਾ ਰਲਗੜ ਨਹੀਂ ਕਰ ਸਕਦੇ। ਇੱਕ ਚੀਜ਼ ਤਾਂ ਸਾਹਮਣੇ ਦਿਖ ਰਹੀ ਹੈ, ਪਰ ਸ਼ੱਕ ਕਰਕੇ ਕਰ ਕੀ ਲੈਣਾ? ਪ੍ਰਭਜੋਤਪਾਲ ਸਿੰਘ ਜੀ, ਜੇ ਸ਼ੱਕੀ ਹੋ ਰਹਿਣਾ, ਉਹ ਚੋਂ ਅਚੀਵ ਕੀ ਹੋਊਗਾ? ਮੈਂ ਬਿਲਕੁਲ ਜਿੱਦਾਂ ਸਾਡੇ ਵਰਗੇ ਬੰਦਿਆਂ ਦੇ ਵਿੱਚ ਬਿਲਕੁਲ ਸ਼ੱਕ ਨਹੀਂ ਹੈਗਾ, ਪਰ ਗੱਲ ਇਹੋ ਆ ਵੀ ਅੱਜ ਜਿਹੜਾ ਕੁਝ ਸਾਹਮਣੇ ਦਿਖ ਰਿਹਾ ਉਹਦੇ ਲਈ ਤਾਂ ਚਿੰਤਤ ਹੋਣਾ। ਉਹਨੂੰ ਸ਼ੱਕ ਦਾ ਸ਼ਬਦ ਵਰਤ ਕੇ ਤਾਂ ਅੱਜ ਜਿਹੜਾ ਆ ਗਲਤ ਲੋਕਾਂ ਨੂੰ ਜਿਹੜਾ ਉਹਦਾ ਐਡਵਾਂਟੇਜ ਦਿੱਤਾ ਜਾ ਰਿਹਾ ਹੈਗਾ। ਥੈਂਕ ਯੂ ਵੀਰ ਜੀ। ਸ਼ੱਕ ਤੇ ਚਿੰਤਾ ਦੋ ਅਲੱਗ ਸ਼ਬਦ ਨੇ ਜੀ, ਬਹੁਤ ਨੇੜੇ ਆ ਉਹ। ਚਿੰਤਾ ਤਾਂ ਕਰਦੇ ਆ ਆਪਣੀ ਮੂਹਰੇ ਅਣਹੋਣੀ ਹੋ ਰਹੀ ਹੋਵੇ, ਇਹਨਾਂ ਨਾਲ ਗਲਤ ਹੋ ਰਿਹਾ। ਸ਼ੱਕ ਜਦ ਕਰਦੇ ਆ ਜਿਹੜੀ ਹਰ ਇੱਕ ਚੀਜ਼ ਅਸੀਂ ਉਸ ਲੈਂਜ 'ਚ ਦੇਖਦੇ ਹਾਂ ਵੀ ਨਹੀਂ ਇਹ ਤਾਂ ਸਾਜ਼ਿਸ਼ ਹੈ, ਬਸ ਹਰ ਇੱਕ ਚੀਜ਼ ਸਾਜ਼ਿਸ਼ ਹੈ, ਪਰ ਉਹਦੇ ਨਾਲ ਤੁਸੀਂ ਐਡਵਾਂਸ ਨਹੀਂ ਹੋ ਰਹੇ, ਉਹਦੇ ਨਾਲ ਤੁਸੀਂ ਮਨੋ ਤੌਰ ਤੇ ਕੰਗਾਲ ਹੋ ਰਹੇ ਹੋ। ਜਿਹੜੀ ਹਰ ਇੱਕ ਚੀਜ਼ ਤੁਸੀਂ ਸ਼ੱਕ ਦੇ ਘੇਰੇ। ਇਹ ਮੈਂ ਇੱਕ ਹੋਰ ਵੀ ਤੁਹਾਨੂੰ ਦੱਸਾਂ, ਜੇ ਮੇਰਾ ਮਨ ਮੇਰਾ ਘਰ ਦੇ ਵਿੱਚ ਘਰ ਦੇ ਜੀਆਂ ਤੇ ਸ਼ੱਕ ਹੈ ਤੇ ਮੈਂ ਕਹਾਂ ਵੀ ਬਾਹਰ ਮੈਂ ਸ਼ੱਕ ਨਹੀਂ ਕਰਦਾ, ਨਾ ਸੁਭਾਅ ਉਹੀ ਰਹਿਣਾ। ਜੇ ਮੈਂ ਧਰਮ ਦੇ ਤੌਰ ਤੇ ਸੱਭਿਆਚਾਰ ਤੇ ਤੌਰ ਤੇ ਸ਼ੱਕ ਕਰਦਾ ਤੇ ਮੈਂ ਘਰੇ ਉਹ ਬਿਰਤੀ ਨਹੀਂ ਲੈ ਕੇ ਜਾਊਂ, ਇਹ ਵੀ ਪੋਸੀਬਲ ਨਹੀਂ ਹੈ। ਚਿੰਤਾ ਅਲੱਗ ਗੱਲ ਹੈ, ਸਾਹਮਣੇ ਚੀਜ਼ ਦੇਖ ਕੇ ਅਸਲ ਬਿਲਕੁਲ ਜਿਹੜੀ ਜੈਵਿਕ ਦੇਖ ਕੇ, ਪਰ ਸ਼ੱਕ ਆ ਵੀ ਹਰ ਇੱਕ ਚੀਜ਼ ਨੂੰ ਸਾਜ਼ਿਸ਼ ਦੇਖਣੀ। ਸਰ ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 3। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਬਿਲਕੁਲ ਠੀਕ ਕਿਹਾ। ਦੇਖੋ, ਇੱਕ ਤੇ ਜਿਹੜੀ ਗੱਲ ਤੁਸੀਂ ਅੱਖਾਂ ਨਾਲ ਵੇਖ ਲਈ ਉਹ ਡਿਫਰੈਂਟ ਸਟੋਰੀ ਆ, ਜਿਹੜੀ ਤੁਸੀਂ ਕਿਸੇ ਤੋਂ ਸੁਣ ਲਈ ਉਹ ਵੱਖਰੀ। ਅੱਛਾ,
ਜਦੋਂ ਤੁਸੀਂ ਕਿਸੇ ਦੀ ਗੱਲ ਨੂੰ ਸੁਣਦੇ ਹੋ ਤੇ ਮੇਰਾ ਖਿਆਲ ਉੱਥੇ ਤੁਹਾਨੂੰ ਆਪਣਾ ਖੁਦ ਦਾ ਦਿਮਾਗ ਯੂਜ਼ ਕਰਨਾ ਚਾਹੀਦਾ। ਕਿਉਂਕਿ ਹਾਂ, ਜਿਹੜੀ ਗੱਲ ਤੁਸੀਂ ਕਹੀ ਆ ਬਿਲਕੁਲ ਇਹ ਗੱਲ ਠੀਕ ਆ। ਜੇ ਅਸੀਂ ਆਮ ਤੌਰ ਤੇ ਸ਼ੱਕ ਦੀ ਨਿਗਾਹ ਦੇ ਵਿੱਚ ਬਾਹਰ ਵੇਖਦੇ ਆ ਤੇ ਫਿਰ ਤੁਹਾਡੀ ਨਿਗਾਹ ਜਿਹੜੀ ਆ ਘਰ ਵੀ ਜਾਂਦੀ ਆ। ਤੁਸੀਂ ਉਸ ਤੋਂ ਵਾਂਝੇ ਨਹੀਂ ਹੋ ਸਕਦੇ ਕਦੇ ਵੀ ਕਿ ਜੇ ਬੰਦਾ ਕਹਿ ਦੇ ਵੀ ਬਾਹਰ ਤੇ ਅੰਦਰ ਮੇਰਾ ਫਰਕ ਹੈਗਾ, ਬਿਲਕੁਲ ਨਹੀਂ। ਇਹ ਜਿਹੜੀਆਂ ਚੀਜ਼ਾਂ ਮੈਂ ਕਹਿੰਦਾ ਵੀ ਜਿਹੜੀ ਜੇ ਸਪੋਜ਼ ਕਰੋ ਤੁਹਾਨੂੰ ਕੋਈ ਸ਼ੱਕ ਕਿਸੇ ਨੇ ਗੱਲ ਕਰਕੇ ਪਾ ਦਿੱਤਾ ਤੇ ਤੁਸੀਂ ਆਪਣਾ ਦਿਮਾਗ ਯੂਜ਼ ਕਰਕੇ ਉਸ ਤੋਂ ਬਾਅਦ ਤੁਹਾਨੂੰ ਚਕੰਨੇ ਹੋਣਾ ਚਾਹੀਦਾ। ਯਾਰ ਇਹ ਗੱਲਾਂ ਬਿਲਕੁਲ ਬੇਵਕੂਫੀਆਂ, ਬਿਲਕੁਲ ਐਵੇਂ ਹੀ ਆ। ਤੁਸੀਂ ਆਪਣੇ ਸਿੱਧੇ ਰਸਤੇ ਤੁਰੇ ਜਾਓ। ਕੁਛ ਕੀ ਹੋ ਰਿਹਾ ਵਾ, ਹਾਂ, ਜਿਹੜਾ ਤੁਹਾਡੇ ਅੱਖਾਂ ਦੇ ਅੱਗੇ ਆਉਂਦਾ ਉਸ ਨੂੰ ਹੀ ਦੇਖ ਕੇ ਤੇ ਆਪਣਾ ਦਿਮਾਗ ਯੂਜ਼ ਕਰੋ ਜੀ। ਥੈਂਕ ਯੂ, ਧੰਨਵਾਦ ਜੀ। ਪ੍ਰੋਗਰਾਮ ਤੁਹਾਡੇ ਤੱਕ ਜੈਰੀ ਬਰਾੜ ਹੋਣੀ ਪਹੁੰਚਾਉਂਦੇ ਆ ਜੀ। 604 762 8899 ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮਾਰਗੇਜ ਜੈਰੀ ਬਰਾੜ। ਤੇ ਫਰੀਵੇ ਮਾਜ਼ਦਾ ਤੋਂ ਮਾਜ਼ਦਾ ਦੀਆਂ ਗੱਡੀਆਂ 104 ਐਵਨਿਊ ਤੇ 154 ਤੋਂ ਲੈਣੀਆਂ। freewayMazda.ca 0.5% ਤੇ ਤੁਹਾਨੂੰ ਲੀਜ਼ ਤੇ 0.5% ਤੇ ਫਾਈਨਾਂਸ ਤੁਹਾਨੂੰ ਹੁੰਦੀ ਹੈ। ਸਰ ਜਰਨੈਲ ਸਿੰਘ ਸੰਘੇੜਾ ਜੀ, ਲਾਈਨ ਨੰਬਰ 4। ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸੰਘੇੜਾ ਸਾਹਿਬ। ਇੱਕ ਤਾਂ ਤੁਸੀਂ ਸਵੇਰੇ ਡਾਕਾ ਮਾਰ ਲਿਆ ਜੀ ਮੇਰੇ ਤੇ। ਮੇਰੇ ਦਿਮਾਗ ਦੀਆਂ ਜਿੰਨੀਆਂ ਗੱਲਾਂ ਸੀ ਸਾਰੀਆਂ ਕੱਢ ਕੇ ਤੁਸੀਂ ਆਪਣੇ ਦਿਮਾਗ 'ਚ ਪੜ ਲਈਆਂ। ਦੇਖ ਲਓ, ਫਿਰ ਪਿਆਰ ਦੀ ਗੱਲ ਹੈ। ਮੈਂ ਕਿਹਾ ਜੀ ਮੈਂ ਹਲਕਾ ਪੈ ਗਿਆ। ਮੈਂ ਕਿਹਾ ਕਮਾਲ ਹੋ ਗਈ ਆ। ਅੱਛਾ, ਹੁਣ ਗੱਲ ਹੈਗੀ ਆ ਜੀ ਸ਼ੱਕ ਦੀ। ਜੀ ਮੈਂ ਤੁਹਾਨੂੰ ਦੱਸਦਾ ਜੀ ਬਈ ਸ਼ੱਕ ਕੋਈ ਕਰੇ ਜਾਂ ਨਾ ਕਰੇ, ਪਰ ਜੇ ਕਿਸੇ ਦਾ ਤੁਸੀਂ ਭਲਾ ਕਰਨਾ ਨਾ ਤਾਂ ਉੱਥੇ ਭਲਾ ਹੀ ਦੇਖਣਾ ਚਾਹੀਦਾ। ਤੁਸੀਂ ਸ਼ੱਕ ਨਹੀਂ ਕਰਨੀ ਚਾਹੀਦੀ ਵੀ ਆਹ ਪੈਸੇ ਮੈਂ ਦੇਣ ਲੱਗਾ ਮੋੜੇ ਜਾਂ ਨਾ ਮੋੜੇ। ਇੱਕ ਗੱਲ। ਦੂਸਰੀ ਗੱਲ ਇਹ ਹੈ ਜੀ, ਮੈਂ ਬਚਪਨ ਦੀ ਤੁਹਾਨੂੰ ਗੱਲ ਦੱਸਣ ਲੱਗਾ। ਬਿਲਕੁਲ ਛੋਟਾ ਜਿਹਾ ਸੀ, ਅਸੀਂ ਹਵੇਲੀਓ ਲੰਘ ਕੇ ਆਉਂਦੇ ਹੁੰਦੇ ਸੀ। ਚਮਾਲੀ ਉਹਨੂੰ ਕਹਿੰਦੇ ਸੀ, ਤੁਸੀਂ ਜਾਣਦੇ ਹੀ ਆ। ਅੱਛਾ, ਉਹ ਭੈਣਾਂ ਨੇ ਕਹਿਣਾ ਉਹ ਚਮਾਲੀ ਬਾਈ ਦੀ ਲੰਘ ਕੇ ਆਇਆ। ਹਾਂ, ਮੈਂ ਚਮਾਲੀ ਬਾਈ ਦੀ ਲੰਘ ਕੇ ਆਇਆ। ਅੱਛਾ, ਛੱਟਾ ਲੈ ਕੇ ਆਇਆ ਖੂਹੀ ਤੋਂ ਕਿ ਨਹੀਂ? ਛੱਟਾ ਲੈ ਕੇ ਸੁੱਚੇ ਹੋਣਾ ਫਿਰ। ਅੱਛਾ, ਨਹੀਂ ਮੈਨੂੰ ਚੇਤਾ ਭੁੱਲ ਗਿਆ ਅੱਜ। ਅੱਛਾ, ਪਰੇ ਖੜਾ ਹੋ, ਛੱਟਾ ਦੇਣਾ ਫਿਰ ਸੁੱਚਾ ਕਰਨਾ। ਇਹ ਗੱਲ ਸੁਣਨ ਵਾਲੀ ਆ ਜੀ, ਧਿਆਨ ਨਾਲ। ਮੈਂ ਬਿਲਕੁਲ ਬੱਚਾ ਹੀ ਸੀ ਅਜੇ। ਮੈਂ ਫਿਰ ਹੌਲੀ ਹੌਲੀ ਬੈਠੇ ਨੇ ਉੱਥੇ ਗੱਲਾਂ ਮੇਰੇ ਦਿਮਾਗ 'ਚ ਆਉਣੀ। ਮੈਂ ਕਿਹਾ ਭੈਣ ਉਹ ਫਿਰ ਜਿਹੜੇ ਗੰਨੇ ਉਹ ਲੈ ਕੇ ਆਉਂਦੇ ਆ ਕਣਕ ਵੱਢਦੇ ਆ, ਉਹ ਨਹੀਂ ਪਿੱਟ ਹੁੰਦੇ। ਹਾਂਜੀ, ਉਹ ਨਹੀਂ ਪਿੱਟ ਹੁੰਦੇ ਫਿਰ। ਅੱਛਾ, ਫਿਰ ਦਬਕਾ ਮਾਰ ਕੇ ਮੈਨੂੰ ਚੁੱਪ ਕਰਾ ਦੇਣਾ। ਇਹੋ ਗੱਲ ਚੁੱਪ ਕਰ। ਅੱਛਾ, ਦੂਸਰੇ ਨੰਬਰ ਤੇ ਗੱਲ ਦੂਜੀ ਆ ਗਈ। ਭੈਣ ਆਹ ਫਿਰ ਜਿਹੜੇ ਕਣਕ ਲੈ ਕੇ ਆਉਂਦੇ ਆ ਘਰ ਸਿੱਟਦੇ ਆ, ਇਹ ਨਹੀਂ ਪਿੱਟ ਹੁੰਦੀ। ਲੋ ਜੀ, ਮੈਂ ਦਬਕੇ ਹੀ ਖਾਧੇ। ਨਹੀਂ ਠੀਕ ਹੈ, ਗੋਦੀ ਚੱਕ ਕੇ ਖੜਾਉਂਦੇ ਰਹੇ। ਤੇ ਕੱਲ ਗੱਲਾਂ ਚੱਲਦੀਆਂ ਨਾ ਜਾਤ ਪਾਤ ਦੀਆਂ, ਆਪਣੇ ਪਿੰਡ 'ਚ ਜਾ ਕੇ ਜਦ ਉਹਨਾਂ ਜਿਨ੍ਹਾਂ ਦੇ ਘਨੇੜੀ ਚੜ੍ਹ ਕੇ ਖੇਲਦੇ ਰਹੇ ਜਾਂ ਉਹਨਾਂ ਦੇ ਮੰਜੇ ਦੌਣ ਦੇ ਪੈਰਾਂ ਵਾਲੇ ਪਾਸੇ ਬੈਠੀ ਦਾ ਜਾ ਕੇ ਫਿਰ ਪਤਾ ਹੁੰਦਾ। ਜਬੜੀਆਂ ਮਾਰਨ ਨੂੰ ਦਾ ਕੋਈ ਫਰਕ ਨਹੀਂ ਹੈ, ਜਿਵੇਂ ਮਰਜ਼ੀ ਮਾਰ ਲਓ। ਸਰ ਗੁਰਮੀਤ ਸਿੰਘ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਦੇਖੋ ਜੀ ਗਿੱਲ ਸਾਹਿਬ, ਸ਼ੱਕ ਬੰਦਾ ਉਦੋਂ ਹੀ ਕਰਦਾ ਜਦੋਂ ਆਪਦੇ ਮਨ 'ਚ ਚੋਰ ਹੁੰਦਾ। ਠੀਕ ਹੈ ਜੀ। ਇਹ ਦੇਖੋ, ਹੁਣ ਮੰਨ ਲਓ ਵੀ ਕੋਈ ਬੰਦਾ ਕਿਤੇ ਜੋਬ ਕਰਦਾ ਆ, ਜੇ ਉਹ ਜੋਬ ਤੇ ਕੁਝ ਗਲਤ ਕਰ ਹੀ ਨਹੀਂ ਰਿਹਾ, ਮੇਰੇ ਉੱਥੇ ਜਾ ਕੇ 100 ਬੰਦੇ ਮੈਨੇਜਰ ਨੂੰ ਮਿਲੀ ਜਾਣ। ਬਿਲਕੁਲ ਠੀਕ ਹੈ, ਜਿਹਨੂੰ ਸੁਪਰਵਾਈਜ਼ਰ ਨੂੰ ਮਿਲੀ ਜਾਣ, ਜਿਹਨੂੰ ਮਰਜ਼ੀ ਮਿਲੋ। ਜਦ ਮੈਂ ਹੀ ਨਹੀਂ ਕੁਝ, ਇਹ ਨਾ ਇੱਕ ਛੋਟਾ ਜਿਹਾ ਨਿੱਕਾ ਜਿਹਾ ਐਗਜ਼ਾਮਪਲ ਹੈ। ਦੂਸਰੀ ਗੱਲ ਇਹ ਆ, ਹਮੇਸ਼ਾ ਬੰਦਾ ਉਦਾਂ ਹੀ ਸੋਚਦਾ ਆ ਜਿੱਦਾਂ ਉਹ ਬੰਦਾ ਆਪ ਹੁੰਦਾ। ਸਵਾਦ ਦੀ ਗੱਲ ਲਿਆਤੀ। ਬਿਲਕੁਲ ਠੀਕ ਹੈ ਜੀ। ਕਿਉਂਕਿ ਜਿਹੜੀ ਚੀਜ਼, ਹੁਣ ਦੇਖੋ ਹਰੇਕ ਬੰਦੇ ਦਾ ਦਿਮਾਗ ਅੱਡ ਤਰੀਕੇ ਨਾਲ ਕੰਮ ਕਰਦਾ ਹੈ। ਮੇਰੀ ਜਿੰਨੀ ਕੁ ਸੋਚ ਹੈ, ਮੇਰੇ ਸੋਚ ਦੇ ਵਿੱਚ ਜੇ ਸ਼ੱਕ ਹੈ ਤਾਂ ਜੇ ਕੋਈ ਗੱਲ ਹੋ ਰਹੀ ਹੈ, ਅਗਲਾ ਬੰਦਾ ਜੇ ਉਦਾਂ ਕਰ ਰਿਹਾ ਤਾਂ ਮੇਰੇ ਦਿਮਾਗ 'ਚ ਜਿੰਨੀ ਕੁ ਮੇਰੀ ਸੋਚ ਹੈ ਉਨੀ ਕੀ ਗੱਲ ਘੁੰਮਣੀ ਹੈ। ਮੈਨੂੰ ਇਹ ਲੱਗਣਾ ਵੀ ਹਾਂਜੀ, ਕਿਉਂਕਿ ਮੇਰਾ ਦਾਇਰਾ ਉਹ ਹੈ, ਮੇਰਾ ਘੇਰਾ ਉਹ ਹੈ ਹਨਾ। ਸੋ ਤਾਂ ਕਰਕੇ ਸ਼ੱਕ ਨਾਂ ਦੀ ਇੱਕ ਡਰ ਤੇ ਸ਼ੱਕ ਬਹੁਤ, ਇਹ ਡਰ ਹੈ ਜਿਹੜਾ ਡਰ ਤੇ ਸ਼ੱਕ ਇਹ ਦੋਨੋਂ ਭਾਈ ਹੈ। ਬਿਲਕੁਲ ਜੀ, ਡਰ ਸ਼ੱਕ ਚਿੰਤਾ ਬਹੁਤ ਪੈਰਲਲ ਨੇ ਤੇ ਬਿਲਕੁਲ ਮਹੀਨ ਫਰਕ ਆ ਤਿੰਨਾਂ 'ਚ। ਹਾਂਜੀ, ਤੇ ਡਰ ਦੇ ਨਾਲ ਹੀ ਸ਼ੱਕ ਪੈਦਾ ਹੁੰਦਾ, ਸ਼ੱਕ ਦੇ ਨਾਲ ਹੀ ਡਰ ਪੈਦਾ ਹੁੰਦਾ, ਤੇ ਦੋਨਾਂ ਦੇ ਨਾਲ ਹੀ ਚਿੰਤਾ ਪੈਦਾ ਹੁੰਦੀ ਹੈ। ਬਿਲਕੁਲ ਠੀਕ ਆ ਬਾਈ ਜੀ, ਥੈਂਕ ਯੂ। ਲੱਕੀ ਧਾਲੀਵਾਲ ਜੀ, ਲਾਈਨ ਨੰਬਰ 3। ਗਿੱਲ ਸਾਹਿਬ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਤੁਹਾਡੀ ਆਵਾਜ਼ ਸੁਣ ਲਈ ਦੀ ਹੈ, ਬਹੁਤ ਦਿਲ ਨੂੰ ਖੁਸ਼ੀ ਹੁੰਦੀ ਆ। ਦਿਨੇ ਨਹੀਂ ਸੁਣ ਹੁੰਦਾ ਤਾਂ ਰਾਤ ਨੂੰ ਤੁਹਾਡਾ ਰਿਪੀਟਡ ਪ੍ਰੋਗਰਾਮ ਸੁਣੀਦਾ ਹੀ ਸੁਣੀਦਾ। ਧੰਨਵਾਦ ਜੀ, ਧੰਨਵਾਦ। ਕਿਉਂਕਿ ਟਰੱਕਾਂ ਕਈ ਵਾਰੀ ਦੂਰ ਨੇੜੇ ਹੋਈਦਾ ਗੱਲ। ਜੀ 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 ਜੀ। ਮੈਂ ਵੀਰ ਜੀ ਗੱਲਾਂ ਦੋ ਹੀ ਕਰੂੰਗਾ, ਕਿਉਂਕਿ ਗੱਲਾਂ ਤਾਂ ਬਹੁਤ ਸੀ ਕਰਨ ਵਾਲੀਆਂ। ਜਿਹੜੀਆਂ ਮੇਰੀਆਂ ਗੱਲਾਂ ਜਿਹੜੇ ਸਾਡੇ ਪਹਿਲੇ ਕਾਲਰ ਦਾ ਵੀਰ ਜੀ ਹੁਣ ਕਹਿ ਚੁੱਕੇ ਆ, ਉਹ ਮੈਂ ਦੁਬਾਰਾ ਰਿਪੀਟ ਨਹੀਂ ਕਰੂੰ ਤੁਹਾਡੇ ਟਾਈਮ ਨੂੰ ਮੁੱਖ ਰੱਖਦਾ ਹੋਇਆ।
ਐਟ ਦੇ ਐਂਡ ਤੇ ਵੀਰ ਜੀ ਇਹੀ ਕਹੂੰ, ਜਿਹੜੇ ਘਰ ਦੇ ਵਿੱਚ ਸ਼ੱਕ ਸੁਭਾ ਵਾ ਉਦੋਂ ਵੱਡਾ ਕੋਈ ਨਰਕ ਨਹੀਂ ਗਾ। ਬਿਲਕੁਲ ਠੀਕ ਹੈ। ਹਾਂਜੀ, ਜਿਹੜੇ ਕੰਮਾਂ ਕਾਰਾਂ ਤੇ ਸ਼ੱਕ ਸੁਭਾ ਕਰਨੀ ਉਹ ਡਿਫਰੈਂਟ ਸਟੋਰੀ ਆ। ਚਲੋ ਕਿਸੇ ਨੂੰ ਫੋਰਮੈਨ ਨੇ ਸੌਖੇ ਥਾਂ ਤੇ ਲਾਤਾ, ਔਖੇ ਥਾਂ ਤੇ ਲਾਤਾ, ਉਹਨੂੰ 4 ਪੈਸੇ ਵੱਧ ਬਣ ਗਏ ਘੱਟ ਬਣ ਗਏ। ਪਰ ਵੀਰ ਜੀ ਮੇਰਾ ਇੱਕੋ ਗੱਲ ਦਾ ਨਿਚੋੜ ਕੱਢਣਾ ਚਾਹੁੰਦਾ, ਤੁਹਾਡੇ ਟਾਈਮ ਨੂੰ ਦੇਖਦਾ ਹੋਇਆ ਹੋਰ ਵੀ ਕੱਲ ਦੇਖਦੇ ਹੋਣੇ ਆ, ਸਾਡੇ ਜਿੰਨੇ ਭੈਣ ਭਰਾ ਸੁਣਦੇ ਆ, ਸਪੈਸ਼ਲੀ ਕਪਲ, ਜਿਹਦੇ ਘਰ ਵਿੱਚ ਸ਼ੱਕ ਸੁਭਾ ਵੜ ਗਈ ਨਾ, ਉਹ ਤੁਹਾਡਾ ਏਦੋਂ ਵੱਡਾ ਨਰਕ ਨਹੀਂ। ਇਹੀ ਬੇਨਤੀ ਆ, ਇਸ ਚੀਜ਼ ਨੂੰ ਕੱਢੋ। ਧੰਨਵਾਦ ਬਾਈ। ਜੇ ਸਵਰਗ ਦੀ ਜ਼ਿੰਦਗੀ ਜੀਣਾ। ਥੈਂਕ ਯੂ ਵੀਰ ਜੀ। ਧੰਨਵਾਦ ਜੀ। ਚਲੋ ਪਰਿਵਾਰ ਦੀ ਗੱਲ, ਤੁਸੀਂ ਧਾਰਮਿਕ ਤੌਰ ਤੇ, ਸਮਾਜਿਕ ਤੌਰ ਤੇ, ਰਾਜਨੀਤਿਕ ਤੌਰ ਤੇ ਸ਼ੱਕ 'ਚ ਜਾਂ ਤੁਸੀਂ ਇੱਕ ਤਾਂ ਚੀਜ਼ ਸਾਹਮਣੇ ਤੁਹਾਨੂੰ ਦਿਖ ਗਈ, ਇਹ ਤੁਸੀਂ ਵੇਖ ਲਈ, ਉਹਦੇ ਤੱਕ ਕਹਾਣੀ ਖਤਮ ਹੋ ਗਈ। ਪਰ ਜਦ ਤੁਸੀਂ ਹਰ ਵਕਤ ਇੱਕ ਭੈ 'ਚ, ਇੱਕ ਸ਼ੱਕ 'ਚ, ਇੱਕ ਚਿੰਤਾ 'ਚ, ਹਰ ਇੱਕ ਗੱਲ ਨੂੰ ਤੁਸੀਂ ਉਸ ਚੀਜ਼ ਤੇ ਲਾ ਕੇ ਖਾਣਾ, ਨਾ 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 ਇਹ ਨਹੀਂ ਕਹਾਣੀ। ਅੱਛਾ, ਇੱਕ ਹੋਰ ਪਿਛਲੇ ਸਮੇਂ ਦੇ ਵਿੱਚ ਵਿਚਰੇ ਹੋ ਕਰ, ਉਹ ਨਾ ਅਸੀਂ ਇਹ 'ਚੋਂ ਬਹੁਤ ਨਿਕਲਿਆ, ਅਸੀਂ ਬਹੁਤ ਦੇਖਿਆ। ਉਹ ਮੈਂ ਮੰਨ ਸਕਦਾ ਉਸ ਸਮੇਂ ਕੋਈ ਚੀਜ਼ ਹੋਈ ਹੋਊ, ਉਹਨੂੰ ਅੱਜ ਦੇ ਸਮੇਂ 'ਚ ਤੁਸੀਂ ਕਿਵੇਂ ਉਹਦਾ ਮੁਲਾਂਕਣ ਕਰੋਗੇ। ਮੈਂ ਇਸ ਨੂੰ ਇਸ ਤਰ੍ਹਾਂ ਦੇਖਦਾ ਵੀ ਜਦ ਤੁਸੀਂ ਖੁਦ ਜਿਹੜੇ ਲੈਵਲ 'ਤੇ ਹੋ ਨਾ, ਖੁਦ ਜੇ ਤੁਸੀਂ ਚਰਿੱਤਰਹੀਣ ਹੋ, ਤੁਹਾਡੇ 'ਚ ਦਮ ਨਹੀਂ, ਤੁਸੀਂ ਚੁਗਲੀ ਕਰਨੀ ਆ, ਕਿਸੇ ਦੀ ਪਿੱਠ ਨੂੰ ਵੱਢਣਾ, ਤੁਹਾਨੂੰ ਜਦ ਤੁਸੀਂ ਦੂਜੇ ਅਕਸ ਦੇਖਣੋਗਾ, ਨਾ ਇਹੀ ਹੈ, ਇਸ ਤਰ੍ਹਾਂ ਹੀ ਹੈ, ਕਹਾਣੀ ਇਹੀ ਹੈ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 2। ਧੰਨਵਾਦ ਸਰਦਾਰ ਜੀ। ਜੀ ਸਤਿ ਸ਼੍ਰੀ ਅਕਾਲ। ਜਿਹੜਾ ਇਹ ਵਿਸ਼ਾ ਨਾ, ਦੇਖੋ ਗੁਰੂ ਸਾਹਿਬ ਦੀ ਇੱਕ ਤੁਕ ਮੈਨੂੰ ਯਾਦ ਆਈ। ਮਹਾਰਾਜ ਜੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਏ ਅਕਲੀ ਕੀਚਾ ਦਾਨ ਜੀ। ਇਹਦੇ ਵਿੱਚ ਸਾਰੇ ਕੰਮਾਂ ਦੀ ਜਿਹੜੀ ਗੱਲਬਾਤ ਆ ਉਹ ਅਕਲ ਕੀ ਹੈ? ਅਕਲ ਹੈ ਉਹ ਗਿਆਨ ਜਿਹੜਾ ਮਨੁੱਖ ਦੇ ਸਵੈ ਭਰੋਸੇ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਜੀ। ਨਿਰਣਾ ਕਰਨ ਦੀ ਜਿਹੜੀ ਮਤਲਬ ਨਿਰਣਾ ਕਰਨ ਦੀ ਜਿਹੜੀ ਤਾਕਤ ਮਨੁੱਖ ਕੋਲੇ ਆਉਂਦੀ ਹੈ, ਉਹ ਆਉਂਦੀ ਆ ਸਵੈ ਭਰੋਸੇ ਤੋਂ। ਤੇ ਸਵੈ ਭਰੋਸਾ ਮਨੁੱਖ ਕੋਲੇ ਉਦੋਂ ਬਣਦਾ ਜਦੋਂ ਉਹ ਆਤਮਿਕ ਤੌਰ ਤੇ, ਅੰਤਸ਼ਕਰਨ ਦੇ ਤੌਰ ਤੇ, ਜਾਂ ਇਉਂ ਕਹੋ ਵੀ ਆਪਣੇ ਆਪ ਵਿੱਚ ਸਪਸ਼ਟ ਹੁੰਦਾ ਹੈ। ਜਦੋਂ ਮਨੁੱਖ ਦੀ ਆਪਣੇ ਆਪ ਦੀ ਸਪਸ਼ਟਤਾ ਉਜਾਗਰ ਹੁੰਦੀ ਹੈ, ਫਿਰ ਉਹਦਾ ਆਤਮਿਕ ਭਰੋਸਾ ਬਣਦਾ। ਆਤਮਿਕ ਭਰੋਸਾ ਮਨੁੱਖ ਦਾ ਉਹ ਬਲ ਹੈ ਜਿਹੜਾ ਕਿਸੇ ਵੀ ਸ਼ੱਕ ਨੂੰ ਨੇੜੇ ਨਹੀਂ ਆਉਣ ਦਿੰਦਾ। ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਤੁਸੀਂ ਜੱਜ ਕਰਦੇ ਹੋ, ਤੁਸੀਂ ਜੱਜ ਕਰਨ ਦੀ ਖਾਤਰ ਤੁਹਾਡੇ ਕੋਲ 2-3 ਪਹਿਲੂਆਂ ਦੇ ਨਿਰਣੇ ਕਰਨ ਦੀ ਯੋਗਤਾ ਚਾਹੀਦੀ ਹੈ ਜੀ। ਇਸ ਦਾ ਕਰੈਕਟਰ ਕੀ ਹੈ, ਇਸ ਦੀ ਬੋਲਚਾਲ ਦਾ ਲਹਿਜਾ ਕੀ ਹੈ, ਔਰ ਇਹਦੀ ਬੋਡੀ ਲੈਂਗੁਏਜ ਜਿਹੜੀ ਹੈ ਉਹ ਕਿਹੜੇ। ਜਦੋਂ ਇਹਨਾਂ ਚੀਜ਼ਾਂ ਦਾ ਨਿਰਣਾ ਕਰਨ ਦੀ ਯੋਗਤਾ ਮਨੁੱਖ ਦੇ ਸਵੈ ਭਰੋਸਾ ਮਨੁੱਖ ਉਦੋਂ ਆਉਂਦਾ ਜਦੋਂ ਉਹ ਆਪਣੇ ਆਪ ਵਿੱਚ ਇਹਨਾਂ ਚੀਜ਼ਾਂ ਤੋਂ, ਦੁਸ਼ਵਾਰੀਆਂ ਤੋਂ ਸਪਸ਼ਟ ਹੋ ਜਾਂਦਾ, ਕਲੀਅਰ ਹੋ ਜਾਂਦਾ। ਸੋ ਮਨੁੱਖ ਦੀ ਬੇਸਿਕਲੀ ਇਹ ਆਪਣੇ ਆਪ ਦੀ ਇੱਕ ਸਮੱਸਿਆ ਹੈ, ਇਹ ਲੋਕਾਂ ਦੀ ਸਮੱਸਿਆ ਨਹੀਂ ਹੈ। ਜਦੋਂ ਤੁਸੀਂ ਸਰਦਾਰ ਦੀਪ ਦੀ ਇੱਕ ਗੱਲ ਕੀਤੀ ਆ, ਉਹਨੇ ਇੱਕ ਗੱਲ ਕੀਤੀ ਸੀ ਵੀ ਜਦੋਂ ਜੇਲ੍ਹ 'ਚ ਸੀ, ਉਹਨੂੰ ਇੱਕ ਮੁਸਲਿਮ ਆਗੂ ਨੇ ਇੱਕ ਸ਼ਬਦ ਕਹੇ ਸੀ ਕਿ ਜਦੋਂ ਤੂੰ ਹੁਣ ਬਾਹਰ ਜਾਵੇਂਗਾ ਤੈਨੂੰ ਸਾਰੇ ਵੱਡੇ ਕੁੱਤੇ ਵਾਂਗੂ ਪੈਣਗੇ। ਉਹ ਸਾਰੇ ਤੈਨੂੰ ਕਹਿਣਗੇ ਵੀ ਤੂੰ ਤਾਂ ਕਿਸੇ ਕੰਮ ਦਾ ਨਹੀਂ ਹੈ। ਕਹਿੰਦਾ ਇਹ ਤੁਹਾਡੀ ਆਪਣੀ ਜੀਵਨ ਦੀ ਗਾਹਾਂ ਵਧੂ ਜਿਹੜੀ ਸਥਿਤੀ ਹੈ, ਉਸ ਦੇ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਪਹਿਲੀ ਪੌੜੀ ਹੈ। ਜਦੋਂ ਮਨੁੱਖ ਆਤਮਿਕ ਵਿਸ਼ਵਾਸ ਵਿੱਚ ਪੱਕਾ ਹੋ ਜਾਂਦਾ, ਉਹਨੂੰ ਇਹ ਨਿਰਣਾ ਹੋ ਜਾਂਦਾ ਕਿ ਮੈਂ ਬਿਲਕੁਲ ਗਲਤ ਨਹੀਂ ਕਰ ਰਿਹਾ, ਮੈਂ ਬਿਲਕੁਲ ਅਸੂਲਨ ਤੌਰ ਦੇ ਉੱਤੇ ਜੀਵਨ ਜਿਉਣ ਦੀ ਜਿਹੜੀ ਕੋਸ਼ਿਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ, ਉਹਨੂੰ ਕਦੇ ਵੀ ਸ਼ੱਕ ਨਹੀਂ ਹੁੰਦਾ। ਕਿਉਂਕਿ ਸ਼ੱਕ ਵਾਲਾ ਵਿਅਕਤੀ ਜਾਂ ਸ਼ੱਕ ਵਾਲਾ ਜਿਹੜਾ ਕੋਈ ਪਹਿਲੂ ਆ, ਉਹ ਤੁਹਾਡਾ ਨੁਕਸਾਨ ਨਹੀਂ ਓਨਾ ਕਰਦਾ ਜਿੰਨਾ ਤੁਸੀਂ ਆਪਣੇ ਵਿਸ਼ਵਾਸ ਤੋਂ ਟੁੱਟ ਕੇ ਆਪਣਾ ਨੁਕਸਾਨ ਕਰਦੇ। ਜੀ ਧੰਨਵਾਦ। ਧੰਨਵਾਦ ਸਰਦਾਰ ਜੀ। ਧੰਨਵਾਦ ਸਰ। ਕੁਲਵੰਤ ਸਿੰਘ ਜੀ, ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਵੀਰ ਜੀ। ਜੀ ਸਤਿ ਸ੍ਰੀ ਅਕਾਲ। ਕਾਲਰ ਨੇ ਬੜੀ ਸੋਹਣੀ ਗੱਲ ਕਹੀ ਹੈ ਜੀ। ਇਹ ਮੈਨੂੰ ਕੁਝ ਸਾਲ ਪਹਿਲਾਂ ਕਿਸੇ ਬੰਦੇ ਨੇ ਰਾਹ ਪਾਇਆ ਸੀ ਤੇ ਮੇਰੇ ਕੰਮ ਬਹੁਤ ਆਈ ਇਹ ਚੀਜ਼। ਅੱਛਾ ਜੀ। ਵਿਸ਼ਵਾਸ ਤੇ ਵਿਸ਼ਵਾਸ ਘਾਟ। ਘਾਟ। ਹਾਂਜੀ। ਬੇਵਕੂਫ ਤੇ ਬਹੁਤ ਵੱਡਾ ਬੇਵਕੂਫ। 4 ਗੱਲਾਂ ਕਹੀਆਂ ਸੀ, ਮੇਰੀ ਜ਼ਿੰਦਗੀ 'ਚ ਬਹੁਤ ਕੰਮ ਆਈਆਂ। ਉਹ ਕਹਿੰਦਾ ਵੀ ਵਿਸ਼ਵਾਸ ਘਾਟ ਉਦੋਂ ਹੁੰਦਾ ਜਦੋਂ ਜਾਣੇ ਅਣਜਾਣੇ ਵਿੱਚ ਅਸੀਂ ਵਿਸ਼ਵਾਸ ਕਰਕੇ ਤੇ ਉਹਦੇ ਤੇ ਆਸ ਲਾ ਕੇ ਬਹਿ ਜਾਂਦੇ ਆ।
ਤੇ ਵਿਸ਼ਵਾਸਘਾਤ ਜੋ ਅਸੀਂ ਕਰ ਦਿੰਦੇ ਆ ਤੇ ਉਦੋਂ ਅਸੀਂ ਆਪਣੇ ਵਿਸ਼ਵਾਸ ਦਾ ਕਤਲ ਕਰ ਦਿੰਦੇ ਆ, ਅਸੀਂ ਜ਼ਿੰਦਗੀ ਜੀਣ ਜੋਗੇ ਨਹੀਂ ਰਹਿੰਦੇਗੇ ਫਿਰ। ਵਾਹ। ਬੇਵਕੂਫ ਉਹ ਕਹਿੰਦਾ ਵੀ ਤੁਸੀਂ ਕਿਸੇ ਬੰਦੇ ਨੂੰ ਕਹਿੰਦਾ ਇੱਕ ਵਾਰੀ ਬੇਵਕੂਫ ਬਣਾ ਸਕਦੇ ਆ, ਦੂਜੀ ਵਾਰ ਕਹਿੰਦਾ ਉਹਨੇ ਤਾਂ ਕੀ ਕਿਸੇ ਹੋਰ ਨੇ ਵੀ ਤੁਹਾਡੇ ਤੇ ਯਕੀਨ ਨਹੀਂ ਕਰਨਾ। ਬਹੁਤ ਵੱਡੀ ਗੱਲ ਹੈ, ਸਾਰਾ ਜ਼ਿੰਦਗੀ। ਫਿਰ ਕਹਿੰਦਾ ਬਹੁਤ ਵੱਡਾ ਬੇਵਕੂਫ, ਜਦੋਂ ਤੁਸੀਂ ਰਿਸਕ ਲੈ ਰਹੇ ਕਿਸੇ ਨੂੰ ਇਹ ਸਮਝ ਰਹੇ ਵੀ ਇਹ ਬੰਦਾ ਬੇਵਕੂਫ ਆ, ਕਹਿੰਦਾ ਉਦੋਂ ਵੱਡੇ ਤੁਸੀਂ ਬੇਵਕੂਫ ਆ, ਕਹਿੰਦਾ ਤੁਹਾਡੇ ਨਾਲ ਧੋਖਾ ਕਰ ਸਕਦਾ, ਕਹਿੰਦਾ ਹੋ ਸਕਦਾ ਮਚਲਾ ਹੋਇਆ ਹੋਵੇ। ਤੇ ਇਹ ਗੱਲਾਂ ਤੇ ਮੈਂ ਫਰਕ ਵੀ ਕੀਤਾ ਤੇ ਮੇਰੇ ਨਾਲ ਖੁਦ ਨਾਲ ਹੋਇਆ ਵੀ ਆ। ਜਦੋਂ ਮੈਂ ਪੱਕਾ ਹੋਇਆ ਜੀ ਇਟਲੀ ਦੇ ਵਿੱਚ ਜੀ, ਤੇ ਮੇਰੇ ਨਾਲ ਕੰਮ ਕਰਦਾ ਸੀ ਆਪਣਾ ਇੰਡੀਅਨ ਬੰਦਾ ਸੀ, ਤੇ ਉਹਨੂੰ ਸ਼ੱਕ ਪੈ ਗਈ ਵੀ ਮੈਨੂੰ ਮਾਲ ਕੇ ਪੱਕਾ ਹੋ ਗਿਆ ਤਾਂ ਕੰਮ ਤੋਂ ਕੱਢ ਦੂ। ਪੇਪਰ ਖੁੱਲ ਕੇ ਮੈਂ ਪੇਪਰ ਫੜਾਏ, ਉਹਨੂੰ ਲਿਜਾ ਕੇ, ਮੀਂਹ ਪੈਂਦਾ ਸੀ ਤੇ ਮੈਂ ਮੇਰੇ ਪੇਪਰ ਭਰਦੇ। ਕਹਿੰਦਾ ਵੀ ਤੂੰ ਕਹਿੰਦਾ ਮੇਰੇ ਕੰਮ ਨਹੀਂ ਕਰਨਾ। ਮੈਂ ਕਿਹਾ ਤੈਨੂੰ ਉਹਨੇ ਕਿਹਾ? ਤੇ ਕਹਿੰਦਾ ਤੈਨੂੰ ਕਿਉਂ? ਕਹਿੰਦਾ ਨਹੀਂ ਉਹਨੇ ਨਹੀਂ ਕਿਹਾ ਗਾ। ਮੈਨੂੰ ਤਾਂ ਪਤਾ ਸੀਗਾ ਵੀ ਉਹਨੇ ਕੰਮ ਕਰਤਾ, ਵੀ ਉਹਨੇ ਉਹਦਾ ਰਿਸ਼ਤੇਦਾਰ ਆਇਆ ਬੈਠਾ, ਵੀ ਉਹਨੇ ਕਿਹਾ ਹੋਣਾ, ਉਂਗਲ ਲਾਈ ਹੋਣੀ ਆ। ਮੈਂ ਕਿਹਾ ਵੀ ਮੈਨੂੰ ਉਹ ਛੱਡ ਚ ਕਿਹਾ ਚ ਨਹੀਂ ਕਿਹਾ, ਮੈਨੂੰ ਆਪਣੇ ਕੰਮ ਤੇ ਯਕੀਨ ਸੀ। ਮੈਂ ਕਿਹਾ ਵੀ ਤੂੰ ਦੱਸ ਵੀ ਪੇਪਰ ਭਰਨੇ ਆ ਜਾਂ ਨਹੀਂ ਭਰਨੇ, ਜੇ ਤੂੰ ਨਹੀਂ ਭਰਨੇ ਤੇਰਾ ਕੀ ਖਿਆਲ ਮੈਂ ਕੱਲ ਨੂੰ ਕੰਮ ਤੇ ਆਊਂਗਾ? ਉਹਨੇ ਜੀ ਉਸੇ ਟਾਈਮ ਹੀ ਪੇਪਰ ਫੜੇ, ਉਸੇ ਟਾਈਮ ਹੀ ਭਰਤੇ। ਤੇ ਜੇ ਮੈਂ ਉੱਥੇ ਲੱਗ ਜਾਂਦਾ, ਕੰਫਿਊਜ਼ਨ ਚ ਹੋ ਜਾਂਦਾ, ਤੇ ਮੈਂ ਰਹਿ ਗਿਆ ਸੀ। ਥੈਂਕ ਯੂ ਵੀਰ ਜੀ। ਸਮਾਂ ਥੋੜ੍ਹਾ ਹੁੰਦਾ ਜੀ, ਤੁਹਾਡੀ ਇੰਟਰੈਕਸ਼ਨ ਘੱਟ ਜਾਂਦੀ ਹੈ, 5-6 ਕਾਲਰ ਲੈ ਹੁੰਦੇ ਨੇ, ਪਰ ਜਿੰਨਾ ਤੁਹਾਨੂੰ ਪਤਾ ਹੀ ਹੈ। ਪਰ ਮੈਂ ਇਸ 'ਤੇ ਇੱਕ ਗੱਲ ਕਰਾਂ, ਅਖੀਰ 'ਚ ਜਾਂਦਾ ਜਾਂਦਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਅਸੀਂ ਖੋਲ੍ਹੀਏ, ਥੋੜ੍ਹਾ ਜਿਹਾ ਸਾਡਾ ਚੁਗਿਰਦਾ ਵੱਡਾ ਕਰੀਏ। ਮੈਂ ਇਸ ਦੇ ਵਿੱਚ ਇਹ ਨਹੀਂ ਕਹਿੰਦਾ ਬਈ ਚੋਰ ਆ ਕੇ ਸੰਨ ਲਾ ਲੈਣ ਤੇ ਤੁਸੀਂ ਖੁੱਲ੍ਹਾ ਦਿਲ ਕਰੋ, ਇਹ ਨਹੀਂ ਗੱਲ ਹੈ। ਚੋਰ ਤਾਂ ਤੁਹਾਡੀ ਚਾਰ ਦੀਵਾਰੀ ਦੇ ਨੇੜੇ ਵੀ ਨਹੀਂ ਆਉਣਾ ਚਾਹੀਦਾ। ਉਹ ਕਿਸੇ ਤਰੀਕੇ ਨਾਲ ਰੁਕਦਾ, ਜਿਵੇਂ ਵੀ ਰੁਕਦਾ, ਅਧਿਕਾਰਤ ਖੇਤਰ 'ਚ ਰੁਕਦਾ, ਅਧਿਕਾਰ ਖੇਤਰ ਤੋਂ ਬਾਹਰ ਰੁਕਦਾ, ਬੱਖਲ 'ਚ ਜਾਣੀ ਚਾਹੀਦੀ ਹੈ ਉਹਦੇ। ਮਤਲਬ ਮੈਂ ਸਮਝਾ ਰਿਹਾ ਗੱਲ ਇੱਕ, ਪਰ ਉਹਨੂੰ ਤੁਸੀਂ ਹਰ ਜਗ੍ਹਾ ਨਹੀਂ ਲਾ ਸਕਦੇ। ਜ਼ਿੰਦਗੀ ਬਹੁਤ ਛੋਟੀ ਹੈ, ਜ਼ਿੰਦਗੀ ਦੇ ਵਿੱਚ ਇਹ ਸਮੇਂ ਲਈ, ਇਹ ਕੰਮਾਂ ਲਈ ਸਮਾਂ ਨਹੀਂ ਹੈ। ਪਿੱਠ ਤੇ ਕਿਸੇ ਦੇ ਵਾਰ, ਕਿਸੇ ਨੂੰ ਇੱਧਰ ਕਿਸੇ ਨੂੰ ਉੱਧਰ। ਤੇ ਇੱਕ ਹੋਰ, ਜਦ ਚੁਗਲੀ ਸ਼ੁਰੂ ਹੁੰਦੀ ਆ ਨਾ ਕਿਸੇ ਦੀ, ਤੁਹਾਡੇ ਨਾਲ ਦੋਸਤ ਕੋਈ ਸ਼ੁਰੂ ਕਰਦਾ, ਤੀਜੇ ਦੀ, ਕਾਮਨ ਫਰੈਂਡ ਦੀ, ਰੋਕਿਆ ਕਰੋ ਉੱਥੇ। ਉਹ ਕਹੇ ਛੱਡ ਯਾਰ, ਤੂੰ ਆਪਣੀ ਗੱਲ ਕਰੀਏ ਬਾਈ, ਆਪਣੇ ਕੋਲ ਆਪਣੇ ਲਈ ਸਮਾਂ। ਕੰਸਰਨਸ ਜਿਹੜੇ ਨੇ ਉਹਦੇ ਤੇ ਤੁਸੀਂ ਗੱਲ ਕਰ ਸਕਦੇ ਹੋ, ਭਾਈਚਾਰੇ ਦੇ ਤੌਰ ਤੇ, ਤੇਰੇ ਪਰਿਵਾਰ ਦਾ ਕੋਈ ਕੰਸਰਨ ਆ, ਧਰਮ ਦਾ ਕੋਈ ਕੰਸਰਨ ਹੈ, ਪਰ ਚੁਗਲੀ 'ਚ ਉਹਨੂੰ ਨਾ ਜਾਣ ਦਿਓ। ਉਹ ਬਹੁਤ ਖਤਰਨਾਕ ਹੈ, ਬਹੁਤ ਸਮਾਂ ਵੇਸਟ ਹੁੰਦਾ ਹੈ, ਵਜ਼ਨ ਲੈਂਦੇ ਹੋ ਫਿਰ ਉਹਦਾ ਤੁਸੀਂ। ਸ਼ੱਕ ਹੈ ਜਿਹੜਾ, ਇੱਕ ਹੋਰ ਸਾਡੇ ਪੰਜਾਬੀਆਂ ਦੀ ਇੱਕ ਦਿਨ ਕਰੂੰਗਾ, ਜਿਹੜਾ ਅਸੀਂ ਸਟੀਅਰਿੰਗ ਜਿਹੜਾ ਸ਼ਬਦ ਆ, ਅਸੀਂ ਸਿੱਧਾ ਝਾਕਦੇ ਹਾਂ ਅਗਲੇ ਵੱਲ। ਕਿਸੇ ਵੱਲ ਝਾਕਣ ਤੋਂ, ਕਿਸੇ ਦੇ ਵੱਲ ਕੋਈ ਗੱਲ ਕਰਨ ਤੋਂ ਪਹਿਲਾਂ, ਸਟੀਅਰਿੰਗ 'ਤੇ ਜਾਣ ਤੋਂ ਪਹਿਲਾਂ ਇੱਥੇ ਦੇ ਸਿਸਟਮ 'ਚ ਉਹ ਕਹਿੰਦੇ ਸਟੀਅਰਿੰਗ ਨਾ ਕਰ। ਸਟੀਅਰ ਕਿਉਂ ਕਰਦਾ? ਗੱਲ ਕਰ ਲੈ ਮੇਰੇ ਨਾਲ, ਸਿੰਪਲ, ਯੈਸ ਔਰ ਨੋ, ਮੂਵ ਫਾਰਵਰਡ। ਪਰ ਜਦ ਅਸੀਂ ਕਹਿੰਦੇ ਨਹੀਂ ਅੱਜ ਤਾਂ ਐਕਸਰੇ ਹੀ ਕਰਨਾ, ਉਹ ਕਹਿੰਦਾ ਐਕਸਰੇ ਕਰਕੇ ਜ਼ਿੰਦਗੀ ਦੇ 10 ਸਾਲ ਕੱਢ ਤੇ, ਕਾਹਦੇ ਲਈ ਐਕਸਰੇ ਕਰਦਾ ਰਿਹਾ? ਗੱਲ ਕਰ ਲੈਣੀ ਸੀ ਤਾਂ ਮੇਰੇ ਨਾਲ। ਸੋ ਇਹ ਜਿਹੜੀ ਸ਼ੱਕ ਹੈ ਨਾ, ਮਤਲਬ ਹੁਣ ਪੰਜਾਬ ਦੇ ਵਿੱਚ ਮੈਂ ਕਰਨ ਤਾਂ ਦਿਓ, 1947 ਤੋਂ ਲੈ ਕੇ ਬਹੁਤ ਬੜਾਂਗਾ ਹੋਇਆ, ਦਿਓ ਤਾਂ ਸਹੀ ਚਾਂਸ। ਠੀਕ ਹੈ, ਕੰਸਰਨ ਹੋਣਗੇ ਵੀ ਕੇਜਰੀਵਾਲ ਭਗਵੰਤ ਮਾਨ ਨੂੰ ਫ੍ਰੀ ਹੈਂਡ ਦੇ ਰਿਹਾ, ਪਰ ਕੇਜਰੀਵਾਲ ਪੰਜਾਬ ਨੂੰ ਚੱਕ ਕੇ ਕਿੱਥੇ ਨੂੰ ਲੈ ਜੂ? ਜੇ ਕੋਈ ਇਹੋ ਜਿਹਾ ਕਰੂ, ਉਹ ਕੁਛ ਕਰਨਗੇ, ਰੋਕ ਝਾੜ ਦੇਣਗੇ ਫੜ ਕੇ ਜਮਾਈ। ਜਿਨ੍ਹਾਂ ਨੇ 92 ਸੀਟਾਂ ਦਿੱਤੀਆਂ, ਗਾਂ ਨੂੰ 9 ਵੀ ਨਹੀਂ ਰਹਿਣੀਆਂ, ਬਹੁਤ ਉਹ ਨੇ। ਇਹ ਮੈਂ ਇੱਕ ਉਦਾਹਰਨ ਦੇ ਰਿਹਾ। ਧਰਮ ਵਾਲੇ ਪਾਸੇ ਕੋਈ ਪ੍ਰਚਾਰਕ ਹੈ, ਕੋਈ ਤੁਹਾਨੂੰ ਪਾ ਰਿਹਾ ਕਿਸੇ ਪਾਸੇ, ਤਾਂ ਉਹਨੂੰ ਇੱਥੇ ਨਾ ਲਿਆਓ, ਨਾ ਨਾ ਨਾ, ਪਹਿਲਾਂ ਵੀ ਇਹ ਲੈ ਗਏ ਸੀ ਇਕੱਠੇ ਕਰਕੇ। ਉਹੀ ਸ਼ੇਰ ਤੇ ਬਾਂਦਰ ਵਾਲੀ ਜਿਹੜੀ ਇੱਕ ਹੁੰਦੀ ਆ ਬਈ, ਸਲਾਂਗੜ 'ਚ ਸ਼ੇਰ ਨਹੀਂ ਫਸਾ ਲਈ ਉਹਨੇ ਭਜਾ ਕੇ, ਡਾਂਗ ਚੱਕੀ 3-4 ਠੋਕੀਆਂ। ਸ਼ੇਰ ਕਹਿੰਦਾ ਕਿਉਂ ਹੋ ਗਿਆ ਕੰਮ? ਉਹ ਕਹਿੰਦੀ ਤੈਨੂੰ ਕਿਵੇਂ ਪਤਾ? ਕਹਿੰਦਾ ਕੱਲ ਮੈਨੂੰ ਵੀ ਲੈ ਗਿਆ ਸੀ ਐਂ ਰੌਲਾ ਪਾ ਕੇ। ਉਹ ਤਾਂ ਕੰਸਰਨ ਜਿਹੜੇ ਨੇ ਉਹਨਾਂ 'ਤੇ ਆਪਾਂ ਪਹਿਰਾ ਦੇਣਾ, ਪਰਿਵਾਰ ਦੇ ਤੌਰ 'ਤੇ, ਬਾਹਰ 'ਤੇ। ਪਰ ਸ਼ੱਕ 'ਚ ਨਾ ਪਾਓ, ਸ਼ੱਕ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾਉਂਦੀ ਹੈ, ਸ਼ੱਕ ਨਾ ਕਰੋ। ਅਤੇ ਦੋਸਤੀ ਦੇ ਸਿਸਟਮ ਦੇ ਵਿੱਚ
ਉਹਦੀਆਂ ਹੱਦਾਂ ਦੇ ਸਰਹੱਦੇ ਤੈਅ ਕਰੋ ਵੀ ਕਿੱਥੇ ਤੱਕ ਦੋਸਤ ਤੁਹਾਡੀ ਜ਼ਿੰਦਗੀ 'ਚ ਜਾ ਸਕਦਾ, ਕਿੱਥੇ ਤੱਕ ਉਹਨੂੰ ਕਿੱਥੋਂ ਤੁਸੀਂ ਰੋਕਣਾ ਵੀ ਨਹੀਂ ਯਾਰ ਇੱਥੋਂ ਨਹੀਂ ਤੂੰ ਕ੍ਰਾਸ ਕਰਨਾ। ਮੇਰੀ ਆਪਣੀ ਜ਼ਿੰਦਗੀ ਇੱਥੋਂ ਸ਼ੁਰੂ ਹੁੰਦੀ ਹੈ ਮਿੱਤਰਾ। ਤੂੰ ਲਿਵਿੰਗ ਰੂਮ 'ਚ ਜੇ ਬਹਿਣਾ ਤਾਂ ਲਿਵਿੰਗ ਰੂਮ ਤੱਕ ਆ, ਤੂੰ ਫੈਮਿਲੀ ਰੂਮ 'ਚ ਮੇਰੇ ਕੀ ਹੋ ਰਿਹਾ ਉਹਦੀ ਗੱਲ ਨਹੀਂ ਤੂੰ ਮੇਰੇ ਨਾਲ ਕਰ ਸਕਦਾ। ਹਾਂ, ਜੇ ਫੈਮਿਲੀ ਰੂਮ 'ਚ ਮੇਰੇ ਬਹਿਣਾ ਫਿਰ ਤੂੰ ਗੱਲ ਕਰ ਸਕਦਾ, ਮੈਂ ਵੀ ਤੇਰੇ ਫੈਮਿਲੀ ਰੂਮ 'ਚ ਬਹਿਣਾ ਜਾ ਕੇ। ਇਹ ਬਹੁਤ ਚੱਕਰ ਹੈ। ਲੋਕਾਂ ਦੇ ਸੂਟ ਪਾਏ ਬੜੇ ਸੋਹਣੇ ਲੱਗਦੇ ਆ, ਗੱਲਾਂ ਵੀ ਕਿਆ ਬਾਤ ਹੈ, ਸੂਟ ਬਹੁਤ ਸੋਹਣਾ ਤੁਹਾਡਾ, ਬਹੁਤ ਵਧੀਆ ਲੱਗਦਾ। ਘਰ ਵਾਲੀ ਦੇ ਪਾਇਆ ਸੂਟ ਨਹੀਂ ਵਧੀਆ ਲੱਗਦਾ। ਇਹ ਹਾਂ, ਜੇ ਤੇਰੀ ਘਰ ਵਾਲੀ ਨੂੰ ਕਿਸੇ ਨੇ ਕਹਿੰਦਾ ਤੇਰੇ ਸੂਟ ਵਧੀਆ, ਫਿਰ ਕਹਿੰਦਾ ਵੀ ਨਾ 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 ਤੂੰ ਤਾਂ ਬਚਲਣਾ, ਤੈਨੂੰ ਉਹਨੇ ਪਿੱਠਾ ਪੁੱਠਾ ਝਾਕਿਆ ਤੇਰੇ ਵੱਲ। ਇਹ ਅਕਸਰ ਕਹਾਣੀਆਂ ਨੇ। ਮੇਰੇ ਕਹਿਣ ਦਾ ਮਤਲਬ ਇਸ ਤੋਂ ਸਾਨੂੰ ਪਰਾਂ ਹੋਣਾ ਚਾਹੀਦਾ ਹੈ। ਇਹ ਸਾਨੂੰ ਜ਼ਿਹਨੀਅਤ ਤੌਰ 'ਤੇ, ਦਿਮਾਗੀ ਤੌਰ 'ਤੇ ਕੰਗਾਲ ਕਰ ਰਿਹਾ। ਕੰਗਾਲੀ ਸਭ ਤੋਂ ਵੱਡੀ ਗੁਲਾਮੀ ਹੈ। ਕੱਲ੍ਹ ਨੂੰ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ ਇੱਕ ਖਾਸ ਗੱਲ ਕਰਨੀ ਹੈ, ਇੱਕ ਤਜਰਬੇ ਦੇ ਆਧਾਰ 'ਤੇ ਤੁਹਾਨੂੰ, ਕਿ ਪਾਵਰ ਆਫ ਅਟਾਰਨੀ ਜਿਹੜੀ ਦੇਣੀ ਹੈ ਉਹ ਕਿਵੇਂ ਦੇਣੀ ਹੈ। ਇੱਕ ਪਰਿਵਾਰ ਦੇ ਨਾਲ ਅਰਬਾਂ ਦਾ, ਕਰੋੜਾਂ ਦਾ ਧੋਖਾ ਹੁੰਦਾ ਬਚਿਆ। ਕੱਲ੍ਹ ਨੂੰ ਉਸ ਦੇ ਬਾਰੇ ਜਾਣਕਾਰੀ ਦਊਂਗਾ 10 ਤੋਂ 11 ਤੱਕ। ਮੇਰਾ ਪਿੰਡ ਮੇਰੇ ਖੇਤ।